ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਧਿਆਨ ਪੰਜਾਬ ਦੇ ਇਸ ਮੰਚ ਦੇ ਉੱਤੇ। ਦੋਸਤੋ, ਅੱਜ ਜੀਵਨ ਵਿੱਚ ਭਰਪੂਰਤਾ ਲਿਆਉਣ ਦਾ ਚੌਥਾ ਦਿਨ ਹੈ। ਅਸੀਂ ਸਾਰੇ ਹੀ ਆਪਣੇ ਜੀਵਨ ਦੇ ਵਿੱਚ ਭਰਪੂਰਤਾ ਚਾਹੁੰਦੇ ਹਾਂ, ਬਹੁਤਤਾ ਚਾਹੁੰਦੇ ਹਾਂ, ਸੈਟਿਸਫੈਕਸ਼ਨ ਚਾਹੁੰਦੇ ਹਾਂ। ਹਲੀਨ ਜੀ ਅੱਜ ਚੌਥੇ ਦਿਨ ਵੀ ਸਾਡੇ ਨਾਲ ਜੁੜੇ ਹਨ ਸਾਨੂੰ ਇਸ ਭਰਪੂਰਤਾ ਦਾ ਗਿਆਨ ਦੇਣ ਲਈ। ਤੋਂ ਪਹਿਲਾਂ ਆਪਾਂ 1 ਘੰਟਾ ਧਿਆਨ ਕਰਾਂਗੇ। ਹਲੀਨ ਜੀ ਸਾਨੂੰ ਧਿਆਨ ਦੀ ਯਾਤਰਾ ਤੇ ਲੈ ਕੇ ਚੱਲਣਗੇ। ਫਿਰ ਅਸੀਂ ਭਰਪੂਰਤਾ ਦੇ ਜੀਵਨ ਬਾਰੇ, ਜਿਹੜਾ ਜੀਵਨ ਵਿੱਚ ਭਰਪੂਰਤਾ ਬਾਰੇ ਅੱਜ ਜਿਹੜਾ ਉਹਨਾਂ ਕੋਲ ਗਿਆਨ ਹੈ ਉਹਨਾਂ ਕੋਲੋਂ ਸੁਣਾਂਗੇ। ਵੈਲਕਮ ਹਰਲੀਨ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਟੀਪੀ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅਸੀਂ ਅੱਜ ਦਾ ਧਿਆਨ ਦਾ ਸਤਰ ਸ਼ੁਰੂ ਕਰਦੇ ਹਾਂ। ਜਿੱਦਾਂ ਸਾਨੂੰ ਪਤਾ ਹੈ, ਅਸੀਂ 3 ਲੋਕ ਲਗਾਉਂਦੇ ਹਾਂ। ਅੱਖਾਂ ਨੂੰ ਬੰਦ ਕਰਦੇ ਹਾਂ, ਹੱਥਾਂ ਨੂੰ ਕ੍ਰਾਸ ਕਰਦੇ ਹਾਂ ਤੇ ਪੈਰਾਂ ਨੂੰ ਕ੍ਰਾਸ ਕਰਦੇ ਹਾਂ। ਹੱਥਾਂ ਨੂੰ ਅੱਖਾਂ ਚੋਂ ਸਾਡੀ 80% ਊਰਜਾ ਚਲੀ ਜਾਂਦੀ ਹੈ, ਵੇਸਟ ਹੁੰਦੀ ਹੈ। ਹੱਥਾਂ ਚੋਂ 10%, 10% ਤੇ ਪੈਰਾਂ ਚੋਂ 10%। ਤੇ ਹੁਣ ਔਰ ਜਿਨ੍ਹਾਂ ਨੇ ਵੀ ਗਲਾਸਿਸ ਜਾਂ ਸਪੈਕਸ ਪਾਏ ਹੈ ਉਹ ਉਤਾਰ ਕੇ ਸਾਈਡ ਤੇ ਰੱਖ ਦਿਓ। ਹੱਥਾਂ 'ਚ ਹੱਥ, ਅੱਖਾਂ ਬੰਦ ਤੇ ਪੈਰ ਕ੍ਰਾਸ ਕਰਕੇ ਬੈਠ ਜਾਓ। और एक लंबा गहरा साह लेंदे हुए शांत होंदे जाओ। हर एक तनाव नू, स्ट्रेस नू अपने हर एक जांदे हुए साह दे नाल अपने शरीर चो, अपने दिमाग चो बाहर जांदे हुए देखो। जिथे भी देखते हाँ सिर्फ भरपूरता ही देखते हाँ। ते अज दे इस खूबसूरत ध्यान की यात्रा लिए अपने लिए क्लैपिंग करो। जे तुहाडे कोल पानी पिया है तो थोड़ा पानी जरूर पी लो। जे सारे सैटल हो गए तो असी अज का टॉपिक शुरू करिए। टीपी सर मैं शुरू करा? यस सर। साडा अज दा असी आज शुरू करांगे abundance mindset दा। What is abundance? It's a creative flow of divine energy। 2 टाइप की चेतना है, बेअंत चेतना ते घाट दी चेतना। हमेशा असी जदों भी कोई भी मैनिफेस्ट करना है या कुछ भी सोचना है, हमेशा असी बेअंत चेतना तो सोचना है। प्रिंसिपल्स है abundance दे, अनलिमिटेड, हर चीज बेअंत है, हर चीज नू फ्लो होना जरूरी है। इंटेंशन हमेशा अपनी बेअंत चेतना ते रखनी है। हर चीज नू वैक्यूम, जीरो, शून्य ते जाके क्लटर नू क्लीन करके करना है। फोकस हमेशा बेअंत चेतना ते होना चाहिए है। माइंड पावर 2 तरह के माइंड है, अवचेतन मन ते चेतन मन, जागृत मन। अवचेतन मन की पावर 95% हैगी है और जागृत मन की पावर सिर्फ 5% हैगी है। साडे 3 मिसबिहेवियर जिहड़े असीं करदे हां, बेगिंग, बारगेनिंग ते थ्रेटनिंग। 4 टाइप्स की थिंकिंग है, डिजास्टरस, नेगेटिव, पॉजिटिव ते मिराकुलस। असीं हर वेले सिर्फ मिराकुलस थिंकिंग नाल ही सोचना है। ग्रैटिट्यूड इज प्लस जेनरोसिटी इज इक्वल टू अबंडेंस। देना ते शुक्राने दे पास रहना अबंडेंस है। एक ग्रैटिट्यूड का जेड़ा शुक्राने च भाव रहिंदा वो एक मैगनेट है जेड़ा कि अबंडेंस नू अट्रैक्ट करता है। ग्रैटिट्यूड जदों तुसीं शुक्राने दे भाव च रहंदे हो
ਤੁਸੀਂ ਹਮੇਸ਼ਾ ਬੇਅੰਤ ਭਰਪੂਰਤਾ ਵੱਲ ਦੇਖਦੇ ਹੋ। ਆਪਣੇ ਪੁਰਾਣੇ ਦੁੱਖਾਂ ਨੂੰ ਤੁਹਾਡੇ ਦੁੱਖ ਖੁਸ਼ੀ 'ਚ ਬਦਲ ਜਾਂਦੇ ਹੈ। ਤੁਸੀਂ ਆਪਣੇ ਪੁਰਾਣੇ ਦੁੱਖਾਂ ਤੋਂ ਬਹੁਤ ਕੁਝ, ਆਪਣੀ ਪੁਰਾਣੀ ਸਿਚੁਏਸ਼ਨ ਤੋਂ ਬਹੁਤ ਕੁਝ ਸਿੱਖਦੇ ਹੋ। ਤੁਹਾਡੀ ਕਨਫਿਊਜ਼ਨ ਕਲੈਰਿਟੀ 'ਚ ਬਦਲ ਜਾਂਦੀ ਹੈ ਤੇ ਜਿਹੜੇ ਤੁਹਾਡੇ ਡ੍ਰੀਮਸ ਹੈ, ਜਿਹੜੇ ਵੀ ਤੁਹਾਡੇ ਗੋਲਸ ਹੈ, ਉਹ ਸਾਰੇ ਵਿਜ਼ਨ ਰਿਐਲਿਟੀ 'ਚ ਬਦਲਣਾ ਸ਼ੁਰੂ ਹੋ ਜਾਂਦੇ ਹੈ। ਭਰਪੂਰ ਸ਼ੁਕਰਾਨਾ ਤੁਹਾਡੇ ਫੇਥ ਨੂੰ ਇਨਕਰੀਜ਼ ਕਰਦਾ ਹੈ, ਨੈਗੇਟਿਵਿਟੀ ਨੂੰ ਰਿਮੂਵ ਕਰਦਾ ਹੈ, ਤੁਹਾਨੂੰ ਜ਼ਿਆਦਾ ਪੋਜ਼ਿਟਿਵ ਬਣਾਉਂਦਾ ਹੈ, ਤੁਹਾਡੀ ਸਿਹਤ ਬੈਟਰ ਕਰਦਾ ਹੈ, ਤੁਹਾਨੂੰ ਪੀਸ ਦਿੰਦਾ ਹੈ, ਟਰੂ ਹੈਪੀਨੈਸ, ਸੱਚੀ ਖੁਸ਼ੀ ਦਿੰਦਾ ਹੈ, ਕੌਨਫੀਡੈਂਸ ਦਿੰਦਾ ਹੈ। ਤੁਹਾਡੀ ਹਰ ਜਿਹੜੇ ਵੀ ਤੁਸੀਂ ਗੋਲ ਲੈਣਾ ਹੈ ਉਹਨੂੰ ਬਹੁਤ ਜਲਦੀ ਪੂਰਾ ਕਰਨ 'ਚ ਹੈਲਪ ਕਰਦਾ ਹੈ, ਤੁਹਾਡੀ ਫ੍ਰੀਕੁਐਂਸੀ ਵਧਾਉਂਦਾ ਹੈ। ਸ਼ੁਕਰਾਨੇ ਦੀ ਫ੍ਰੀਕੁਐਂਸੀ ਸਭ ਤੋਂ ਉੱਪਰ ਹੈ। ਜਦੋਂ ਵੀ ਤੁਸੀਂ ਸ਼ੁਕਰਾਨੇ 'ਚ ਰਹਿੰਦੇ ਆ, ਸਾਡੀ ਫ੍ਰੀਕੁਐਂਸੀ ਆਪਣੇ ਆਪ ਵੱਧ ਜਾਂਦੀ ਹੈ। ਅੱਜ ਹੈ ਮੈਜਿਕ ਆਫ ਪੋਜ਼ਿਟਿਵ ਐਫਰਮੇਸ਼ਨਸ। ਹੁਣ ਐਫਰਮੇਸ਼ਨਸ ਕੀ ਹੈ? ਐਫਰਮੇਸ਼ਨਸ ਹੈ ਇੱਕ ਸੈਲਫ ਟਾਕ ਜਿਹੜੀ ਅਸੀਂ ਆਪਣੇ ਨਾਲ ਬਾਰ-ਬਾਰ ਕਰਦੇ ਹਾਂ, ਜਿਹੜੀ ਕਿ ਤੁਸੀਂ ਬਾਰ-ਬਾਰ ਆਪਣੇ ਨੂੰ ਰਿਮਾਈਂਡ ਕਰਾਉਂਦੇ ਰਹਿੰਦੇ ਹੋ, ਚਾਹੇ ਤੁਸੀਂ ਕੌਨਸ਼ੀਅਸਲੀ, ਚਾਹੇ ਤੁਸੀਂ ਧਿਆਨ ਨਾ ਕਰੋ ਜਾਂ ਬਿਨਾਂ ਧਿਆਨ ਦੇ ਕਰੋ। ਔਰ ਇਹ ਜਿਹੜੀ ਤੁਹਾਡੀ ਗੱਲਾਂ ਹੈ, ਇਹ ਤੁਹਾਡੀਆਂ ਜ਼ਿੰਦਗੀ, ਤੁਹਾਡੀ ਰਿਐਲਿਟੀ ਤੁਹਾਡੇ ਅੱਗੇ ਸੱਚੀਆਂ ਹੋ ਕੇ ਆਉਂਦੀਆਂ ਹੈ। ਹੁਣ ਐਫਰਮੇਸ਼ਨਸ ਦੋ ਤਰ੍ਹਾਂ ਦੀ ਹੁੰਦੀਆਂ ਹੈ, ਇੱਕ ਹੁੰਦੀ ਹੈ ਪੋਜ਼ਿਟਿਵ ਸਕਾਰਾਤਮਕ, ਔਰ ਇੱਕ ਹੁੰਦੀ ਹੈ ਨੈਗੇਟਿਵ ਨਕਾਰਾਤਮਕ। ਹੁਣ ਨੈਗੇਟਿਵ ਐਫਰਮੇਸ਼ਨਸ ਕਿਹੜੀਆਂ? ਜਿਹੜੀਆਂ ਅਸੀਂ ਬਚਪਨ ਤੋਂ ਆਪਣੇ ਆਪ ਨੂੰ ਕਹਿੰਦੇ ਆ ਰਹੇ ਹੋ ਕਿ ਮੈਨੂੰ ਹਰ ਚੀਜ਼ ਆਸਾਨੀ ਨਾਲ ਨਹੀਂ ਮਿਲਦੀ, ਮੈਂ ਪਤਲਾ ਨਹੀਂ ਹੋ ਸਕਦੀ, ਮੇਰੇ ਕੋਲ ਪੈਸਾ ਨਹੀਂ ਆ ਸਕਦਾ, ਮੈਂ ਡਿਜ਼ਰਵ ਨਹੀਂ ਕਰਦੀ। ਇਹ ਸਾਰੀਆਂ ਤੁਹਾਡੀਆਂ ਨੈਗੇਟਿਵ ਐਫਰਮੇਸ਼ਨਸ ਹੈ। ਇਹ ਅਸੀਂ ਬਾਰ-ਬਾਰ ਆਪਣੇ ਆਪ ਨੂੰ, ਚਾਹੇ ਅਸੀਂ ਨਾ ਬੋਲੀਏ, ਸਾਨੂੰ ਕੋਈ ਹੋਰ ਬੋਲਦਾ, ਪਰ ਧੀਰੇ-ਧੀਰੇ ਸਾਡੇ ਸਬਕੌਨਸ਼ੀਅਸ ਮਾਈਂਡ, ਜਿਹੜਾ ਸਾਡਾ ਅਵਚੇਤਨ ਮਨ ਹੈ, ਉਹਦੇ ਵਿੱਚ ਜਾ ਕੇ ਬਿਲੀਫ ਸਿਸਟਮ ਬਣ ਜਾਂਦੇ ਹੈ, ਐਂਡ ਦੈਨ ਉਹ ਸਾਡੀ ਰਿਐਲਿਟੀ, ਸਾਡੀ ਅੱਗੇ ਸੱਚਾਈ ਬਣਨੀ ਸ਼ੁਰੂ ਹੋ ਜਾਂਦੀ ਹੈ। ਹੁਣ ਪੋਜ਼ਿਟਿਵ ਐਫਰਮੇਸ਼ਨਸ ਕਿਹੜੀਆਂ ਹੈ? ਮੈਂ ਹਰ ਕੁਝ ਕਰ ਸਕਦੀ ਹਾਂ, ਆਈ ਐਮ ਐਵਰੀਥਿੰਗ ਇਜ਼, ਹਰ ਚੀਜ਼ ਪੋਸੀਬਲ ਹੈ, ਮੈਂ ਆਪਣੇ ਆਪ 'ਚ ਬਿਲੀਵ ਕਰਦੀ ਹਾਂ। ਹੁਣ ਅਸੀਂ ਇਸ ਪੋਜ਼ਿਟਿਵ ਐਫਰਮੇਸ਼ਨਸ ਨਾਲ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ, ਆਪਣੇ ਅਵਚੇਤਨ ਮਨ ਨੂੰ ਰੀਪ੍ਰੋਗਰਾਮ ਕਰਾਂਗੇ। ਜਿਹੜਾ ਹੁਣ ਅਸੀਂ ਇੰਨੇ ਦਿਨ ਤੱਕ ਸਿੱਖਿਆ ਸੀ ਕਿ ਅਸੀਂ ਕਿਹੜੇ-ਕਿਹੜੇ ਬਿਲੀਫ ਸਿਸਟਮ ਬਣਾ ਰੱਖੇ ਹੈ, ਅੱਜ ਅਸੀਂ ਦੇਖਾਂਗੇ ਕਿ ਅਸੀਂ ਉਸ ਬਿਲੀਫ ਸਿਸਟਮਸ ਨੂੰ ਅਸੀਂ ਕਿੱਦਾਂ ਐਫਰਮੇਸ਼ਨਸ ਬਣਾਵਾਂਗੇ, ਤਾਂ ਕਿ ਅਸੀਂ ਉਸ ਬਿਲੀਫ ਸਿਸਟਮਸ ਨੂੰ ਚੇਂਜ ਕਰਕੇ ਅਸੀਂ ਨਵੀਆਂ ਐਫਰਮੇਸ਼ਨਸ ਪਾ ਸਕੀਏ, ਤਾਂ ਕਿ ਹੁਣ ਸਾਡੀ ਇਹ ਪੋਜ਼ਿਟਿਵ ਐਫਰਮੇਸ਼ਨ ਸਾਡੀ ਬਾਰ-ਬਾਰ ਬੋਲ ਕੇ ਸਾਡੀ ਸੱਚਾਈ ਬਣਨਗੇ, ਸਾਡੀ ਰਿਐਲਿਟੀ ਬਣਨਗੇ। ਇੱਕ ਯੂਨੀਵਰਸਿਟੀ ਆਫ ਅਮਰੀਕਾ ਦੀ ਯੂਨੀਵਰਸਿਟੀ, ਉਹਨਾਂ ਨੇ ਰਿਸਰਚ ਕੀਤੀ ਸੀ। ਉਹਨਾਂ ਨੇ 3 ਗਰੁੱਪ ਲਏ ਸੀ, ਗਰੁੱਪ A, ਗਰੁੱਪ B ਤੇ ਗਰੁੱਪ C। ਜਿਹੜਾ ਪਹਿਲਾ ਗਰੁੱਪ ਸੀ, ਉਸ 'ਚ ਜਿਹੜੇ ਵੀ ਬੰਦੇ ਸੀਗੇ, ਕਾਲਜ ਸਟੂਡੈਂਟ ਸੀਗੇ, ਜਿਹੜੇ ਵੀ ਕਾਲਜ ਸਟੂਡੈਂਟ ਸੀ, ਉਹ ਬਿਲਕੁਲ ਸਟ੍ਰੈਸ, ਉਹਨਾਂ 'ਚ ਕੋਈ ਤਣਾਵ ਨਹੀਂ, ਕੁਝ ਨਹੀਂ ਸੀ, ਬੜੇ ਹੈਲਦੀ ਸੀਗੇ ਉਹ, ਮੈਂਟਲੀ ਹੈਲਦੀ। ਜਦੋਂ ਮੈਂਟਲੀ ਮਤਲਬ ਤੁਹਾਨੂੰ ਕੋਈ ਸਟ੍ਰੈਸ ਨਹੀਂ ਸੀਗਾ। ਦੂਜੇ ਗਰੁੱਪ 'ਚ ਜਿਹੜੇ ਉਹਨਾਂ ਨੇ ਸਟੂਡੈਂਟਸ ਲਈ ਸੀ, ਉਹਨਾਂ 'ਚ ਥੋੜਾ ਜਿਹਾ ਲਾਈਕ ਤੁਸੀਂ ਕਹਿ ਸਕਦੇ ਹੋ ਕਿ 30-40% ਸਟ੍ਰੈਸ ਸੀਗਾ, ਬਟ ਦੇ ਵਰ ਓਕੇ। ਜਿਹੜਾ ਤੀਸਰਾ ਗਰੁੱਪ ਉਹਨਾਂ ਲਿਆ ਸੀ, ਉਹਨਾਂ 'ਚ ਉਹ ਸਾਰੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀਗੇ, ਐਂਗਜ਼ਾਈਟੀ, ਉਹਨਾਂ ਨੂੰ ਡਿਪਰੈਸ਼ਨ ਹੋ ਰੱਖਿਆ ਸੀ, ਬਹੁਤ ਉਹਨਾਂ ਦਾ ਤਣਾਅ ਬਹੁਤ ਜ਼ਿਆਦਾ ਸੀ। ਉਹਨਾਂ ਨੇ ਸਾਰਿਆਂ ਨੂੰ ਇੱਕ ਕੁਐਸਚਨ ਪੇਪਰ ਦਿੱਤਾ ਸੀ, ਤੇ ਜਿਹੜਾ ਪਹਿਲਾ ਗਰੁੱਪ ਸੀ, ਜਿਸ 'ਚ ਬਿਲਕੁਲ ਸਟ੍ਰੈਸ ਨਹੀਂ ਸੀ, ਉਹਨਾਂ ਨੇ ਆਲਮੋਸਟ ਸਾਰੇ ਕੁਐਸਚਨਸ ਠੀਕ ਕੀਤੇ ਸੀ, 90% ਮਾਰਕਸ ਆਏ ਸੀ ਉਹਨਾਂ ਦੇ, 90% ਉਹਨਾਂ ਦੇ ਨੰਬਰ ਆਏ ਸੀ। ਦੂਜੇ ਗਰੁੱਪ ਜਿਹੜਾ ਥੋੜਾ ਜਿਹਾ ਘੱਟ ਸਟ੍ਰੈਸ ਸੀਗਾ, ਉਹਦੇ 'ਚ 60 ਤੋਂ 70% ਨੰਬਰ ਆਏ ਸੀ, ਔਰ ਜਿਹੜਾ ਤਿੰਨਾਂ 'ਚ ਬਹੁਤ ਜ਼ਿਆਦਾ ਡਿਪਰੈਸ਼ਨ ਤੇ ਉਹ ਸੀਗਾ, ਉਹਨਾਂ 'ਚ ਆਲਮੋਸਟ ਹਰ ਕੋਈ ਫੇਲ ਹੋ ਗਿਆ ਸੀ। ਫਿਰ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਤੀਸਰਾ ਗਰੁੱਪ ਸੀ, ਜਿਸ 'ਚ ਹਰ ਕੋਈ ਫੇਲ ਹੋ ਗਿਆ, ਉਹਨਾਂ ਦੇ ਨਾਲ ਮੈਡੀਟੇਸ਼ਨ ਤੇ ਪੋਜ਼ਿਟਿਵ ਐਫਰਮੇਸ਼ਨਸ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਰੋਜ਼ ਉਹਨਾਂ ਨੂੰ ਮੈਡੀਟੇਸ਼ਨ ਕਰਾਈ ਤੇ ਨਾਲ ਉਹਨਾਂ ਨੂੰ ਪੋਜ਼ਿਟਿਵ ਐਫਰਮੇਸ਼ਨਸ ਦਿੱਤੀਆਂ ਰਿਪੀਟ ਕਰਨ ਲਈ। ਆਲਮੋਸਟ ਉਹਨਾਂ ਨੇ 1 ਸਾਲ ਇਹ ਪੂਰਾ ਕੰਟੀਨਿਊਸਲੀ ਰਿਸਰਚ ਕੀਤੀ ਉਹਨਾਂ ਦੇ ਨਾਲ, ਉਹਨਾਂ ਨੂੰ 1 ਸਾਲ ਕਰਾਇਆ, ਔਰ ਉਹਨਾਂ ਨੇ ਵਿੱਚ ਉਹਨਾਂ ਦੇ ਟੈਸਟ ਲੈਂਦੇ ਰਹੇ ਕੁਐਸਚਨਸ ਦੇ, ਤੇ ਉਹਨਾਂ ਨੇ ਦੇਖਿਆ ਕਿ ਹਰ ਵਾਰ ਉਹ ਟੈਸਟ ਅੱਛਾ ਕਰਦੇ ਸੀ। ਔਰ ਜਦ 1 ਸਾਲ ਦੇ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਜਦੋਂ ਉਹਨਾਂ ਦਾ ਟੈਸਟ ਲਿਆ, ਤੇ ਉਹਨਾਂ ਦੇ ਨੰਬਰ, ਜਿਹੜਾ ਗਰੁੱਪ A ਪਹਿਲਾਂ ਸੀ, ਜਿਹਨਾਂ ਨੂੰ ਕੋਈ ਸਟ੍ਰੈਸ ਨਹੀਂ, ਉਹਨਾਂ ਤੋਂ ਵੀ ਬੈਟਰ ਆਏ। ਸੋ ਇਹ ਪ੍ਰੂਵ ਕਰਦਾ ਹੈ ਕਿ ਪੋਜ਼ਿਟਿਵ ਐਫਰਮੇਸ਼ਨਸ ਕਿੰਨੀਆਂ ਇੰਪੋਰਟੈਂਟ ਹੈ। ਸਾਡੀ ਪੋਜ਼ਿਟਿਵ ਐਫਰਮੇਸ਼ਨ ਸਾਡੀ ਬੋਡੀ ਤੇ ਔਰ ਸਾਡੇ ਦਿਮਾਗ ਤੇ ਕਿੰਨਾ ਅਸਰ ਪਾਉਂਦੀ ਹੈ। ਪੋਜ਼ਿਟਿਵ ਐਫਰਮੇਸ਼ਨ ਸ਼ੁਰੂ ਤੋਂ ਕਰਨ ਪਹਿਲਾਂ ਅਸੀਂ ਇੱਕ ਹੋਰ ਚੀਜ਼ ਧਿਆਨ ਦੇਵਾਂਗੇ, ਆਪਣੇ ਵਰਡਸ ਤੇ, ਕਿਉਂਕਿ ਸਾਨੂੰ ਹੁਣ ਸਭ ਪਤਾ ਹੈ ਕਿ ਸਾਡੀ ਹਰ ਚੀਜ਼ એનર્ਜੀ ਹੈ, ਤਾਂ ਸਾਡਾ ਜਿਹੜਾ ਵਰਡ ਹੈ ਉਹ ਵੀ એનર્ਜੀ ਹੈ। ਹੁਣ ਅਸੀਂ ਪੋਜ਼ਿਟਿਵ ਐਫਰਮੇਸ਼ਨਸ ਤਾਂ ਕਰਨੀਆਂ ਹੀ ਕਰਨੀਆਂ ਹੈ, ਪਰ ਅਸੀਂ ਦੇਖਣਾ ਅਸੀਂ ਬੋਲ ਕੀ ਰਹੇ ਹਾਂ। ਅਸੀਂ ਹਰ ਚੀਜ਼ ਨੂੰ ਪੋਜ਼ਿਟਿਵਲੀ ਬੋਲਣਾ, ਮਤਲਬ ਸਕਾਰਾਤਮਕਲੀ ਬੋਲਣਾ। ਜਿਵੇਂ ਜਦੋਂ ਅਸੀਂ ਕਹਿੰਦੇ ਹਾਂ ਮੈਨੂੰ ਪ੍ਰੋਬਲਮ ਆ ਗਈ, ਅਸੀਂ ਬੋਲਾਂਗੇ ਮੈਨੂੰ ਅੱਜ ਇੱਕ ਨਵਾਂ ਚੈਲੰਜ ਮਿਲਿਆ। ਅਸੀਂ ਉਸੇ ਟਾਈਮ ਤੇ ਉਸ ਚੀਜ਼ ਦੀ ਫ੍ਰੀਕੁਐਂਸੀ ਨੂੰ ਚੇਂਜ ਕਰਤਾ। ਗੱਲ ਉਹੀ ਹੈ,
बट ਅਸੀਂ ਕੀ ਬੋਲਦੇ ਹਾਂ, ਹਾਏ ਅੱਜ ਤਾਂ ਮੈਨੂੰ ਨਵੀਂ ਪ੍ਰੋਬਲਮ ਆ ਗਈ। ਅਸੀਂ ਬੋਲਾਂਗੇ ਨਹੀਂ, ਅੱਜ ਮੈਨੂੰ ਇੱਕ ਨਵਾਂ ਚੈਲੰਜ ਆਇਆ। बुरी आदतां ਨੂੰ ਛੱਡ ਦੇ। ਅਸੀਂ ਉਹ ਨਹੀਂ ਬੋਲਾਂਗੇ, ਅਸੀਂ ਬੋਲਾਂਗੇ ਚੰਗੀਆਂ ਆਦਤਾਂ ਪਾ ਲੈ, ਗਲਤ ਰਸਤੇ ਨਾ ਜਾ, ਠੀਕ ਰਸਤੇ ਜਾ। ਸੋ ਸਿਰਫ ਛੋਟੀ ਛੋਟੀ ਚੀਜ਼ਾਂ ਕਰਕੇ ਮੈਂ ਬਿਮਾਰ ਹਾਂ, मैं ठीक हो रही ਹਾਂ, आई एम हीलिंग। सो ਇੱਕ ਦਿਨ of course ਕੋਈ ਚੀਜ਼ਾਂ ਚੇਂਜ ਨਹੀਂ ਹੋਣਗੀਆਂ। तो ਅੱਜ ਤੋਂ ਜਦੋਂ ਵੀ ਤੁਸੀਂ ਕੁਝ ਬੋਲੋ, ਥੋੜੀ ਜਿਹੀ ਅਵੇਅਰਨੈਸ ਨਾਲ ਬੋਲੋ। धीरे धीरे जो देखोगे तुसी हर चीज ਨੂੰ ਪੋਜ਼ਿਟਿਵਲੀ ਬੋਲਣਾ ਸ਼ੁਰੂ ਕਰ ਦੋਗੇ। ਤੁਸੀਂ ਹਰ ਚੀਜ਼ ਨੂੰ ਪੋਜ਼ਿਟਿਵਲੀ ਬੋਲਣਾ ਸ਼ੁਰੂ ਕਰੋਗੇ, ਫਿਰ ਐਫਰਮੇਸ਼ਨਸ, ਅਸੀਂ ਆਲਰੇਡੀ ਸ਼ੁਕਰਾਨੇ ਦੇ ਭਾਵ ਚ ਹੈਗੇ ਆ, ਤੇ ਉੱਪਰ ਐਫਰਮੇਸ਼ਨਸ ਹਰ ਚੀਜ਼ ਕਹਿੰਦੇ ਨਾ, ਫਿਰ ਉਹ ਆਲਮੋਸਟ 100% ਬਹੁਤ ਜਲਦੀ, ਬਹੁਤ ਅਸੀਂ ਹਮੇਸ਼ਾ ਉੱਪਰ ਫ੍ਰੀਕੁਐਂਸੀ ਚ ਰਵਾਂਗੇ। ਕਿਉਂਕਿ ਸਾਡਾ ਸਭ ਦਾ ਗੋਲ ਕੀ ਹੈ ਕਿ ਅਸੀਂ ਇੱਕ ਫ੍ਰੀਕੁਐਂਸੀ ਨੂੰ, ਇੱਕ ਅੱਛੀ ਫ੍ਰੀਕੁਐਂਸੀ ਨੂੰ ਮੈਚ ਕਰਨਾ ਹੈ। ਫਿਰ ਜੇ ਅਸੀਂ एफर्मेशंस करके या मेडिटेशन करके ऊपर जाने, बट देन अगेन असी अपने वर्ड्स लेके नेगेटिविटी नाल फिर वापस आने, देन असी ऊपर थले साडा ग्राफ हमेशा ऊपर थले हुंदा रहेगा। साडा गोल की है सारियां दा, हर एक दा मिरेकुलस थिंकिंग ते एक अपनी हायर फ्रीक्वेंसी नु मैच करना। ते ओदे लिए असी हुण आज तो थोड़ा जिहा अपने वर्ड्स ते भी ध्यान देवांगे। बोल ओही चीज है बट ओनू बोलना, जिद्दां ਅਸੀਂ ਕਹਿੰਦੇ ਕਿ ਸੇਮ ਦਾਲ ਜਿਹੜੀ ਅਸੀਂ ਘਰ ਖਾਂਦੇ ਆ, ਜੇ ਤੁਸੀਂ 5 ਸਟਾਰ ਜਾਓ ਤੁਹਾਨੂੰ ਉਹੀ ਦਾਲ ਇੰਨੀ ਮਹਿੰਗੀ ਮਿਲਦੀ ਹੈ, ਅਸੀਂ ਘਰ ਉਹ ਦਾਲ ਨੂੰ ਦੇਖਾਂਗੇ ਨਹੀਂ, ਪਰ 5 ਸਟਾਰ ਜਾ ਕੇ ਅਸੀਂ ਉਹ ਦਾਲ ਨੂੰ ਇੰਨਾ ਪੈਸਾ ਦੇ ਕੇ ਵੀ ਖਾਵਾਂਗੇ। ਸੋ ਕਿਉਂਕਿ ਉੱਥੋਂ ਦਾ ਉਹਨਾਂ ਨੇ এনवायरमेंट ਜਿਸ ਤਰ੍ਹਾਂ ਉਹਨੂੰ ਪੇਸ਼ ਕੀਤਾ ਗਿਆ ਉਹ ਬਹੁਤ ਡਿਫਰੈਂਟ ਸੀ। ਘਰ ਤੁਹਾਨੂੰ ਇਦਾਂ ਹੀ ਕਟੋਰੀ ਚ ਦਾਲ ਪਾ ਦੇਣਗੇ, ਕਿਉਂਕਿ ਕੀ ਹੈ, ਫਿਰ ਉਹੀ ਚਾਹੇ ਉਸ ਚ ਤੜਕਾ ਵੀ ਨਾ ਲੱਗਾ ਹੋਇਆ, ਉਹੀ ਚੀਜ਼ ਤੁਹਾਨੂੰ 5 ਸਟਾਰ ਚ ਦੇਣਗੇ, ਬਿਲਕੁਲ ਪ੍ਰੈਜ਼ੈਂਟੇਬਲ ਕਰਕੇ, ਇੰਨੀ ਸੋਹਣੀ ਜਗ੍ਹਾ ਪ੍ਰੈਜ਼ੈਂਟ ਕਰਨਗੇ ਤੁਹਾਡੇ ਅੱਗੇ ਕਿ ਤੁਹਾਡਾ ਖਾਣ ਨੂੰ ਮਨ ਕਰੇਗਾ। सेम चीज ਅਸੀਂ ਹੁਣ अपनी वर्ड्स ना करेंगे। ਅਸੀਂ ਜਿਹੜੀ ਵੀ सेंटेंसेस ਜਾਂ ਜਿਹੜੇ ਵੀ ਅਸੀਂ ਆਪਣੇ स्टेटमेंट्स ਦੇਣੀਆਂ ਹੈ, मतलब वही है, बट ਅਸੀਂ ਉਹਨੂੰ डिफरेंट वे ਨਾਲ, ਉਹਨੂੰ ਚੰਗੀ ਉਹਦੇ ਪੋਜ਼ਿਟਿਵਿਟੀ ਪਾ ਕੇ, ਉਹਨੂੰ ਸਕਾਰਾਤਮਕ वर्ड्स ਪਾ ਕੇ ਅਸੀਂ ਉਹਦੇ ਨਾਲ ਕਰਨਾ ਹੈ। सो नेक्स्ट है वर्किंग विद एफर्मेशंस। एफर्मेशंस ਅਸੀਂ ਕੰਮ ਕਿੰਨਾ ਕਰਨਾ। ਹੁਣ एफर्मेशंस ਕੀ ਹੈ, सपोज ਇੱਕ ਹੈ कंटेंट और एक है फॉर्म। फॉर्म ਕੀ है, ਜਿੱਦਾਂ ਹੁਣ ਇਹ ਮੇਰਾ ਫੋਨ ਹੈ, ਇਹ ਮੇਰਾ ਫੋਨ ਹੈ, ਇਹ ਫॉर्म ਹੈ ਕਿਉਂਕਿ ਮੈਂ ਫੋਨ ਮੰਗਿਆ ਹੈ। कंटेंट की है ਉਹਦੇ ਚ ਕਿ कंटेंट की है कि मैं ਉਹ ਫੋਨ ਲੈਣਾ ਕਿਉਂ ਹੈ। ਇਹ ਬਹੁਤ ਜ਼ਰੂਰੀ ਹੈ, ਬਿਕੋਜ਼ ਜਦੋਂ ਵੀ ਤੁਸੀਂ ਕਿਤੇ ਵੀ ਵਰਕਸ਼ਾਪਸ ਕਰਦੇ ਹੋ ਅਬੰਡੈਂਸ ਦੀ, ਜਾਂ ਤੁਸੀਂ ਗੂਗਲ ਵੀ ਚੈੱਕ ਕਰੋ, YouTube, ਹਰ ਕੋਈ ਫਾਰਮ ਦੇ ਬਾਰੇ ਗੱਲ ਕਰਦਾ ਕਿ ਮੈਨੂੰ ਚਾਹੀਦਾ ਕੀ ਹੈ। ਬਟ ਕਿਉਂਕਿ ਅਸੀਂ ਹੁਣ ਸਪਿਰਿਚੁਅਲ ਸਾਇੰਸ ਨੂੰ ਮਿਕਸ ਕਰ ਰਹੇ ਹਾਂ, ਅਸੀਂ ਸਪਿਰਿਚੁਅਲਿਟੀ ਹੈ, ਅਸੀਂ ਹਰ ਚੀਜ਼ ਬੇਅੰਤ ਚੇਤਨਾ ਤੋਂ ਦੇਖਣੀ ਹੈ। ਤੇ ਇਹ ਬਹੁਤ ਜ਼ਰੂਰੀ ਹੈ ਕਿ ਉਹਨੂੰ ਸੋਚੋ ਕਿ ਮੈਨੂੰ ਕਿਉਂ ਚਾਹੀਦਾ ਇਹ ਫੋਨ, ਮੈਨੂੰ ਕਿਉਂ ਚਾਹੀਦਾ ਇਹ ਫੋਨ, ਮੈਨੂੰ ਇਸ ਲਈ ਚਾਹੀਦਾ ਹੈ ਤਾਂ ਕਿ ਮੇਰੇ ਦੋਸਤਾਂ ਕੋਲ ਫੋਨ ਹੈ ਔਰ ਮੈਂ ਸਿਰਫ ਉਹਨਾਂ ਨੂੰ ਦਿਖਾਣਾ ਕਿ ਇਹ ਫੋਨ ਮੈਂ ਵੀ ਲੈ ਸਕਦਾ, ਜਾਂ ਮੈਨੂੰ ਇਹ ਫੋਨ ਚਾਹੀਦਾ ਤਾਂ ਕਿ ਇਹ ਬਹੁਤ ਅੱਛਾ ਫੋਨ ਹੈ, ਇਸ 'ਚ ਐਪਸ ਬੜੀਆਂ ਅੱਛੀਆਂ ਆਉਂਦੀਆਂ, ਮੈਂ ਇਸ ਤੇ ਫੇਸ ਟਾਈਮ ਕਰ ਸਕਦਾ, ਆਪਣੇ ਘਰਦਿਆਂ ਨਾਲ ਜਦੋਂ ਚਾਹਾਂ ਗੱਲ ਕਰ ਸਕਦਾ, ਮੈਂ ਜਦੋਂ ਚਾਹਾਂ ਮੈਡੀਟੇਸ਼ਨ ਕਰ ਸਕਦਾ, ਮੈਂ ਕਿਤੇ ਵੀ ਬਾਹਰ ਲਵਾਂ ਮੈਂ ਕੰਮ ਕਰ ਸਕਦਾ। ਸੋ ਫਾਰਮ ਤਾਂ ਜ਼ਰੂਰੀ ਹੈ, ਬਟ ਅਸੀਂ ਫਾਰਮ ਤੋਂ ਪਹਿਲਾਂ ਅਸੀਂ ਸੋਚਾਂਗੇ ਮੈਨੂੰ ਉਹ ਚਾਹੀਦਾ। ਅਸੀਂ ਐਂਡ ਜਿੱਦਾਂ ਹਮੇਸ਼ਾ ਅਸੀਂ ਸਾਰੇ ਕਹਿੰਦੇ ਅਸੀਂ ਇੱਥੇ ਐਕਸਪੀਰੀਅੰਸ ਕਰਨ ਆਏ, ਅਨੁਭਵ ਕਰਨ ਆਏ ਆ। ਤੁਹਾਡਾ ਅਨੁਭਵ ਕੀ ਹੈ, ਤੁਸੀਂ ਕਰ ਲੈਣਾ ਹੈ, ਘਰ ਕਿਉਂ ਲੈਣਾ ਹੈ? ਘਰ ਇਸ ਲਈ ਲੈਣਾ ਹੈ ਕਿਉਂਕਿ ਮੇਰੇ ਦੋਸਤ ਨੇ ਨਵਾਂ ਘਰ ਬਣਾਇਆ ਔਰ ਮੈਨੂੰ ਉਸ ਤੋਂ ਵੱਡਾ ਘਰ ਚਾਹੀਦਾ, ਸਿਰਫ ਦਿਖਾਣ ਲਈ ਕਿ ਵੀ ਮੈਂ ਵੀ ਕਰ ਸਕਦਾ, ਇਸ ਲਈ ਮੈਂ ਘਰ ਦੀ ਐਫਰਮੇਸ਼ਨ ਪਾ ਰਿਹਾ ਔਰ ਮੈਂ ਘਰ ਮੈਨੀਫੈਸਟ ਕਰਨਾ। ਜਾਂ ਮੈਂ ਘਰ ਇਸ ਲਈ ਲੈਣਾ ਹੈ ਤਾਂ ਕਿ ਮੈਨੂੰ ਹੁਣ ਵੱਡਾ ਘਰ ਚਾਹੀਦਾ, ਤਾਂ ਕਿ ਮੇਰੀ ਹੁਣ ਫੈਮਿਲੀ ਵੱਧ ਰਹੀ ਹੈ, ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਇੰਜੋਏ ਕਰੀਏ। ਮੈਂ ਮੈਡੀਟੇਸ਼ਨ ਜਦੋਂ ਕਰਾਂ ਮੇਰੇ ਘਰ 'ਚ ਵੱਡੀ ਜਗ੍ਹਾ ਹੋਏਗੀ ਤੇ ਲੋਕੀ ਮੇਰੇ ਘਰ 'ਚ ਮੈਡੀਟੇਸ਼ਨ ਆਉਣ। ਕਾਰ ਕਿਉਂ ਲੈਣੀ ਹੈ? ਕਾਰ ਇਸ ਲਈ ਲੈਣੀ ਹੈ ਤਾਂ ਕਿ मेरे नवी कार आई है और मैं लोगों को दिखाना कि मैं कितना अमीर हाँ, या मैं इसलिए लैनी ताकि असी मैं हुण किते जा रहे मैनू कार दी आसानी है, मैनू जे मैं वड्डी कार भी लैनी है या मैं नवी लैन जो भी लैनी है ताकि मेरी फैमिली उस खुश हो सके। तुसी घर बना लिया और जे तुहानू उहदे विच घर च कोई बंदा रहन वाला ही ना हो, तुसी कल्ले हो, तुहानू उस घर दी फिर खुशी नहीं मिलेगी। तुसी फिर असी कित्थे जावांगे? फिर असी वापस घर दी चेतना ते जा रहे हैं। ਜਿਵੇਂ ਹੁਣ ਨਾਲ ਅਸੀਂ ਹਰ ਚੀਜ਼ ਜਦੋਂ ਅਸੀਂ ਬਹੁਤ ਜ਼ਿਆਦਾ ਫਾਰਮ ਸਿਰਫ ਐਂਡ ਅਸੀਂ ਉਸ ਤੇ ਸੋਚਣ ਲੱਗ ਜਾਂਦੇ ਨਾ ਕਿ ਮੈਂ ਮੰਗਣਾ ਮੈਂ ਕੀ ਲੈਣਾ ਹੈ। ਜਿੱਦਾਂ ਹੁਣ ਤੁਸੀਂ ਸਪੋਜ਼ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਰ ਜਗ੍ਹਾ ਟਰੈਵਲ ਕਰੋ, ਤੁਸੀਂ ਘੁੰਮੋ, ਤੁਸੀਂ ਮੰਗ ਕੀ ਰਹੇ ਹੋ ਕਿ ਮੈਨੂੰ ਪੈਸਾ ਹੋਰ ਚਾਹੀਦਾ। ਦੋ ਚੀਜ਼ਾਂ, ਕਿਉਂਕਿ ਹਰ ਇੱਕ ਨੂੰ, ਕਿਉਂਕਿ ਸਾਨੂੰ ਲੱਗਦਾ ਕਿ ਸ਼ਾਇਦ ਪੈਸਾ ਆਏਗਾ ਮੈਂ ਘੁੰਮਣ ਚਲਾ ਜਾਂਦਾ। ਤੁਸੀਂ ਘੁੰਮਣਾ ਚਾਹੁੰਦੇ ਹੋ, ਟਰੈਵਲ ਕਰਨਾ ਚਾਹੁੰਦੇ ਹੋ, ਪੂਰੀ ਵਰਲਡ ਤੇ ਟਰੈਵਲ ਕਰਨਾ ਚਾਹੁੰਦੇ ਹੋ, ਘੁੰਮਣਾ ਚਾਹੁੰਦੇ ਹੋ, ਪਰ ਤੁਸੀਂ ਮੰਗਿਆ ਕੀ ਹੈ ਕਿ ਮੈਨੂੰ ਪੈਸਾ ਮਿਲ ਜਾਏ। यूनिवर्स ने ਤੁਹਾਡੀ ਗੱਲ, यूनिवर्स ने ਇਹ ਨਹੀਂ ਦੇਖਣਾ ਕਿ ਤੁਸੀਂ ਕੀ ਮੰਗਿਆ, ਤੁਸੀਂ ਪੈਸਾ ਮੰਗਿਆ, ਮੈਨੀਫੈਸਟ ਕਰਕੇ ਉਹਨੇ ਤੁਹਾਨੂੰ ਪੈਸਾ ਦੇ ਦਿੱਤਾ। ਪੈਸਾ ਕਿੱਦਾਂ ਦਿੱਤਾ? ਜਾਂ ਤੁਹਾਨੂੰ ਕੋਈ ਜੌਬ ਮਿਲ ਗਈ ਜਿਸ ਨੂੰ ਪ੍ਰਮੋਸ਼ਨ ਹੋਗੀ, ਜਾਂ ਤੁਹਾਡਾ ਬਿਜ਼ਨਸ ਵਧ ਗਿਆ। ਪਰ ਜਦੋਂ ਤੁਹਾਨੂੰ ਪ੍ਰਮੋਸ਼ਨ ਹੋਈ ਜਾਂ ਬਿਜ਼ਨਸ ਵਧਿਆ, ਤੁਸੀਂ ਇੰਨੇ ਕੁ ਬਿਜ਼ੀ ਹੋ ਗਏ ਉਹ ਲਾਈਫ ਕਿ ਜਿਹੜਾ ਤੁਸੀਂ ਪਹਿਲਾਂ ਥੋੜਾ ਬਹੁਤਾ ਘੁੰਮਦੇ ਸੀ ਤੁਸੀਂ ਉਹ ਵੀ ਘੁੰਮਣਾ ਛੱਡਤਾ, ਬਿਕੋਜ਼ ਤੁਸੀਂ ਉਸ ਗੱਲ 'ਚ ਬਿਜ਼ੀ ਹੋ ਗਏ। ਤੁਹਾਨੂੰ ਪੈਸਾ ਤਾਂ ਮਿਲ ਰਿਹਾ
ਬਟ ਤੁਸੀਂ ਜੋ ਤੁਹਾਡੀ ਮੇਨ ਚਾਹ ਸੀ ਘੁੰਮਣ ਦੀ, ਤੁਸੀਂ ਉਹ ਤੁਹਾਡੀ ਜਿਹੜੀ ਜੇ ਤੁਸੀਂ ਪਹਿਲਾਂ 5% ਘੁੰਮਦੇ ਸੀ, ਹੁਣ ਤੁਸੀਂ ਬਿਲਕੁਲ ਨਹੀਂ ਘੁੰਮ ਰਹੇ, ਫਿਰ ਕੀ ਹੋਏਗਾ? ਤੁਸੀਂ ਫੇਰ ਵਾਪਸ ਘਾਟ ਦੀ ਚੇਤਨਾ ਤੇ ਆ ਜਾਓਗੇ, ਤੁਸੀਂ ਫੇਰ, ਕਿਉਂਕਿ ਤੁਸੀਂ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਪਾਓਗੇ। ਸੋ ਇਸ ਲਈ ਜਦੋਂ ਵੀ ਅਸੀਂ ਐਫਰਮੇਸ਼ਨਸ ਬਣਾਉਣੀਆਂ ਹੈ, ਅਸੀਂ ਪਹਿਲਾਂ ਉਹਦਾ ਦੇਖਣਾ ਕਿ ਮੈਨੂੰ ਚਾਹੀਦਾ ਕਿਉਂ ਹੈ। ਮੈਂ ਡਾਕਟਰ बनना है तो मैं डॉक्टर क्यों बनना है? इसलिए बनना तो क्योंकि मेरे माँ प्यो ਨੂੰ मैं प्रूव करना कि मैं डॉक्टर बन सकदा, या मैं एक्चुअल डॉक्टर बनना चाहना, ताकि मैं डॉक्टर बनांगा, मैं अपने लिए भी अच्छा कमावांगा, मैं लोगों की भी सेवा करांगा। सो क्लैरिटी होनी, फाइंड आउट वाई, करना क्यों है, क्लैरिटी ले आओ कि भी मैनू क्यों चाहिए। अगेन, एक सिर्फ हर चीज का रिजल्ट पैसा नहीं है और हर चीज वो नहीं है। जे पैसा भी लेना है तो पैसा भी भरपूर मंगो, पर सोचो उस पैसे का करना क्या। उस पैसे नाल तुसी अपना वड्डा घर लेना है, तुसी कुछ डोनेट करना है, कोई मेडिटेशन क्लासेस करानी है, या तुसी जाके किसी लोगों की हेल्प करनी है, उन्होंने सोचो। सिर्फ पैसा मांग लिया, पैसा आ गया, पर तुहाडे कोल कोई रिश्ते नहीं है, तुसी एंजॉय नहीं, फिर तुसी उस पैसे का की करोगे? सो पैसा मंगना गलत नहीं है, पर और पैसा भी जो मंगो भरपूर मंगो, क्योंकि जिन्ना तुहाडे कोल पैसा होएगा उन्ना ही असी अगे कर सके। बिकॉज जेडे स्पिरिचुअल बंदे वो पैसा बिल्कुल नहीं मंगते, वो कहते हैं जी सानू पैसा नहीं चाहिए। बट क्योंकि और फिर की होंगे जेडे वापस ऑलरेडी जेडे घाट की चेतना जो पैसा होर मैनीफेस्ट करे जा रहे, वो फिर पैसा उन्होंने कोल होर्ड हो जा रहा है, वो पैसा सर्कुलेट नहीं होंदा। और जो फिर स्पिरिचुअल बंदियां नूं पैसा चाहिए हेल्प करने लई दा मास, ते फिर वो डोनेशंस नहीं कोई देंदा। सो इसलिए पैसा भी मंगो, बट किस, अगेन मैं पहला भी कहा सी, पैसा गलत नहीं है, पैसे का यूज कितना करना है वो गलत या सही हो सकता है। पावर गलत नहीं है, पावर ਨੂੰ यूज कितना कर रहे हैं वो गलत या सही हो सकती है। सो जो भी ਅਸੀਂ ਪਹਿਲਾਂ ਮੰਗਣਾ है, उस तो पहला ਅਸੀਂ ਉਹਨੂੰ सोचना कि ਉਹਨੂੰ ਲੈਣਾ क्यों है, ਸਾਨੂੰ क्यों चाहिए है, उस तो बाद ਅਸੀਂ फॉर्म ਤੇ आना है। मैं फोन इसलिए चाहिए है क्योंकि मैं अपनी माँ बाप मॉम डैड ना किते बाहर भी होवां गल कर सका, मैं इस इत्थे एप्स यूज कर सका, मैं मेडिटेशन ए पहला होना, फिर तुसी मंगो कि हाँ मैनू आईफोन चाहिए या मैनू सैमसंग चाहिए है। बट पहला सोचो तुहानू कंटेंट वो क्यों चाहिए है। नेक्स्ट इज हमेशा असी हुन किदां बनानियां है एफर्मेशंस। हमेशा अपने जिहड़ी एफर्मेशन तुसी शेयर करोगे, आई एम तो शुरू करनी है। They said I am is the most powerful words of English language. I am सब तो ज़्यादा powerful words है। डॉक्टर वेन डायर कहते हैं कि I am ਜਿਹੜੇ words ਹੈਗੇ ਇਹ word ਇਹ ਰੱਬ ਦੇ words है। ਜਦੋਂ ਵੀ ਅਸੀਂ I am ਤੋਂ ਬਾਅਦ ਕੁਝ ਵੀ ਲਗਾਉਂਦੇ ਹਾਂ, ਸਾਡਾ ਜਿਹੜਾ सबकॉन्शियस माइंड है ਉਹ ਉਸ ਨੂੰ सच ਮੰਨਦਾ है। I am a female, मैं एक कुड़ी हाँ, मैं इन्हां दी बेटी हाँ, मैं डॉक्टर हाँ। ऑटोमैटिकली जो तुहाडा सबकॉन्शियस माइंड है उन्होंने रियलिटी मंगना शुरू करना है। सो जो भी तुसी कोई भी एफर्मेशन स्टार्ट करनी है, हमेशा आई एम तो शुरू करनी है। आई एम हैप्पी, आई एम रेडी, आई एम इनफ, जो भी है, मैं बिल्कुल तैयार हाँ, मैं खुश हाँ, हर चीज स्टार्ट फ्रॉम आई एम। सेकंड इज प्रेजेंट टेंस, हमेशा उन्होंने ए देखना कि वो तुहाडी लाइफ च हो चुकी है। आई वॉन्ट अ हाउस, ए नहीं कि मैनू घर चाहिए है, मैं उस घर च मैं उस घर च इंजॉय, मैं उस घर च खुशी नाल खाना बना रही हाँ, वो ऑलरेडी तुहाडी लाइफ वो चीज हो चुकी है। जो भी असी कोई भी एफर्मेशन देवांगे, असी मंगांगे नहीं, असी सोचांगे ऑलरेडी मेरी लाइफ च आ चुकी है और मैं उन्होंने इंजॉय कर रही हूँ। सपोज तुसी यू वांट अ कार, सो यू विल नॉट, तुसी ए नहीं बोलोगे मैनू कार चाहिए है, मैं उस कार नू बहुत खुशी नाल ड्राइव कर रहा हाँ। So already you should be, every time you should be in that present tense. Next is focus on positive. हमेशा ਉਹਦੇ ਵਿੱਚ ਜਿਹੜੀ पॉजिटिव चीज ਨੂੰ ਤੁਸੀਂ ਦੇਖਣਾ ਹੈ, नेगेटिव ਨੂੰ ਨਹੀਂ। ਹੁਣ पॉजिटिव ਕੀ ਹੈ, ਜਿੱਦਾਂ ਤੁਸੀਂ ਕਹੋਗੇ मैं साइकिल नहीं चल, ਮੈਨੂੰ ਇਸ let me tell you, ਜਿੱਦਾਂ ਮੈਨੂੰ छोटी कार नहीं चाहिए, ਅਸੀਂ ਇਹ ਬੋਲਦੇ ਮੈਨੂੰ ਛੋਟੀ ਕਾਰ ਨਹੀਂ ਚਾਹੀਦੀ, ਮੈਨੂੰ ਕਾਰ 'ਚ ਛੋਟੀ ਰਸੋਈ ਚਾਹੀਦੀ। ਅਸੀਂ ਬੋਲਾਂਗੇ I need a red big car। ਅਸੀਂ ਕਿ ਮੈਨੂੰ ਇੱਕ ਵੱਡੀ ਕਾਰ ਚਾਹੀਦੀ ਹੈ। ਜਿਹੜੀ ਚੀਜ਼ ਨਹੀਂ ਚਾਹੀਦੀ ਅਸੀਂ ਉਸ ਤੇ ਫੋਕਸ ਨਹੀਂ ਕਰਨਾ, ਜਿਹੜੀ ਚੀਜ਼ ਚਾਹੀਦੀ ਹੈ ਅਸੀਂ ਉਸ ਤੇ ਫੋਕਸ ਕਰਨਾ ਹੈ। ਮੈਨੂੰ ਕਾਰ ਮੇਰੇ ਕਾਰ 'ਚ ਵੱਡੀ ਰਸੋਈ 'ਚ ਮੈਂ ਖਾਣਾ ਬਣਾ ਰਹੀ ਹਾਂ, ਕਿਉਂਕਿ ਹਰ ਇੱਕ ਮੋਸਟਲੀ ਸਾਰੀ ਲੇਡੀਜ਼ ਨੂੰ ਹੁੰਦਾ ਕਿ ਮੈਨੂੰ ਛੋਟੀ ਰਸੋਈ ਨਹੀਂ ਚਾਹੀਦੀ। मैं उत्थे, मैं डॉक्टर नहीं बनना, नहीं मैं जो भी तुसी बनना है, मैं इंजीनियर बन के अपनी जॉब पे बैठ के काम कर रहे हैं। मैं सपोज तुहानू 9 to 5 बैठने वाली जॉब नहीं चाहिए,
ਤੁਸੀਂ ਇਹ ਨਹੀਂ ਬੋਲੋਗੇ ਮੈਨੂੰ ਜੌਬ 9 to 5 ਕਹੋਗੇ ਮੈਂ ਆਪਣੀ ਟਰੈਵਲਿੰਗ ਜੌਬ ਜਿਹੜੀ ਵੀ ਮੇਰੀ ਜੌਬ ਹੈ ਟਰੈਵਲਿੰਗ ਜੌਬ ਇੰਜੋਏ ਕਰ ਰਿਹਾ। ਸੋ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਵੇ ਨਾਲ ਦੇਖਣਾ ਹੈ। ਅਸੀਂ ਨੈਗੇਟਿਵਿਟੀ ਨੈਗੇਟਿਵ, ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਵਰਡਸ ਦੀ ਗੱਲ ਕੀਤੀ ਹੈ, ਅਸੀਂ ਸਿਰਫ ਵਰਡਸ ਨੂੰ ਚੇਂਜ ਕਰਨਾ ਹੈ। ਸੋ ਅੱਜ ਤੱਕ ਅਸੀਂ ਕੀ ਕੀਤਾ, ਜਦੋਂ ਅਸੀਂ ਸੂਟ ਵੀ ਲੈਣ ਜਾਂਦੇ ਹਾਂ ਬਾਹਰ ਮਾਰਕੀਟ 'ਚ, ਕੀ ਕਹਿੰਦੇ ਆ ਮੈਨੂੰ ਇਸ ਕੱਪੜਾ ਨਹੀਂ ਚਾਹੀਦਾ, ਮੈਨੂੰ ਇਹ ਵਾਲਾ ਸੂਟ ਨਹੀਂ ਚਾਹੀਦਾ, ਮੈਨੂੰ ਇਹ ਨਹੀਂ ਚਾਹੀਦਾ। ਅਸੀਂ ਹਮੇਸ਼ਾ ਜੋ ਨਹੀਂ ਚਾਹੀਦਾ ਉਸ ਤੇ ਫੋਕਸ ਕਰ ਰਹੇ ਹਾਂ। ਹੁਣ ਤੁਸੀਂ ਆਪਣੇ ਇਸ ਪਰਸਪੈਕਟਿਵ ਨੂੰ, ਆਪਣੇ ਇਹਦੀ ਚੀਜ਼ ਨੂੰ ਸ਼ਿਫਟ ਕਰਨਾ ਹੈ ਜੋ ਤੁਹਾਨੂੰ ਚਾਹੀਦਾ ਹੈ। ਤੁਹਾਨੂੰ ਘਰ ਕਿੱਦਾਂ ਦਾ ਚਾਹੀਦਾ ਹੈ, ਤੁਹਾਨੂੰ ਜੋ ਵੀ ਚਾਹੀਦਾ ਉਹਨੂੰ। ਐਂਡ ਅਗੇਨ ਸਿੰਪਲ, ਕੀਪ ਇਟ ਸਿੰਪਲ। ਆਪਣੇ ਸੈਂਟੈਂਸਸ ਨੂੰ ਬਹੁਤ ਛੋਟਾ ਰੱਖੋ, ਬਹੁਤ ਜ਼ਿਆਦਾ ਵਧਾਓ ਨਾ ਵੀ, ਜਿੱਦਾਂ ਜਸਟ ਆਈ ਐਮ ਰੈਡੀ, ਆਈ ਐਮ ਹੈਪੀ ਇਨ ਮਾਈ ਹਾਊਸ, ਮੈਂ ਆਪਣੇ ਘਰ 'ਚ ਖੁਸ਼ ਹਾਂ, ਮੈਂ ਬਿਲਕੁਲ ਭਰਪੂਰ ਹਾਂ। ਛੋਟੇ ਰੱਖੋ ਤੇ ਸਿੰਪਲ ਰੱਖੋ, ਬਿਕੋਜ਼ ਜੇ ਅਸੀਂ ਬਹੁਤ ਵੱਡੇ ਸੈਂਟੈਂਸਸ ਨੂੰ ਖਿੱਚ ਦਾਂਗੇ, 21 ਸੈਂਟੈਂਸ 'ਚ ਸਾਰਾ ਕੁਝ ਭਰ ਦਾਂਗੇ, ਤੇ ਤੁਹਾਡਾ ਫਿਰ ਸਬਕੌਂਸ਼ੀਅਸ ਮਾਈਂਡ ਕਨਫਿਊਜ਼ ਹੋ ਸਕਦਾ ਹੈ। ਸੋ ਹਰ ਚੀਜ਼ ਨੂੰ ਸਿੰਪਲ ਰੱਖੋ, ਔਰ ਇੱਕ ਟਾਈਮ ਤੇ 3 ਜਾਂ 5 ਤੋਂ ਐਫਰਮੇਸ਼ਨਸ ਜ਼ਿਆਦਾ ਕੰਮ ਨਾ ਕਰੋ। ਇੱਕ ਟਾਈਮ ਤੇ ਸਿਰਫ 3 ਜਾਂ 5 ਐਫਰਮੇਸ਼ਨਸ, ਬਿਕੋਜ਼ ਉਹ ਤੁਹਾਨੂੰ, ਕਿਉਂਕਿ ਤੁਸੀਂ ਬਹੁਤ ਵਾਰ ਰਿਪੀਟ ਕਰਨੀ ਹੈ, ਸਾਰਾ ਕੁਝ ਕਰਨਾ ਹੈ, ਤਾਂ ਉਹ ਤੁਸੀਂ ਜਿੰਨੀਆਂ ਛੋਟੀ ਤੇ ਸਿੰਪਲ ਰੱਖੋਗੇ ਉਹ ਤੁਹਾਡੇ ਲਈ ਉਨਾ ਈਜ਼ੀ ਹੋ ਜਾਏਗਾ। ਦੈਨ ਮੇਕ ਇਟ ਸਪੈਸੀਫਿਕ। ਹਰ ਇੱਕ ਉਹਨੂੰ ਬਹੁਤ ਸਪੈਸੀਫਿਕ ਬਣਾਓ ਕਿ ਤੁਹਾਨੂੰ ਐਗਜ਼ੈਕਟਲੀ ਕੀ ਚਾਹੀਦਾ ਹੈ। ਕਾਰ ਚਾਹੀਦੀ ਹੈ ਕਿਹੜੀ, ਯੂ ਵਾਂਟ ਅ ਰੈਡ ਪੋਰਸ਼ਾ, ਯੂ ਵਾਂਟ ਅ BMW, ਤੁਹਾਨੂੰ ਬਲੂ BMW ਚਾਹੀਦੀ ਹੈ, ਤੁਸੀਂ ਤੁਹਾਨੂੰ ਕਾਰ ਚਾਹੀਦਾ ਜਿਹੜਾ ਬੀਚ ਤੇ ਹੋ, ਮੈਨੂੰ ਬੀਚ ਵਾਲਾ ਕਾਰ ਚਾਹੀਦਾ। ਮਤਲਬ ਹਰ ਚੀਜ਼ ਜਿੰਨੀ ਸਪੈਸੀਫਿਕ, ਮੈਨੂੰ ਲਾਲ ਕਲਰ ਦੀ ਗੱਡੀ ਚਾਹੀਦੀ ਹੈ, ਜਾਂ ਮੈਨੂੰ ਗ੍ਰੀਨ ਕਲਰ ਦੀ ਹੋਂਡਾ ਚਾਹੀਦੀ ਹੈ, ਜਿਹਦੇ ਸਾਰੇ ਸਪੈਸੀਫਿਕਸ, ਹਰ ਚੀਜ਼ ਨੂੰ ਬੜੀ ਡਿਟੇਲ ਨਾਲ ਉਹਦੇ ਕੈਰੈਕਟਰਿਸਟਿਕਸ ਦੱਸੋ। ਬਿਕੋਜ਼ ਜਿੰਨਾ ਅਸੀਂ ਸਪੈਸੀਫਿਕ ਹੋਵਾਂਗੇ ਉਨਾ ਯੂਨੀਵਰਸ ਵਿਲ ਬੀ ਹੈਪੀ। ਜਿੱਦਾਂ ਮੈਂ ਪਹਿਲਾਂ ਹੀ ਗੱਲ ਕਹੀ ਸੀ ਕਿ ਮੈਨੂੰ ਪੈਸਾ ਚਾਹੀਦਾ, ਪੈਸਾ ਚਾਹੀਦਾ, ਬਟ ਕਿਉਂ ਚਾਹੀਦਾ ਉਹ ਸਪੈਸੀਫਿਕਲੀ ਕਰੋ ਕਿ I am enjoying my money on the beach, ਕਿ ਤੁਸੀਂ ਘੁੰਮਣ ਜਾ ਰਹੇ ਹੋ ਵੈਕੇਸ਼ਨ ਲਈ, ਤੁਹਾਨੂੰ ਪੈਸਾ ਹੈ। I am enjoying my vacation with extra money, ਮੈਂ ਆਪਣੀ ਛੁੱਟੀਆਂ ਨੂੰ ਐਕਸਟਰਾ ਜਿਹੜਾ ਪੈਸਾ ਹੈ ਉਹਦੇ ਨਾਲ ਇੰਜੋਏ ਕਰ ਰਹੇ ਹਾਂ। ਸੋ ਹਰ ਚੀਜ਼ ਨੂੰ ਮੇਕ ਇਟ ਵੈਰੀ ਸਪੈਸੀਫਿਕ। ਕਰੈਕਟਰਿਸਟਿਕਸ ਦੋ, ਜੇ ਤੁਸੀਂ ਗੱਡੀ ਲੈ ਰਹੇ ਹੋ, ਫੋਨ ਵੀ ਲੈ ਰਹੇ ਹੋ, ਫੋਨ ਕਿਸ ਕਲਰ ਦਾ ਲੈ ਰਹੇ ਹੋ, ਉਹਦਾ ਮਾਡਲ ਨੰਬਰ ਕੀ ਹੈ, ਬਹੁਤ ਜ਼ਿਆਦਾ ਸਪੈਸੀਫਿਕ ਚੀਜ਼ਾਂ ਨਾ ਬੋਲੋ। फिर है एड इमोशन टू एफर्मेशन। अपने इमोशन की है, एनर्जी इन मोशन, अपने हर एफर्मेशन इमोशन लेके आओ। जिदा मैं अपनी कार चलाते हुए मैं अपनी कार चलाते हुए बहुत खुश हाँ, आई एम हैप्पीली इंजॉइंग माई लाइफ, मैं अपनी लाइफ ਨੂੰ ਭਰਪੂਰਤਾ ਨਾਲ ਜੀ ਰਿਹਾ। ਜਿੰਨਾ ਤੁਸੀਂ ਉਸ 'ਚ ਇਮੋਸ਼ਨ ਪਾਓਗੇ, ਜਿੰਨਾ ਅਸੀਂ ਫੀਲ ਕਰਾਂਗੇ, ਉਨੀ ਹੀ ਜਲਦੀ ਸਾਡਾ ਸਬਕੌਂਸ਼ੀਅਸ ਮਾਈਂਡ ਤੁਹਾਡੀ ਐਫਰਮੇਸ਼ਨਸ ਤੇ ਕੰਮ ਕਰੇਗਾ। ਹੁਣ ਇਮੋਸ਼ਨਸ ਦੀ ਗੱਲ ਸੁਣੋ। ਸਪੋਜ਼ ਜੇ ਤੁਹਾਨੂੰ ਕੋਈ ਗੁੱਸਾ ਕਰਦਾ, ਰਾਈਟ, ਤੁਹਾਨੂੰ ਕਿਸੇ ਨੇ ਆ ਕੇ ਗਾਲਾਂ ਕੱਢਿਆ, ਤੁਸੀਂ ਉਸ 'ਚ ਕੋਈ ਇਮੋਸ਼ਨ ਹੀ ਨਹੀਂ ਪਾਇਆ, ਠੀਕ ਹੈ, ਉਹਨੇ ਤੁਹਾਨੂੰ ਗਾਲਾਂ ਕੱਢਿਆ, ਤੁਹਾਨੂੰ ਕੋਈ ਫਰਕ ਨਹੀਂ ਪਿਆ, ਵੀ ਤੁਹਾਨੂੰ ਉਸ 'ਚ ਕੋਈ ਇਮੋਸ਼ਨ ਨਹੀਂ ਆਇਆ, ਤੁਹਾਨੂੰ ਕੋਈ ਫਰਕ ਨਹੀਂ ਪਏਗਾ। ਪਰ ਜੇ ਕਿਸੇ ਨੇ ਤੁਹਾਨੂੰ ਉੱਚੀ ਆਵਾਜ਼ ਵਿੱਚ ਬੋਲਤੀ ਔਰ ਤੁਸੀਂ ਉਸ 'ਚ ਇਮੋਸ਼ਨ ਪਾਤਾ ਕਿ ਵੀ ਹਾਂ ਉਹਨੇ ਮੈਨੂੰ ਕਿੱਦਾਂ ਬੋਲਿਆ, ਤੁਹਾਨੂੰ ਗੁੱਸਾ ਆ ਗਿਆ, ਤੁਸੀਂ ਸਾਰੇ ਇਮੋਸ਼ਨ ਉਸ 'ਚ ਪਾਤੇ, ਤੇ ਉਹ ਜਿਹੜੀ ਛੋਟੀ ਜਿਹੀ ਗੱਲ ਵੀ ਤੁਹਾਡੇ ਕਿੰਨੇ ਦਿਨ 'ਚ ਤੁਹਾਡੇ ਦਿਮਾਗ 'ਚ ਰਹੇਗੀ। ਸੋ ਇਮੋਸ਼ਨ ਬੜੇ ਜ਼ਰੂਰੀ ਹੈ। ਤਾਂ ਸਾਰੇ ਅੱਛੇ ਇਮੋਸ਼ਨਸ ਪਾਓ, ਹੈਪੀਨੈਸ, ਜੋਏ, ਗ੍ਰੈਟਿਡ, ਸ਼ੁਕਰਾਨਾ। ਮੈਂ ਸ਼ੁਕਰਾਨੇ ਦੇ ਭਾਵ 'ਚ ਆ ਕਿ ਮੈਨੂੰ ਮੇਰਾ ਘਰ ਬਹੁਤ ਸੋਹਣਾ ਬਣ ਗਿਆ। ਜੋ ਵੀ ਹੈ, ਜਿੰਨੇ ਤੁਸੀਂ ਅੱਛੇ ਇਮੋਸ਼ਨਸ ਪਾਓਗੇ, ਬਿਕੋਜ਼ ਹਰ ਇੱਕ ਵਰਡ ਦੀ, ਮੈਂ ਫੇਰ ਹੀ ਕਿਹਾ ਸੀ, ਫ੍ਰੀਕੁਐਂਸੀ ਹੈ। ਜਿੰਨੇ ਤੁਸੀਂ ਜੋਏ, ਹੈਪੀਨੈਸ, ਪੀਸ, ਪਿਆਰ, ਸ਼ੁਕਰਾਨਾ, ਥੈਂਕਸ, ਜਿੰਨਾ ਤੁਸੀਂ ਕਰੋਗੇ, ਤੁਹਾਡੀ ਹਰ ਇੱਕ ਚੀਜ਼ ਦੀ ਫ੍ਰੀਕੁਐਂਸੀ ਵੱਧਦੀ ਜਾਏਗੀ। ਔਰ ਜਦੋਂ ਤੁਸੀਂ ਫ੍ਰੀਕੁਐਂਸੀ ਵਧਾਉਣੀ ਸ਼ੁਰੂ ਕਰੋਗੇ, ਤੁਹਾਨੂੰ ਮੈਨੀਫੈਸਟੇਸ਼ਨ, ਤੁਹਾਡੀ ਹਰ ਚੀਜ਼ ਨੂੰ ਅਟਰੈਕਟ ਕਰਨ ਦੀ ਚੀਜ਼ਾਂ ਬਹੁਤ ਬੈਟਰ ਹੋ ਜਾਣਗੀਆਂ। ਲਾਸਟ ਹੈ ਐਫਰਮੇਸ਼ਨ, ਸਿਰਫ ਤੁਹਾਡੇ ਲਈ ਹੈ, ਕਿਸੇ ਹੋਰ ਲਈ ਨਹੀਂ। ਤੁਸੀਂ ਐਫਰਮੇਸ਼ਨ ਸਿਰਫ ਆਪਣੇ ਲਈ ਕਰਨੀ ਹੈ। ਸਾਨੂੰ ਸਾਰਿਆਂ ਨੂੰ ਕੀ ਹੁੰਦਾ ਹੈ, ਮੈਂ ਆਪਣੇ ਹਸਬੈਂਡ ਦੀ ਜੌਬ ਲਈ ਐਫਰਮੇਸ਼ਨ ਕਰ ਲਾਂ, ਆਪਣੇ ਬੱਚਿਆਂ ਲਈ ਪੜ੍ਹਾਈ ਲਈ। ਅਗੇਨ ਸੇਮ ਕਨਸੈਪਟ ਹੈ, ਅਸੀਂ ਸਿਰਫ ਆਪਣੇ ਆਪ ਤੇ ਕੰਮ ਕਰਨਾ ਹੈ। ਤੁਸੀਂ ਓਵਰਆਲ ਕਹਿ ਸਕਦੇ ਹੋ ਕਿ ਮੈਂ ਆਪਣੀ ਫੈਮਿਲੀ ਦੀ ਹੈਲਥ ਲਈ ਮੈਂ ਸ਼ੁਕਰਾਨੇ ਦੇ ਭਾਵ ਜਾਂ ਆਪਣੀ ਫੈਮਿਲੀ ਦੀ ਹੈਲਥ ਲਈ, ਵੀ ਮੇਰੀ ਸਾਰੀ ਫੈਮਿਲੀ ਹੈਲਥੀ ਹੈ, ਉਹ ਵੀ ਤੁਹਾਡੀ ਐਫਰਮੇਸ਼ਨ ਹੈ। ਪਰ ਤੁਸੀਂ ਆਪਣੇ ਹਸਬੈਂਡ ਲਈ, ਆਪਣੇ ਬੱਚਿਆਂ ਲਈ, ਕਿਸੇ ਹੋਰ ਲਈ ਐਫਰਮੇਸ਼ਨਸ ਨਹੀਂ ਕਰ ਸਕਦੇ। ਤੁਸੀਂ ਸਿਰਫ ਉਹ ਆਪਣੀ ਐਫਰਮੇਸ਼ਨਸ ਆਪ ਕਰਨਗੇ, ਕਿਉਂਕਿ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ ਉਹ ਆਪ ਪ੍ਰੋਗਰਾਮ ਕਰਨਗੇ, ਤੁਸੀਂ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ ਪ੍ਰੋਗਰਾਮ ਨਹੀਂ ਕਰ ਸਕਦੇ। ਸੋ ਇਹ ਸਭ ਤੋਂ ਇੰਪੋਰਟੈਂਟ ਹੈ, ਜਦੋਂ ਵੀ ਤੁਸੀਂ ਐਫਰਮੇਸ਼ਨਸ ਕਰਨੀ, ਤੁਸੀਂ ਸਿਰਫ ਆਪਣੇ ਲਈ ਕਰਨੀ ਆ। ਅਸੀਂ ਸਿਰਫ ਆਪਣੇ ਤੇ ਕੰਮ ਕਰਨਾ ਹੈ। ਅਸੀਂ ਦੂਸਰਿਆਂ ਤੇ ਆਪਣਾ ਫੋਕਸ ਹਟਾ ਕੇ ਅਸੀਂ ਆਪਣੇ ਤੇ ਫੋਕਸ ਲੈ ਕੇ ਆਣਾ ਹੈ। ਅਸੀਂ ਪਹਿਲਾਂ ਆਪਣੀ ਫ੍ਰੀਕੁਐਂਸੀ ਰੇਜ਼ ਕਰਨੀ ਹੈ, ਸਾਰਾ ਕੁਝ ਕਰਨਾ ਹੈ। ਜੇ ਅਗਲੇ ਤੁਹਾਡੇ ਨਾਲ ਕਰਨਾ ਚਾਹੁੰਦੇ, ਉਹਨਾਂ ਨੂੰ ਟੈਕਨੀਕ ਦੱਸ ਦਿਓ, ਉਹਨਾਂ ਨੂੰ ਦੱਸੋ ਮੈਡੀਟੇਸ਼ਨ ਕਰਨੀ ਹੈ, ਤੁਸੀਂ ਗ੍ਰੈਟਿਟਿਊਡ ਚ ਲਿਆਓ, ਸਹੀ ਟੈਕਨੀਕ ਸਭ ਨੂੰ ਪਤਾ ਹੈ। ਬਟ ਤੁਸੀਂ ਉਹਨਾਂ ਲਈ ਕੁਝ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦਾ ਮਾਈਂਡਸੈਟ ਨਹੀਂ ਚੇਂਜ ਕਰ ਸਕਦੇ, ਤੁਸੀਂ ਸਿਰਫ ਆਪਣੇ ਮਾਈਂਡਸੈਟ ਤੇ ਕੰਮ ਕਰਨਾ ਹੈ। ਨੈਕਸਟ ਹੈ ਕਿ ਹੁਣ ਐਫਰਮੇਸ਼ਨ ਦਾ ਬੈਸਟ ਟਾਈਮ ਕੀ ਹੈ। ਵੈਸੇ ਤਾਂ ਐਫਰਮੇਸ਼ਨਸ ਦੇ ਸਾਰੇ ਟਾਈਮਸ ਬੈਸਟ ਹੈ। ਮੈਂ ਤਾਂ ਜਦੋਂ, ਔਰ ਮੈਂ ਜਿੰਨੀ ਫਰਸਟ੍ਰੇਟ ਹੁੰਦੀ ਹਾਂ, ਮੈਂ ਉਨੀ ਐਫਰਮੇਸ਼ਨ ਜ਼ਿਆਦਾ ਬੋਲਦੀ, ਰਿਪੀਟ ਕਰਕੇ। ਹੁਣ ਇਹਦਾ ਤੁਹਾਨੂੰ ਮੈਂ ਅਸੀਂ ਇਧਰ ਸਮਝਦੇ ਹਾਂ
ਜਿੱਦਾਂ ਹੁਣ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ, ਜਿੱਦਾਂ ਅਵਚੇਤਨ ਮਨ ਉਹ ਤੁਹਾਡਾ ਘਰ ਹੈ, ਔਰ ਜਿਹੜਾ ਤੁਹਾਡਾ ਕੌਂਸ਼ੀਅਸ ਮਾਈਂਡ ਹੈ ਉਹ ਜਿਹੜਾ ਤੁਹਾਡਾ ਜਾਗਰਤ ਮਨ ਹੈ ਉਹ ਗੇਟਕੀਪਰ ਹੈ, ਉਹ ਪਹਿਰੇਦਾਰ ਹੈ। ਹੁਣ ਜੇ ਲੌਜੀਕਲ ਮਾਈਂਡ ਜਿਹੜਾ, ਜੇ ਹੁਣ ਤੁਸੀਂ ਜਾ ਕੇ ਉਹਨੂੰ ਕਹੋਗੇ ਕਿ ਵੀ ਤੁਹਾਡੀ ਲਾਈਫ 'ਚ ਹਜੇ ਤੁਸੀਂ ਬਹੁਤ ਬਿਮਾਰ ਚੱਲ ਰਹੇ ਹੋ, ਪੈਸੇ ਦੀ ਬੜੀ ਪ੍ਰੋਬਲਮ ਹੈ, ਤੇ ਤੁਸੀਂ ਜਾ ਕੇ ਆਪਣੇ ਚੇਤਨ ਮਨ ਨੂੰ ਕਹਿੰਦੇ ਹੋ ਕਿ ਨਹੀਂ ਸਭ ਕੁਝ ਠੀਕ ਹੈ, ਬਿਲਕੁਲ ਪਰਫੈਕਟ ਚੱਲ ਰਿਹਾ, ਮੈਂ ਹੈਲਦੀ ਹਾਂ, ਮੈਂ ਬਿਲਕੁਲ ਮੇਰੇ ਕੋਲ ਐਕਸਟਰਾ ਪੈਸਾ ਹੈ, ਤੇ ਤੁਹਾਡਾ ਲੌਜੀਕਲ ਮਾਈਂਡ ਬੋਲੇਗਾ ਤੇਰਾ ਦਿਮਾਗ ਹਿਲ ਗਿਆ ਵੀ ਹੁਣੇ ਤੂੰ ਡਾਕਟਰ ਤੋਂ ਦਵਾਈ ਲੈ ਕੇ ਆ ਰਿਹਾ, ਤੇਰੇ ਹੱਥ 'ਚ ਦਵਾਈ ਹੈ, ਪੈਸੇ ਤੇ ਕੋਲ ਹੈ ਨਹੀਂ, ਤੇ ਤੂੰ ਕਿੱਦਾਂ ਕਹਿ ਰਹੇ ਕਿ ਸਭ ਕੁਝ ਠੀਕ ਹੈ। ਤੁਹਾਡਾ ਲੌਜੀਕਲ ਮਾਈਂਡ ਬੋਲੇਗਾ, ਕਿਉਂਕਿ ਤੁਹਾਡਾ ਪਹਿਰੇਦਾਰ ਨੇ ਤੁਹਾਨੂੰ ਅੰਦਰ ਜਾਣ ਨਹੀਂ ਦੇਣਾ, ਕਿ ਤੁਸੀਂ ਜਾਂ ਤੁਸੀਂ ਉਹਨੂੰ ਪ੍ਰੋਪਰ ਲੌਜਿਕ ਦਿਓ ਕਿ ਉਹ ਮੰਨ ਸਕੇ। ਪਰ ਜਦੋਂ ਲੌਜਿਕ ਜਿਹੜੇ ਅਸੀਂ ਇੰਨੇ ਦੇਰ ਦੇ ਬਲੀਫ ਸਿਸਟਮ ਬਣਾਏ ਹੋਏ, ਲੌਜੀਕਲ ਮਾਈਂਡ ਇੰਨੀ ਜਲਦੀ ਮੰਨਦਾ ਨਹੀਂ ਹੈ। ਸੋ ਫਿਰ ਕੀ ਅਸੀਂ ਕਰ ਸਕਦੇ ਹਾਂ ਕਿ ਅਸੀਂ ਉਹ ਪਹਿਰੇਦਾਰ ਤੋਂ ਅੰਦਰ, ਕਿਉਂਕਿ ਉਹ ਲੌਜੀਕਲ ਮਾਈਂਡ ਨੂੰ ਕ੍ਰਾਸ ਕਰਕੇ ਸਬਕੌਂਸ਼ੀਅਸ ਮਾਈਂਡ ਤੇ ਜਾਈਏ। ਜਦੋਂ ਦੇਖੋ ਤੁਸੀਂ ਜਾਂ ਤੁਸੀਂ ਬਾਰ-ਬਾਰ ਉਹਨੂੰ ਪਲੀਜ਼ ਕਹੀ ਜਾਓ, ਪਲੀਜ਼ 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 ਮੈਨੂੰ ਜਾਣ ਦਿਓ, ਇਰੀਟੇਟ ਹੋ ਕੇ ਬੋਲੇਗਾ ਅੱਛਾ ਜਾ ਅੰਦਰ ਜਾ। ਜਾਂ ਅਗੇਨ ਰੈਪੀਟੀਸ਼ਨ, ਅਸੀਂ ਕਿੰਨੀ ਵਾਰ ਅਸੀਂ ਹਰ ਚੀਜ਼ ਨੂੰ ਰਿਪੀਟ ਕਰੀ ਜਾਵਾਂਗੇ। ਦੂਜਾ, ਜਦੋਂ ਉਹ ਅਲਰਟ ਨਹੀਂ ਹੋਏਗਾ, ਜਦੋਂ ਉਹ ਸੋ ਜਾਏਗਾ, ਤਾਂ ਵੀ ਤੁਸੀਂ ਆਰਾਮ ਨਾਲ ਅੰਦਰ ਜਾ ਸਕਦੇ ਹੋ। ਜਿੰਨੀ ਚੋਰੀਆਂ ਹੁੰਦੀਆਂ ਉਹ ਮੋਸਟਲੀ ਕਦੋਂ ਹੁੰਦੀਆਂ, ਜਦੋਂ ਚੌਕੀਦਾਰ ਅਲਰਟ ਨਹੀਂ ਹੁੰਦਾ, ਜਾਂ ਉੱਥੇ ਨਹੀਂ ਹੁੰਦਾ, ਜਾਂ ਸੁੱਤਾ ਹੁੰਦਾ। ਤੇ ਅਸੀਂ ਉੱਥੇ ਸੇਮ ਇਸਨੂੰ ਅਸੀਂ ਸੇਮ ਕਨਸੈਪਟ ਨੂੰ ਦੇਖੀਏ, ਜਦੋਂ ਤੁਹਾਡਾ ਲੌਜੀਕਲ ਮਾਈਂਡ ਅਲਰਟ ਨਹੀਂ ਹੋਏਗਾ, ਉਦੋਂ ਤੁਸੀਂ ਆਪਣੀ ਐਫਰਮੇਸ਼ਨਸ, ਆਪਣੇ ਨਵੇਂ ਬਿਲੀਫ ਸਿਸਟਮਸ ਆਪਣੇ ਸਬਕੌਂਸ਼ੀਅਸ ਮਾਈਂਡ ਤੇ ਪਾ ਸਕਦੇ ਹੋ। ਸੋ ਫਰਸਟ, ਸਭ ਤੋਂ ਬੈਸਟ ਟਾਈਮ ਹੈ ਜਦੋਂ ਤੁਸੀਂ ਉੱਠਦੇ ਹੋ, ਜਦੋਂ ਤੁਸੀਂ ਹਜੇ ਉੱਠ ਕੇ ਬੈਠੇ ਹੋ, ਤੁਸੀਂ ਹਜੇ ਬੈੱਡ ਤੋਂ ਵੀ ਨਹੀਂ ਉੱਠੇ। ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਸਵੇਰੇ ਉੱਠਾਂਗੇ, ਅਸੀਂ ਉੱਠਦੇ ਫੋਨ ਚੈੱਕ ਨਹੀਂ ਕਰਾਂਗੇ। ਇਹ ਸਭ ਨੂੰ ਆਦਤ ਹੈ, ਔਰ ਇਹ ਸਭ ਤੋਂ ਗਲਤ ਆਦਤ ਹੈ। ਇਹਨੂੰ ਚੇਂਜ ਕਰਦੇ ਟਾਈਮ ਲੱਗੇਗਾ। ਜਦੋਂ ਤੁਸੀਂ ਸਵੇਰੇ ਉੱਠਣਾ, ਤੁਸੀਂ ਫੋਨ ਨਹੀਂ ਦੇਖਣਾ ਪਹਿਲਾਂ। ਤੁਸੀਂ ਜਦੋਂ ਸਵੇਰੇ ਉੱਠਦੇ ਹੋ, ਉੱਠ ਕੇ ਤੁਸੀਂ ਜਦੋਂ ਤੁਸੀਂ ਉੱਠਦੇ, ਤੁਹਾਡਾ ਹਜੇ ਜਿਹੜਾ ਤੁਹਾਡਾ ਜਾਗਰਿਤ ਮਨ ਹੈ ਉਹ ਹਜੇ ਅਲਰਟ ਨਹੀਂ ਹੁੰਦਾ, ਹਜੇ ਉਹ ਅੱਧੀ ਨੀਂਦ 'ਚ ਹੁੰਦਾ ਹੈ, ਅੱਧਾ ਜਾਗਿਆ ਹੁੰਦਾ ਹੈ। ਉਸ ਟਾਈਮ ਤੇ ਜਦੋਂ ਤੁਸੀਂ ਐਫਰਮੇਸ਼ਨਸ ਕਰਦੇ ਆ, ਤਾਂ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਡਾਇਰੈਕਟਲੀ ਪਹੁੰਚ ਜਾਂਦੀ ਹੈ। ਕੋਈ ਵੀ ਤੁਸੀਂ ਐਫਰਮੇਸ਼ਨ ਕਰੋਗੇ, ਤੁਸੀਂ ਸਵੇਰੇ ਉੱਠਦੇ ਹਜੇ ਤੁਸੀਂ ਬਾਥਰੂਮ ਵੀ ਨਹੀਂ ਗਏ, ਬੈੱਡ ਤੋਂ ਵੀ ਨਹੀਂ ਉਤਰੇ, ਤੁਸੀਂ ਹਜੇ ਉੱਠ ਕੇ ਬੈਠੇ ਹੋ, ਔਰ ਉਸ ਟਾਈਮ ਤੇ ਜਦੋਂ ਤੁਸੀਂ ਨਾ ਜਾਗ ਰਹੇ ਹੁੰਦੇ ਹੋ ਨਾ ਸੋ ਰਹੇ ਹੁੰਦੇ, ਤੁਸੀਂ ਹਜੇ ਸਿਰਫ, ਔਰ ਤੁਹਾਡਾ ਜਿਹੜਾ ਉਸ ਟਾਈਮ ਤੁਹਾਡਾ ਜਿਹੜਾ ਮਨ ਹੁੰਦਾ ਹੈ ਉਹ ਬਹੁਤ ਅਲਰਟ ਨਹੀਂ ਹੁੰਦਾ, ਉਹ ਬਹੁਤ ਕਹਿੰਦੇ ਨਾ ਕਿ ਅੱਧੀ ਨੀਂਦ 'ਚ ਹੈ, ਤੇ ਉਹ ਬਿਲਕੁਲ ਉਸ ਟਾਈਮ ਤੁਸੀਂ ਜੋ ਵੀ ਆਪਣੇ ਸਬਕੌਂਸ਼ੀਅਸ ਮਾਈਂਡ 'ਚ ਪਾਓਗੇ, ਉਹ ਤੁਹਾਡੇ ਐਗਜ਼ੈਕਟਲੀ ਤੁਹਾਡਾ ਸਬਕੌਂਸ਼ੀਅਸ ਮਾਈਂਡ ਉਹਨੂੰ ਬਿਲੀਫ ਸਿਸਟਮ ਬਣਾ ਲੇਗਾ। ਦੂਸਰਾ, ਬਿਲਕੁਲ ਰਾਤੀ ਸੌਣ ਤੋਂ ਪਹਿਲਾਂ, ਇਹ ਨਹੀਂ ਅੱਧਾ ਘੰਟਾ ਪਹਿਲਾਂ, ਜਦੋਂ ਤੁਸੀਂ ਆਲਮੋਸਟ ਬੈੱਡ ਤੇ ਬੈਠ ਕੇ ਤੁਹਾਡੀਆਂ ਅੱਖਾਂ ਬੰਦ ਹੋ ਰਹੀਆਂ ਹੁੰਦੀਆਂ ਨਾ, ਤੁਸੀਂ ਸੋ ਰਹੇ ਹੋ, ਤੁਸੀਂ ਉਸ ਟਾਈਮ ਤੇ ਅਗੇਨ ਜਦੋਂ ਤੁਸੀਂ ਆਪਣੀ ਐਫਰਮੇਸ਼ਨਸ ਕਰੋਗੇ, ਤੁਹਾਡੇ ਅਗੇਨ ਉਹ ਸਬਕੌਂਸ਼ੀਅਸ ਮਾਈਂਡ 'ਚ ਆਏਗਾ, ਔਰ ਤੁਹਾਡੀ ਪੂਰੀ ਰਾਤ ਉਹ ਐਫਰਮੇਸ਼ਨਸ ਤੇ ਕੰਮ ਹੋਣਗੇ, ਔਰ ਉਹ ਤੁਹਾਡੀ ਮੈਨੀਫੈਸਟੇਸ਼ਨ ਤੁਸੀਂ ਉਨੀ ਹੀ ਜਲਦੀ ਤੁਹਾਡੀ ਸੱਚਾਈ ਬਣ ਕੇ ਤੁਹਾਡੇ ਸਾਹਮਣੇ ਆ ਜਾਣਗੇ। ਸੋ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉਦੋਂ, ਕਿਉਂਕਿ ਜਦੋਂ ਸਵੇਰੇ ਉੱਠਦੇ ਤੁਸੀਂ ਕੋਈ ਥਾਟ ਪਾਤਾ, ਕਿੰਨੀ ਵਾਰ ਦੇਖੋਗੇ ਸਵੇਰੇ ਉੱਠੇ ਤੁਹਾਨੂੰ ਕੋਈ ਚੀਜ਼ ਤੁਹਾਡੇ ਦਿਮਾਗ 'ਚ ਆ ਜਾਏ, ਤੁਹਾਨੂੰ ਕੋਈ ਬੁਰੀ ਲੱਗ ਜਾਏ, ਕਹਿੰਦੇ ਮੇਰਾ ਪੂਰਾ ਦਿਨ ਖਰਾਬ ਹੋ ਗਿਆ, ਮੈਂ ਸਵੇਰੇ ਉਹ ਮੇਰੇ ਨਾਲ ਹੋ ਗਿਆ, ਰਾਈਟ। ਉਹੀ ਕਨਸੈਪਟ ਹੈ। ਤੁਸੀਂ ਸਵੇਰੇ ਉੱਠਦੇ ਬਿਨਾਂ ਹਜੇ ਤੁਸੀਂ ਬੈੱਡ ਤੋਂ ਥੱਲੇ ਵੀ ਉਤਰੇ, ਤੁਸੀਂ ਉਸ ਟਾਈਮ ਤੇ ਕੋਈ ਥਾਟ, ਆਪਣੀ ਐਫਰਮੇਸ਼ਨ ਆਪਣੇ ਦਿਮਾਗ 'ਚ ਪਾਤੀਆਂ, ਤੇ ਉਹ ਪੂਰਾ ਦਿਨ ਤੁਹਾਡੀ ਐਫਰਮੇਸ਼ਨ ਚੱਲਣਗੇ। ਫਿਰ ਉਹੀ ਚੀਜ਼ ਤੁਸੀਂ ਰਾਤ ਸੌਣ ਤੋਂ ਪਹਿਲਾਂ ਰਿਪੀਟ ਕਰਤੀ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ, ਫਿਰ ਉਹੀ ਤੁਸੀਂ ਰੀਪ੍ਰੋਗਰਾਮ ਕੀਤਾ, ਤੇ ਉਹ ਪੂਰੀ ਰਾਤ ਉਹ ਐਫਰਮੇਸ਼ਨ ਤੁਹਾਡੇ ਚੱਲਣਗੇ, ਔਰ ਧੀਰੇ ਧੀਰੇ ਉਹ ਤੁਹਾਡਾ ਬਿਲੀਫ ਸਿਸਟਮ ਬਣ ਜਾਏਗਾ ਕਿ ਮੈਂ ਰੈਡੀ ਹਾਂ, ਮੈਂ ਡਿਜ਼ਰਵ ਕਰਦੀ ਹਾਂ। ਜੋ ਵੀ ਤੁਸੀਂ ਮੈਨੀਫੈਸਟ ਕਰਨਾ, ਜੋ ਵੀ ਤੁਹਾਡਾ ਐਫਰਮੇਸ਼ਨਸ ਹੈ, ਉਹ ਧੀਰੇ ਧੀਰੇ ਯੂਨੀਵਰਸ ਫਿਰ ਉਸ ਚੀਜ਼ ਤੇ ਕੰਮ ਕਰਨਾ ਸ਼ੁਰੂ ਕਰ ਦੇਗਾ। ਤੁਹਾਡਾ ਈਵਨ ਲੌਜੀਕਲ ਮਾਈਂਡ ਵੀ ਕਹਿੰਦੇ, ਜਦੋਂ ਵੀ ਤੁਸੀਂ ਕੋਈ ਚੀਜ਼ ਆਪਣੇ ਮਾਈਂਡ ਤੋਂ ਪੁੱਛੋਗੇ, ਉਹ ਹਮੇਸ਼ਾ ਮਨਾ ਕਰੇਗਾ। ਜੇ ਤੁਹਾਨੂੰ ਤੁਹਾਡੇ ਦਿਲ 'ਚ ਹੈ ਕਿ ਤੁਸੀਂ ਕਿਤੇ ਘੁੰਮਣ ਜਾਣਾ ਹੈ, ਆਪਣੇ ਮਾਈਂਡ ਨੂੰ ਕਮਾਂਡ ਕਰੋ ਕਿ ਮਾਈਂਡ ਮੈਂ ਘੁੰਮਣ ਜਾਣਾ, ਫਿਰ ਤੁਹਾਡਾ ਮਾਈਂਡ ਉਸ ਚੀਜ਼ ਨੂੰ ਦੇਖੇਗਾ ਕਿ ਕਿੱਦਾਂ ਉਹਨੂੰ ਮੈਂ ਅਟਰੈਕਟ ਕਰਾਂ, ਮੈਂ ਕਿੱਦਾਂ ਉਹਨੂੰ ਰਿਐਲਿਟੀਆਂ ਨੂੰ ਮੈਂ ਸੱਚ ਕਿੱਦਾਂ ਕਰਾਂ। ਤੁਸੀਂ ਪੁੱਛੋਗੇ ਮਾਈਂਡ ਮੈਂ ਵਕੇਸ਼ਨ ਤੇ ਚਲੀ ਜਾਵਾਂ, ਉਹ ਬੋਲੇਗਾ ਕਿੱਦਾਂ ਚਲੀ ਜਾਏਂਗੀ, ਪੈਸਾ ਤੇਰੇ ਕੋਲ ਹੈ ਨਹੀਂ, ਕੋਰੋਨਾ ਆ ਰੱਖਿਆ, ਹਰ ਚੀਜ਼ ਨੂੰ ਫਿਰ ਤੁਹਾਡਾ ਮਾਈਂਡ ਹਰ ਚੀਜ਼ ਦੇ ਲੌਜਿਕ ਦੇਣਾ ਸ਼ੁਰੂ ਕਰ ਦੇਗਾ, ਬਿਕੋਜ਼ ਅਸੀਂ ਹਰ ਚੀਜ਼ ਆਪਣੀ ਲੌਜੀਕਲ ਮਾਈਂਡ ਨਾਲ ਗੱਲ ਕਰਦੇ ਹਾਂ। ਸਬਕੌਂਸ਼ੀਅਸ ਮਾਈਂਡ ਸਾਡੇ ਪਿੱਛੇ ਹੈ। ਸੋ ਇਸ ਲਈ ਹਮੇਸ਼ਾ ਜਦੋਂ ਵੀ ਜੇ ਤੁਸੀਂ ਰਾਤ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਪਹਿਲਾਂ ਤੁਸੀਂ ਆਪਣੇ ਐਫਰਮੇਸ਼ਨਸ ਨੂੰ, ਆਪਣੇ ਮਾਈਂਡ ਨੂੰ ਰੀਪ੍ਰੋਗਰਾਮ ਕਰਦੇ ਹੋ। ਔਰ ਸਭ ਤੋਂ ਵੱਡਾ ਜਿਹੜਾ ਪਾਵਰਫੁਲ ਹੈ ਮੈਡੀਟੇਸ਼ਨ ਤੋਂ ਬਾਅਦ, ਜਦੋਂ ਤੁਸੀਂ ਮੈਡੀਟੇਸ਼ਨ ਕਰਕੇ ਹਟਦੇ ਹੋ, ਤੁਸੀਂ ਹਮੇਸ਼ਾ ਇੱਕ ਤੁਹਾਡੀ ਫ੍ਰੀਕੁਐਂਸੀ ਬੜੀ ਹੈ, ਤੁਹਾਡਾ ਮਾਈਂਡ ਬੜਾ ਰਿਲੈਕਸ ਹੋਇਆ ਹੁੰਦਾ ਹੈ, ਤੁਸੀਂ ਇੱਕ ਅਲੱਗ ਲੈਵਲ ਤੇ ਹੁੰਦੇ ਹੋ। ਉਸ ਟਾਈਮ ਤੇ ਵੀ ਤੁਸੀਂ ਮੈਡੀਟੇਸ਼ਨ ਦੇ ਵਿੱਚ ਨਹੀਂ, ਮੈਡੀਟੇਸ਼ਨ ਤੋਂ ਬਾਅਦ, ਕਿਉਂਕਿ ਮੈਡੀਟੇਸ਼ਨ 'ਚ ਅਸੀਂ ਸਿਰਫ ਆਪਣੇ ਸਵਾਸਾਂ ਤੇ ਧਿਆਨ ਦੇਣਾ, ਉਸ 'ਚ ਅਸੀਂ ਕੋਈ ਐਫਰਮੇਸ਼ਨ ਜਾਂ ਕੁਝ ਨਹੀਂ ਕਰਨੀਆਂ। ਤੁਸੀਂ ਮੈਡੀਟੇਸ਼ਨ ਖਤਮ ਕਰ ਦਿਓ, 5 ਮਿੰਟ ਆਪਣੀ 2 ਮਿੰਟ ਜਾਂ 2-3 ਮਿੰਟ ਹੀ ਲੱਗਦੇ ਆ, ਬੈਠ ਕੇ ਆਪਣੀ ਐਫਰਮੇਸ਼ਨਸ ਰਿਪੀਟ ਕਰੋ, ਕਿਉਂਕਿ ਉਸ ਟਾਈਮ ਤੇ ਤੁਹਾਡਾ ਤੁਸੀਂ ਆਲਰੇਡੀ ਬੜੀ ਹਾਈ ਫ੍ਰੀਕੁਐਂਸੀ ਤੇ ਹੋ, ਤੁਸੀਂ ਸ਼ੁਕਰਾਨੇ ਦੇ ਭਾਵ ਤੇ ਹੋ, ਤੁਹਾਡਾ ਸਬਕੌਂਸ਼ੀਅਸ ਮਾਈਂਡ ਬੜੀ ਜਲਦੀ ਚੀਜ਼ਾਂ ਨੂੰ ਫੜਦਾ ਹੈ। ਸੋ 3 ਬੈਸਟ ਟਾਈਮ ਜਿਹੜੇ ਹੈ
ਸਵੇਰੇ ਜਦੋਂ ਉੱਠਣ ਤੋਂ ਪਹਿਲਾਂ, ਜਦੋਂ ਤੁਸੀਂ ਉੱਠਦੇ ਹੀ ਉੱਠਦੇ ਹੋ, ਸੌਣ ਤੋਂ ਇੱਕਦਮ ਸੌਣ ਤੋਂ ਪਹਿਲਾਂ ਤੇ ਮੈਡੀਟੇਸ਼ਨ। ਔਰ ਆਪਾਂ ਇਹਨੂੰ, ਔਰ ਜਦੋਂ ਅਸੀਂ ਉੱਠਾਂਗੇ ਪਹਿਲਾਂ ਅਸੀਂ ਸ਼ੁਕਰਾਨਾ ਕਰਾਂਗੇ। ਜਦੋਂ ਅਸੀਂ ਉੱਠਦੇ ਹਾਂ, ਐਫਰਮੇਸ਼ਨਸ ਨਹੀਂ, ਤੁਸੀਂ ਆਪਣੇ ਸ਼ੁਕਰਾਨਾ ਕਰੋ, ਆਪਣੇ ਰੱਬ ਨੂੰ ਸ਼ੁਕਰਾਨਾ ਕਰੋ, ਜੋ ਵੀ ਤੁਸੀਂ ਉਹ, ਕਿਉਂਕਿ ਤੁਸੀਂ ਜਦੋਂ ਤੁਸੀਂ ਸ਼ੁਕਰਾਨਾ ਕਰਦੇ ਹੋ, ਗ੍ਰੈਟਿਟਿਊਡ ਕਰਦੇ ਹੋ, ਤੁਸੀਂ ਆਲਰੇਡੀ ਰਿਸੀਵਿੰਗ ਮੋਡ 'ਚ ਆ ਜਾਂਦੇ ਹੋ, ਤੁਸੀਂ ਉਸ ਚੀਜ਼ ਨੂੰ ਰਿਸੀਵ ਕਰਨ ਦੇ ਮੋਡ 'ਚ ਆ ਗਏ ਹੋ। ਤੁਸੀਂ ਸ਼ੁਕਰਾਨੇ, ਤੁਸੀਂ ਆਲਰੇਡੀ ਰਿਸੀਵਿੰਗ ਮੋਡ 'ਚ ਹੋ। ਯੂਨੀਵਰਸ ਇਹ ਲਾਅ ਹੈ ਕਿ ਜਦੋਂ ਤੁਸੀਂ ਗ੍ਰੈਟਿਟਿਊਡ ਕਰਦੇ ਹੋ, ਯੂ ਆਰ ਇਨ ਦ ਰਿਸੀਵਿੰਗ ਮੋਡ। ਜਦੋਂ ਤੁਸੀਂ ਸ਼ੁਕਰਾਨੇ ਦੇ ਭਾਵ 'ਚ ਹੋ, ਤੁਸੀਂ ਆਲਰੇਡੀ ਲੈਣ ਦੇ ਉਹਦੇ ਫ੍ਰੀਕੁਐਂਸੀ 'ਚ ਆ ਗਏ ਹੋ ਕਿ ਤੁਸੀਂ ਰਿਸੀਵ ਕਰਨੀ ਹੈ ਹਰ ਚੀਜ਼ ਨੂੰ। ਸੋ ਸ਼ੁਕਰਾਨਾ ਕਰੋ, ਉਸ ਤੋਂ ਬਾਅਦ ਆਪਣੀ ਐਫਰਮੇਸ਼ਨਸ ਨੂੰ ਰਿਪੀਟ ਕਰੋ। ਰਾਤੀ ਸੌਣ ਤੋਂ ਪਹਿਲਾਂ ਵੀ ਆਪਣਾ ਸ਼ੁਕਰਾਨਾ ਕਰੋ ਕਿ ਪੂਰੇ ਦਿਨ ਦਾ, ਉਹ ਜਿਹੜਾ ਅਗਰ ਮੈਂ ਮੈਜਿਕ ਰੌਕ ਦੱਸਿਆ ਸੀ, ਉਹ ਫੜ ਕੇ ਆਪਣੇ ਪੂਰੇ ਦਿਨ ਦਾ ਜੋ ਵੀ ਤੁਹਾਡਾ ਹੈ ਉਹਨੂੰ ਸ਼ੁਕਰਾਨਾ ਕਰੋ, ਆਪਣਾ ਸਭ ਕੁਝ ਕਰੋ। ਉਸ ਤੋਂ ਬਾਅਦ ਤੁਸੀਂ ਫਿਰ ਆਪਣੀ ਐਫਰਮੇਸ਼ਨਸ ਨੂੰ ਰਿਪੀਟ ਕਰੋ। ਮੈਡੀਟੇਸ਼ਨ ਤੋਂ ਬਾਅਦ ਵੀ ਤੁਸੀਂ ਪਹਿਲਾਂ ਤਾਂ ਸ਼ੁਕਰਾਨਾ, ਤੁਸੀਂ ਮੈਡੀਟੇਸ਼ਨ ਤੇ ਬੈਠੇ ਹੋਗੇ, ਤੁਹਾਨੂੰ ਉਹਦੇ ਲਈ ਵੀ ਬਹੁਤ ਵੱਡਾ ਸ਼ੁਕਰਾਨਾ ਹੈ, ਤੁਸੀਂ ਆਲਰੇਡੀ, ਐਂਡ ਉਸ ਤੋਂ ਬਾਅਦ ਆਪਣੀ ਐਫਰਮੇਸ਼ਨਸ ਰਿਪੀਟ ਕਰੋ। ਬਾਕੀ ਤੁਸੀਂ ਪੂਰਾ ਦਿਨ ਵੀ ਆਪਣੀ ਐਫਰਮੇਸ਼ਨ ਰਿਪੀਟ ਕਰ ਸਕਦੇ ਹੋ। ਇਹ ਤਾਂ ਟਾਈਮ, ਇਹ ਤਾਂ ਜ਼ਰੂਰ ਹੈ ਹੀ ਹੈ। ਉਸ ਤੋਂ ਬਾਅਦ ਜਦੋਂ ਤੁਹਾਨੂੰ ਟਾਈਮ ਮਿਲਦਾ ਹੈ, ਮੈਂ ਆਪਣੇ ਫ੍ਰਿਜ ਦੇ ਉੱਪਰ, ਆਪਣੇ ਬਾਥਰੂਮ ਦੇ ਡੋਰ ਦੇ ਉੱਪਰ, ਸ਼ੀਸ਼ੇ ਦੇ ਉੱਪਰ ਐਫਰਮੇਸ਼ਨਸ ਲਿਖ ਕੇ ਲਗਾਈਆਂ ਹੋਈਆਂ। ਜਦੋਂ ਤੁਸੀਂ ਬਾਥਰੂਮ ਤੇ ਜਾਓ, ਤੁਸੀਂ ਆਪਣਾ ਹੱਥ ਧੋ ਰਹੇ ਹੋ, ਤੁਹਾਨੂੰ ਐਫਰਮੇਸ਼ਨਸ ਰਿਪੀਟ ਕਰੋ। ਜਦੋਂ ਤੁਹਾਨੂੰ ਯਾਦ ਹੋ ਜਾਏ, ਤੁਸੀਂ ਫਿਰ ਗੱਡੀ ਚਲਾਉਂਦੇ ਹੋਏ ਰਿਪੀਟ ਕਰੋ। ਔਰ ਮੈਂ ਜਦੋਂ ਬਹੁਤ ਫਰਸਟ੍ਰੇਟ ਹੋ ਜਾਂਦੀ ਹਾਂ, ਲੋਕੀ ਕਹਿੰਦੇ ਕਿ ਬਹੁਤ ਲੋਕੀ ਕਹਿੰਦੇ ਫਰਸਟ੍ਰੇਸ਼ਨਸ ਨਹੀਂ ਕਰਨੀਆਂ ਚਾਹੀਦੀਆਂ, ਜਿੰਨੀਆਂ ਫਰਸਟ੍ਰੇਟ ਮੈਂ ਹੁੰਦੀ ਹਾਂ, ਮੈਂ ਉਨੀਆਂ ਆਪਣੀ ਐਫਰਮੇਸ਼ਨਸ ਰਿਪੀਟ ਕਰਦੀ ਹਾਂ। ਔਰ ਜੇ ਤੁਸੀਂ ਐਫਰਮੇਸ਼ਨਸ ਲਿਖ ਵੀ ਸਕਦੇ ਹੋ, ਉਹ ਵੀ ਬਹੁਤ ਅੱਛਾ, ਕਿਉਂਕਿ ਤੁਸੀਂ ਲਿਖਦੇ ਹੋ ਤਾਂ ਵੀ ਤੁਹਾਡਾ ਸਬਕੌਂਸ਼ੀਅਸ ਮਾਈਂਡ ਉਸ ਚੀਜ਼ ਨੂੰ ਬੜੀ ਜਲਦੀ ਫੜਦਾ ਹੈ। ਸੋ ਔਰ ਹਮੇਸ਼ਾ ਜਦੋਂ ਵੀ ਅਸੀਂ ਐਫਰਮੇਸ਼ਨਸ ਲਿਖਣੀਆਂ ਸ਼ੁਰੂ ਕਰਨੀ ਹੈ, ਅਸੀਂ ਮਿਰੈਕੁਲਸ ਥਿੰਕਿੰਗ ਤੋਂ ਕਰਨੀ ਹੈ। ਅਸੀਂ ਇਹ ਨਹੀਂ ਸੋਚਣਾ ਚਲੋ ਮੈਂ ਟਰਾਈ ਕਰਦੀ ਹਾਂ 2-3 ਦਿਨ ਐਂਡ ਫਿਰ ਦੇਖਾਂਗੇ। ਜਦੋਂ ਤੁਸੀਂ ਆਪਣੀ ਐਫਰਮੇਸ਼ਨਸ ਬਣਾਓਗੇ ਅੱਜ, ਮਿਰੈਕੁਲਸ ਥਿੰਕਿੰਗ ਤੋਂ ਬਣਾਣੀ है कि ਇਹ ਐਫਰਮੇਸ਼ਨਸ ਨੇ ਆਲਰੇਡੀ ਕੰਮ ਸ਼ੁਰੂ ਕਰਤਾ ਹੈ। ਮੈਂ ਆਲਰੇਡੀ ਉਸ ਜੋ ਵੀ ਤੁਸੀਂ ਤੁਹਾਡਾ ਗੋਲ ਹੈ, ਕਾਰ ਹੈ, ਮੈਨੀਫੈਸਟੇਸ਼ਨ, ਜੋ ਵੀ ਤੁਹਾਡਾ ਗੋਲ ਹੈ, ਉਹ ਆਲਰੇਡੀ ਤੁਹਾਡੇ ਕੋਲ ਆ ਰਿਹਾ ਹੈ। ਯੂ ਹੈਵ ਆਲਰੇਡੀ, ਉਹ ਯੂਨੀਵਰਸ ਨੇ ਇਸ, ਤੁਸੀਂ ਉਹਦੇ ਨਾਲ ਮਿਰੈਕਲਸ ਨਾਲ ਮੰਨਾ ਕਿ ਉਹ ਆ ਗਿਆ ਹੈ, ਯੂਨੀਵਰਸ ਨੇ ਉਸ ਤੇ ਕੰਮ ਕਰਨਾ ਆਲਰੇਡੀ ਸ਼ੁਰੂ ਕਰਤਾ ਹੈ। So you have to, whenever you make affirmations, make in miraculous thinking, because end ਸਾਡਾ ਸਭ ਦਾ ਪੋਜ਼ਿਟਿਵ ਮਾਈਂਡ ਸਿਰਫ ਮਿਰਾਕੁਲਸ ਹੈ। ਅਸੀਂ ਸਭ ਦਾ ਗੋਲ ਹੈ ਕਿ ਅਸੀਂ ਹਮੇਸ਼ਾ ਮਿਰਾਕੁਲਸ ਥਿੰਕਿੰਗ ਤੇ ਰਹਿਣਾ ਹੈ ਔਰ ਉਸ ਫ੍ਰੀਕੁਐਂਸੀ ਤੇ ਰਹਿਣਾ ਹੈ। ਸੋ ਅੱਜ ਲਈ ਇੰਨਾ ਹੀ ਹੈ। ਜੇ ਕਿਸੇ ਨੂੰ ਹੁਣ ਕੋਈ ਵੀ ਐਫਰਮੇਸ਼ਨਸ ਤੇ ਕੁਐਸਚਨਸ ਹੈ, ਤਾਂ ਹੀ ਮੈਂ ਥੋੜਾ ਜਲਦੀ ਖਤਮ ਕੀਤਾ ਕਿ ਤਾਂ ਕਿ ਤੁਸੀਂ ਆਪਣੇ ਕੁਐਸਚਨਸ ਕਰ ਸਕੋ ਐਫਰਮੇਸ਼ਨਸ ਦੇ, ਜੇ ਕਿਸੇ ਨੂੰ ਕੋਈ ਹੈ ਤੇ ਅਸੀਂ ਉਸ ਬਾਰੇ ਗੱਲ ਕਰ ਸਕੀਏ। ਥੈਂਕ ਯੂ। हेलो। हाँ जी मैम। हेलो। हाँ जी मैम, नमस्कार मैम, सभी को मेरा प्रणाम। मैंने ये पूछना था मैम, जैसे कल आपने क्रिस्टल के बारे में बताया था कि क्रिस्टल को पकड़ के भी हम कर सकते हैं, तो वो पकड़ के क्या बोलना है उसके बारे में मैं आपसे, कल हम इस बारे में बात करेंगे जब हम टूल्स ऑफ करेंगे। क्रिस्टल में कुछ, जब आप मेडिटेशन भी करते हो, अगेन आपको डिपेंड होना चाहिए आपको क्रिस्टल, क्योंकि क्रिस्टल बहुत वास्ट सब्जेक्ट है। जैसे अब मेरे पास अभी भी क्रिस्टल पड़ा है, बट अगर आपको क्रिस्टल की नॉलेज नहीं है तो आपको क्रिस्टल गलत जगह पे भी जा सकता है। क्योंकि हर क्रिस्टल कई बार सूट नहीं करता, कुछ नहीं करता। बट कल मैं आपको 2-3 क्रिस्टल्स के नाम बताऊंगी, अगर आपने क्रिस्टल्स यूज करने हैं तो कौन से क्रिस्टल्स जो अबंडेंस में यूज होते हैं, अबंडेंस के लिए। बट जनरली लोग क्या करते हैं, मैं क्रिस्टल के करते हूँ, मेरा भी एक क्रिस्टल, इसको मैंने ऑलरेडी ट्यून इन कर रखा है अपनी उससे, क्योंकि आपको पहले क्रिस्टल्स ट्यून इन करने होते हैं, क्योंकि उनकी एनर्जीज डिफरेंट होती है। नॉलेज नहीं है ना, नॉलेज। हाँ, तो वो ये ना कि बिना नॉलेज के हर चीज खराब है। बट अगर आपके पास कोई क्रिस्टल है, आपको कुछ नॉलेज है, तो उसको अगर आप मेडिटेशन के टाइम पे भी करते हो, बिकॉज इनकी भी अलग फ्रीक्वेंसीज है। ये हर चीज, जैसे हम, ये टूल है, जैसे पिरामिड एक टूल है, ये भी एक टूल है। ये आपकी हर चीज को कहते हैं ना मैनिफेस्ट करने में और और बढ़ा देगा। पर अभी क्रिस्टल्स, मैं वही कह रही हूँ, अगर वो करें जिनको थोड़ी नॉलेज है, अगर नॉलेज नहीं है तो फिर फायदे ज्यादा नुकसान ज्यादा होएगा। नहीं, जो चीज सच है, क्योंकि अभी भी क्रिस्टल्स, मैंने भी रिसेंटली काम करना शुरू किया, मैं भी उस पे कोर्स कर रही हूँ। तो जैसे मेरे को पूरा कोर्स हो जाएगा तो मैं जरूर आप लोगों को आके उसके आपके लिए शेयर करूंगी। बट जब तक मैं उसको 100% एक्सपीरियंस नहीं करती, आई डोंट गो एंड शेयर दैट, क्योंकि मुझे लगता है सिर्फ ये चीजों को तो मैंने जिया हुआ है। सो मैं आपसे 100% बात कर रही हूँ। क्रिस्टल्स मैं यूज करती हूँ, बट मैं उसमें उतनी अभी डेप्थ, क्योंकि मैं खुद उस पर पूरा सर्टिफाइड कोर्स कर रही हूँ। पर जब वो मैं 100% कर लूंगी, फिर मैं आके इसके बारे में शेयर करूंगी। अभी आई डोंट वांट टू गिव यू हाफ इंफॉर्मेशन, उसमें आपको भी प्रॉब्लम हो जाए और मैं आपको गलत क्यों कर दूं, बिकॉज़ क्रिस्टल वैसे बहुत रख सकते हैं, वैसे रख सकते हैं, पीछे पड़े हैं जैसे
बेड पे पड़े हैं, वो तो कोई प्रॉब्लम नहीं है। आप देखो क्रिस्टल की बात नहीं, इवन रॉक्स में वही फ्रीक्वेंसी है। वो कल मैंने जो आपको मैजिक रॉक के बारे में बताया था, वो एक पत्थर है, पर हम पत्थर को उसमें वाइब्रेशन में ट्यून इन कर रहे हैं कि भी जब भी मैं उसको बोल रही हूँ, उसको देख के मैं उस पे शुक्राना कर रही हूँ, तो वो एक पत्थर भी पावरफुल बन जाता है। अब ठीक कहते है, हैं मैं ना भगवान की समझी। मूर्ति क्या है, हम उस पर इतनी उस पर श्रद्धा डालते हैं कि हम उसको भगवान बना देते हैं। दिस इज व्हाट इज। तो अगर आपको लगता है कि आपको, अगर आपके सिर्फ माइंड को लगता है कि आपको कुछ चाहिए हाथ में पकड़ने के लिए, जिससे मुझे अभी मैंने आपको कल स्टोरी क्या बताई थी कि उसने एक पत्थर से ही अपने बेटे का कैंसर ठीक कर दिया, क्योंकि वो उसका फेथ बड़ा स्ट्रांग था। तो आप कुछ भी कर लो, कोई भी चीज ले लो जो बल्कि सॉफ्ट हो, तो अगर हाथ में पकड़े आपको वो ना लगे। अगर मेडिटेशन में बैठ के पकड़ के बैठो तो अगर वो थोड़ा चुभेगा तो आपका ध्यान नहीं। सो सॉफ्ट कोई भी, अगर आपको कोई भी पत्थर मेडिटेशन मिलता में है मैम सॉफ्ट नहीं मिलता है, बैठ सकती, मैं लेके नहीं बैठ सकती, तो क्योंकि अपने मैं आसपास रख लो। सिंपल रात को बैठना सोने से चाहती हूँ। पहले, रात को सोने से पहले उसको मैजिक रॉक को करो, बिकॉज वो बहुत अच्छी प्रैक्टिस है। बल्कि आपको देख आपके बच्चे भी करना शुरू कर देंगे, क्योंकि मेरे मैंने बच्चों ने लिखना ऐसे शुरू स्टार्ट किया। कर दिया है, मैंने लिखना स्टार्ट किया है, मतलब कल से रात बस से आज मैंने आपको मैंने फाइल को इन्फॉर्मेशन बता दी है कि किस टाइम पे करनी है, वो टाइम पे करो। और जब भी आपको आता है, अगर कभी गुस्सा भी आ गया, इन्फॉर्मेशन शुरू कर दो, आपका गुस्सा एकदम में चेंज होना शुरू हो जाएगा। कोई भी, क्योंकि सिचुएशंस तो आनी है, ये तो है नहीं कि अब आप आगे हो, आपने बंडन्स कर लिया तो बाबा जी ने कहना कि नहीं जी बिल्कुल अब बिल्कुल परफेक्ट जाना है। सो हर बस वक्त आपको जब भी होता है आप इन्फॉर्मेशन करो, और ये 3 टाइम इन्फॉर्मेशन जरूर करो। और बाकी अब मैंने अपने वर्ड्स पे ध्यान दो, शुक्राने पे रहो, एवरीथिंग विल बी परफेक्ट। मैम जैसे कोई आदत को हमने काफी टाइम से आदत है, उसको हमने कर छोड़ना है, तो हम क्या वर्ड्स बोलेंगे, पर्टिकुलर क्या मतलब बोलेंगे जो भी एग्जैक्टली? आपकी आदत है, अगर आपने जो भी करना, सपोज अगर आपको खाने की आदत है, वट एवर, आई मीन आई हैव नो आइडिया। सो अगर आप अनहेल्दी खा रहे हो, ठीक है, आप सपोज बहुत अनहेल्दी खाते हो, आई एम ईटिंग हेल्दी फूड, मैं हेल्दी फूड खा रही हूँ और वो हेल्दी फूड मेरी बॉडी को नरिश कर रहा है। सो जो भी आपको चाहिए, आपने उसको ये नहीं कहना कि मुझे चाहिए, वो ऑलरेडी आपकी लाइफ में आ चुका है, इट्स ऑलरेडी इन देयर इन योर लाइफ, वो आपकी प्रेजेंटेशन में है। सपोज अगर आपने खाने की हैबिट ही छोड़नी है, आपने अनहेल्दी जंक फूड छोड़ना है, मैं हेल्दी खाना खा रही हूँ और वो मेरी बॉडी को नरिश कर रहा है, ये नहीं कि मैं हेल्दी खाना खाना शुरू करूंगी, मैं ऑलरेडी उस हेल्दी खाने में खा रही हूँ और वो ऑलरेडी मेरी बॉडी को नरिश या मेरी बॉडी को हेल्दी बना रहा है। बिकॉज दिस इज हाउ योर माइंड विल ऑलरेडी। कल मैं बात करूंगी विजुअलाइजेशन पे कि हम इसको विजुअलाइज कैसे करेंगे, कि जो हम बोल रहे हैं उनको हम ऑलरेडी विजुअलाइज कर रहे हैं, कि वो ऑलरेडी एक पिक्चर बना रहे हैं। तो उससे आपकी चीजों का प्रोसेस अगर अभी 80% है तो वो डायरेक्टली 100% पे आ जाएगा। सो जो भी आपकी लाइफ में चाहिए उसको ये मैम जैसे विजुअलाइजेशन भी करनी है, तो वो हम्म। ध्यान में तो नहीं करनी मैम, आगे पीछे करनी है तो मैं बैठकर। कल इस पे पूरा टॉपिक, हम कल इस पे बात करेंगे, विजुअलाइजेशन पे भी कल बात करेंगे। बट अभी तक आपने जो भी आज अपनी इन्फॉर्मेशन लिखनी है, वो आपने सिर्फ प्रेजेंट टेंस में, कि ऑलरेडी आपकी लाइफ में हो रही है, और उन पे काम करना शुरू करो। ठीक है मैम, थैंक यू वेरी थैंक मच मैम, यू। थैंक थैंक यू यू। सबका। हाँ जी मैम, सत श्री अकाल मैम। ਤੁਹਾਡੀ आवाज बड़ी स्लो है, थोड़ा आवाज ਉੱਚੀ ਕਰੋਗੇ प्लीज? हाँ जी, हुण आई? हाँ जी हाँ जी हाँ जी। मैं पुछना सीगा कि जिवें तुसी कहा कि अपने लिए करनी है एफर्मेशन, दूसरे लिए नहीं करनी, ते जिवें हुण कोई अपना फैमिली बिजनेस है जां किवें है ते ओहदे वास्ते कर सकदे हैं? ਉਹ ਤੁਸੀਂ ਕਿਉਂਕਿ ਉਹ ਬੋਲੋਗੇ ਨਾ ਮਾਈ ਫੈਮਿਲੀ ਬਿਜ਼ਨਸ ਇਜ਼ ਫਲਰਿਸ਼ਿੰਗ, ਕਿ ਉਹ ਫਿਰ ਤੁਹਾਡਾ ਫੈਮਿਲੀ, ਤੁਸੀਂ ਇਹ ਨਹੀਂ ਕਹਿ ਰਹੇ ਕਿ ਮੇਰੇ ਹਸਬੈਂਡ ਦਾ ਫੈਮਿਲੀ ਬਿਜ਼ਨਸ ਹੋ ਰਿਹਾ। ਫੈਮਿਲੀ ਬਿਜ਼ਨਸ ਸਭ ਦਾ ਹੈ, ਕਿ ਸਾਡਾ ਫੈਮਿਲੀ, ਜਿਹੜਾ ਮੇਰਾ ਫੈਮਿਲੀ ਬਿਜ਼ਨਸ ਹੈ ਉਹ ਵੱਧ ਰਿਹਾ ਹੈ, ਉਹ ਪਰ ਉਹਦੇ ਚ ਅਬੰਡੈਂਸ ਆ ਰਹੀ ਹੈ, ਉਸ ਚ ਫਲਰਿਸ਼, दैट इज ओके। ਪਰ ਤੁਸੀਂ ਇਹ ਨਹੀਂ ਕਹਿੰਦੇ ਕਿ ਮੇਰੇ ਹਸਬੈਂਡ ਨੂੰ ਇਹ ਇੰਨਾ ਪੈਸਾ ਮਿਲ ਜਾਏ ਜਾਂ ਇੰਨਾ, ਬਿਕੋਜ਼ ਉਹ ਤੁਹਾਡੀ ਸਭ ਦਾ ਹੈ, ਫੈਮਿਲੀ ਬਿਜ਼ਨਸ ਤੁਹਾਡਾ ਵੀ ਹੈ। ਤੁਸੀਂ ਉਸ ਚ ਬਿਕੋਜ਼ ਉਹ ਤੁਸੀਂ ਕਹਿ ਸਕਦੇ ਹੋ ਮਾਈ ਫੈਮਿਲੀ ਬਿਜ਼ਨਸ ਇਜ਼ ਫਲਰਿਸ਼ਿੰਗ, ਮਾਈ ਫੈਮਿਲੀ ਬਿਜ਼ਨਸ ਇਜ਼ ਅਬੰਡੈਂਸ। अच्छा अच्छा। ਤੇ ਦੂਸਰੀ ਗੱਲ ਮੈਂ ਵੀ ਇਹ ਰੱਖਿਆ ਹੋਇਆ ਹੈ ਤੇ ਇਹ ਮੈਨੂੰ ਠੀਕ ਨਹੀਂ ਹੈ। ਤੁਸੀਂ ਕਿਹਾ ਹੈ ਨਾ ਕਿ नहीं है, ਇਹ ਤੁਹਾਨੂੰ ਆਪੇ ਪਤਾ ਲੱਗ ਜਾਂਦਾ ਹੈ, ਬਿਕੋਜ਼ ਹਰ ਇੱਕ ਦੀ ਫ੍ਰੀਕੁਐਂਸੀ ਡਿਫਰੈਂਟ ਹੈ, ਬਿਕੋਜ਼ ਕਈ ਕ੍ਰਿਸਟਲਸ ਕਿਸੇ ਨੂੰ ਸੂਟ ਨਹੀਂ ਕਰਦੇ। ਸੈਲੇਨਾਈਟ ਹੈ ਨਾ? ਹਾਂਜੀ ਹਾਂਜੀ ਹਾਂ, ਸੈਲੇਨਾਈਟ ਤਾਂ ਆਲਮੋਸਟ ਹਰ ਕੋਈ ਰੱਖਦਾ, ਬਟ ਦੈਟਸ ਫਾਈਨ। ਬਟ ਕਈ ਵਾਰ ਕੀ ਹੁੰਦਾ, ਤੁਸੀਂ ਜਿੱਦਾਂ ਮੈਂ ਕੋਈ ਕ੍ਰਿਸਟਲ ਤੁਸੀਂ ਪਾ ਲੈਂਦੇ, ਕੋਈ ਤੁਸੀਂ ਆਪਣੇ ਕੋਲ, ਤੁਹਾਨੂੰ ਬਹੁਤ ਹੈਡੇਕ ਦਿੰਦਾ, ਤਾਂ ਐਵਰੀਥਿੰਗ ਇਜ਼ ਡਿਫਰੈਂਟ। ਇਹ ਔਰੇਗਨ ਪਿਰਾਮਿਡ ਹੈ। ਹਾਂ, ਇਹ ਔਰੇਗਨ ਪਿਰਾਮਿਡ ਹੈ, ਠੀਕ ਹੈ। ਨਹੀਂ, ਜੇ ਤੁਹਾਨੂੰ ਯੂਜ਼ ਹੋ ਰਿਹਾ, ਤੁਹਾਨੂੰ ਉਸ ਚ ਕੋਈ ਫਰਕ ਨਹੀਂ ਪੈ ਰਿਹਾ, ਮਤਲਬ ਮੈਂ ਉਹ ਕਹਿ ਰਹੀ ਕਈ ਵਾਰ ਬੰਦੇ ਨਵਾਂ ਜਾ ਕੇ ਕੁਝ ਲੈ ਆਂਦੇ ਆ ਮਾਰਕੀਟ ਤੋਂ ਕਿ ਵੀ ਹੁਣ ਮੈਂ ਕ੍ਰਿਸਟਲ ਤੇ ਕੰਮ ਕਰਨਾ ਹੈ, ਤੇ ਤੁਹਾਨੂੰ ਕ੍ਰਿਸਟਲ ਨੂੰ ਰੀਟਿਊਨ ਕਰਨਾ ਪੈਂਦਾ, ਉਹਦੀ ਫ੍ਰੀਕੁਐਂਸੀ ਹੁੰਦੀ ਹੈ। ਤੇ ਜੇ ਤੁਹਾਨੂੰ ਨੌਲੇਜ ਨਹੀਂ ਹੈ, ਜੇ ਤੁਹਾਨੂੰ ਇਹ ਫਸਟ ਕਲਾਸ, ਤੁਹਾਨੂੰ ਇਹਦੇ ਵਿੱਚ ਤੁਹਾਨੂੰ ਕੋਈ ਸਿਰ ਦੁੱਖ ਨਹੀਂ ਰਿਹਾ, ਤੁਹਾਨੂੰ ਆਪਣੀ ਬੋਡੀ 'ਚ ਕੋਈ ਡਿਫਰੈਂਸ ਨਹੀਂ ਲੱਗਿਆ, ਤਾਂ ਦੈਟ ਮੀਨਸ ਆਲਰੇਡੀ ਕੰਮ ਕਰ ਰਹੇ ਹੈ, ਕਿਉਂਕਿ ਇਹਨਾਂ ਨੂੰ ਵੀ ਬਾਰ-ਬਾਰ ਰੀਟਿਊਨ ਕਰਦੇ, ਇਹਨਾਂ ਦੀ એનર્ਜੀਜ਼ ਚੇਂਜ ਹੋ ਜਾਂਦੀ ਹੈ।
ਤੁਸੀਂ ਇਹਨਾਂ ਨੂੰ ਸਾਲਟ ਵਿੱਚ ਰੱਖੋਗੇ ਜਾਂ ਤੁਸੀਂ ਇਹਨਾਂ ਨੂੰ ਸੇਜ ਨਾਲ ਕਰੋਗੇ, ਉਹ ਵੀ ਤੁਹਾਨੂੰ ਕਰਨਾ ਪੈਂਦਾ ਹੈ। ਬਟ ਜੇ ਤੁਹਾਨੂੰ ਇਹ ਕੰਮ ਕਰ ਰਿਹਾ, ਇਟਸ ਪਰਫੈਕਟਲੀ ਫਾਈਨ। ਇੱਕ ਮੈਂ ਸੇਜ ਦਾ ਪੁੱਛਣਾ ਸੀ, ਮੈਂ ਪਰੀਪਤਰੀ ਤੋਂ ਵੀ ਇਹ ਸੁਣਿਆ ਸੀਗਾ ਕਿ ਸੇਜ ਇੱਕ ਆਪਣੇ ਇੱਥੇ ਪਲਾਂਟ ਹੁੰਦਾ ਆ, ਉਹਦਾ ਨਹੀਂ, ਇਹ ਤੁਸੀਂ Amazon ਤੇ ਜਾ ਕੇ ਵਾਈਟ ਸੇਜ ਆਰਡਰ ਕਰ ਲਓ। ਵਾਈਟ ਸੇਜ, ਉਹ ਤੁਹਾਨੂੰ ਡੰਡੀਆਂ ਜਿਹੀਆਂ ਆਣਗੀਆਂ, ਉਹ ਸੇਜ ਸੁੱਕੀ, ਉਹਨਾਂ ਨੇ ਸੁਕਾ ਕੇ ਸੇਜ ਨੂੰ ਪੂਰਾ ਬੰਡਲ ਜਿਹਾ ਬਣਾਇਆ, ਫਿਰ ਉਹਨੂੰ ਜਲਾ ਕੇ ਤੁਸੀਂ ਹਮੇਸ਼ਾ ਬਸ ਆਪਣੇ ਘਰ, ਜਿਵੇਂ ਅਸੀਂ ਘਰ ਧੂਪ ਬੱਤੀ ਕਰ ਰਹੇ ਹਾਂ, ਸੋ ਵਾਈਟ ਸੇਜ ਇਜ਼ ਅ ਵੈਰੀ ਗੁੱਡ ਸਾਰੀ ਨੈਗੇਟਿਵਿਟੀ ਨੂੰ ਜਾਂ ਚੇਂਜ ਕਰਨ ਲਈ। ਤਾਂ ਉਹ ਜਨਰਲੀ ਵੀ ਕਹਿੰਦੇ ਕਿ 15 ਦਿਨ ਜਾਂ 20 ਦਿਨ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਕਿ ਵੀ એનર્ਜੀਜ਼ ਬੜੀ, ਬਿਕਾਜ਼ ਹੁਣ ਤੁਸੀਂ ਮੈਡੀਟੇਸ਼ਨ ਤੋਂ એનર્ਜੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ 15 ਦਿਨ ਬਾਅਦ ਵਾਈਟ ਸੇਜ ਉਦਾਂ ਵੀ ਤੁਸੀਂ ਕਰਨੀ ਸ਼ੁਰੂ ਕਰ ਦਿਓ, ਤੁਸੀਂ Amazon 'ਚ ਆਰਾਮ ਨਾਲ ਮਿਲ ਜਾਏਗੀ, ਤੁਸੀਂ ਜਾ ਕੇ ਕਿਉਂਕਿ ਉਹਨਾਂ ਦਾ ਮੈਂ ਸੁਣਿਆ ਸੀਗਾ ਤੇ ਮੈਨੂੰ ਲੱਗਿਆ ਕਿ ਉਹ ਮੈਂ ਸੇਜ ਦੇ ਲੀਵਸ ਜਿੱਦਾਂ ਇੰਡੀਆ ਤੁਸੀਂ, ਜੇ ਤੁਹਾਨੂੰ ਵਾਈਟ ਸੇਜ ਅਵੇਲੇਬਲ ਨਹੀਂ ਇੰਡੀਆ 'ਚ, ਤਾਂ ਤੁਹਾਨੂੰ ਤੁਸੀਂ ਤਾਂ ਬਾਹਰ ਤੁਹਾਨੂੰ ਆਰਾਮ ਨਾਲ ਮਿਲ ਜਾਏਗੀ। ਜੇ ਇੰਡੀਆ ਦੇ ਜਿਹੜੇ ਲੋਕ ਹੈ ਉਹ ਕਪੂਰ ਕਰ ਲੈਣ, ਜਾਂ ਜੋ ਵੀ ਅਸੀਂ ਕਪੂਰ ਨੂੰ ਜਲਾਉਂਦੇ ਹਾਂ, ਉਹ ਵੀ ਸੇਮ ਚੀਜ਼ ਹੈ, ਬਟ ਤੁਹਾਨੂੰ ਤਾਂ ਬਾਹਰ US ਤੋਂ ਬਹੁਤ ਈਜ਼ੀਲੀ ਅਵੇਲੇਬਲ। ਹਾਂਜੀ, ਇੱਥੇ ਤਾਂ ਮਿਲ ਜਾਏਗੀ, ਤੁਸੀਂ Amazon ਤੋਂ ਆਰਡਰ ਕਰ ਲਓ, ਤੁਹਾਨੂੰ ਆਰਾਮ ਨਾਲ ਮਿਲ ਜਾਏਗੀ ਉਹਦੇ ਨਾਲ ਸੀ। ਔਰ ਜਦੋਂ ਤੁਸੀਂ ਸੇਜ ਕਰੋਗੇ, ਆਪਣੇ ਕ੍ਰਿਸਟਲਸ ਤੇ ਵੀ ਇੱਕ ਵਾਰ ਕਲੌਕਵਾਈਜ਼ ਕਰ ਲਿਆ ਕਰੋ, ਕਿ ਜੇ ਥੋੜੀ ਬਹੁਤ એનર્ਜੀਜ਼ ਉਹਨਾਂ ਦੀ ਇੱਧਰ ਉੱਧਰ ਹੋਈਆਂ, ਫਿਰ ਉਹ ਵੀ ਵਾਪਸ ਟਿਊਨ ਇਨ ਹੋ ਜਾਣਗੇ। ਓਕੇ, ਥੈਂਕ ਯੂ, ਥੈਂਕ ਯੂ। ਹਾਂਜੀ ਨਵਨੀਤ ਮੈਮ। ਹੈਲੋ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਫਸਟ ਆਫ ਆਲ ਮੈਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਗ੍ਰੈਟੀਟਿਊਡ ਤੇ। ਮੈਨੂੰ ਕਿਸੇ ਨੇ ਸੁਜੈਸਟ ਕੀਤਾ ਸੀਗਾ, ਲਾਸਟ ਈਅਰ ਦੀ ਗੱਲ ਆ, ਤੇ ਮੈਂ ਸੌਣ ਤੋਂ ਪਹਿਲਾਂ ਲਿਖ ਕੇ ਪੈਂਦੀ ਸੀ ਜਿੰਨਾ ਵੀ ਲਿਖ ਸਕਦੀ ਸੀ, ਬਟ ਉਹ ਮੈਂ ਚੀਜ਼ ਲਿੰਕ ਅੱਜ ਅੰਡਰਸਟੈਂਡ ਕੀਤੀ ਹੈ ਕਿਵੇਂ ਥੋੜੇ ਸੈਸ਼ਨ ਥਰੂ। ਉਦੋਂ ਮੈਨੂੰ ਉਸ ਚੀਜ਼ ਦੀ ਇੰਪੋਰਟੈਂਸ ਨਹੀਂ ਸਮਝ ਆਈ, ਬਟ ਮੈਂ ਨਾਲ ਪਾਠ ਵੀ ਕੀਤੇ ਆਪਣੇ ਹਸਬੈਂਡ ਲਈ, ਬਿਕੋਜ਼ ਹੁਣ ਉਹਨਾਂ ਨੇ ਕੁਐਸਚਨ ਆਲਰੇਡੀ ਪੁੱਛ ਲਿਆ ਕਿ ਆਪਾਂ ਆਪਣੀ ਫੈਮਿਲੀ ਲਈ ਕਰ ਸਕਦੇ ਹਾਂ ਕਿ ਨਹੀਂ ਐਫਰਮੇਸ਼ਨ, ਬਿਕੋਜ਼ ਮੈਨੂੰ ਸ਼ੋਰ ਨਹੀਂ ਸੀਗਾ। ਮੈਨੂੰ ਲੱਗ ਰਿਹਾ ਸੀ ਕਿਉਂਕਿ ਜੈਸੇ ਮੈਮ ਦਾ ਸੈਸ਼ਨ ਅਟੈਂਡ ਕੀਤਾ ਸੀ, ਮੈਨੂੰ ਲੱਗਿਆ ਸ਼ਾਇਦ ਮੈਂ ਉਹਨਾਂ ਦੀ ਪ੍ਰੋਗਰੈਸ 'ਚ ਹਿੰਡਰ ਕਰੂੰਗੀ ਜੇ ਮੈਂ ਉਹਨਾਂ ਲਈ ਕੁਝ ਐਫਰਮੇਸ਼ਨਸ ਕਰੂੰਗੀ, ਕਿਉਂਕਿ ਉਹ ਨਹੀਂ ਲਰਨ ਕਰ ਪਾ ਰਹੇ। Because everybody has his own free will, so we cannot get into anybody's lessons, life lessons. ਹਾਂਜੀ, ਤੇ ਫਿਰ ਬਟ ਐਜ਼ ਏ ਫੈਮਿਲੀ ਆਪਣੀ ਹਸਬੈਂਡ ਦੀ ਇਨਕਮ ਤੇ ਆਪਾਂ ਲਾਇਬਲ ਹੁੰਦੇ ਆ, ਤੇ ਫਿਰ ਐਜ਼ ਉਹ ਫਿਰ ਉਸ ਪੁਆਇੰਟ ਆਫ ਵਿਊ ਨਾਲ ਮੈਂ ਸੋਚ ਰਹੀ ਸੀ, ਬਟ ਉਹਨਾਂ ਨੇ ਤੁਸੀਂ ਆਨਸਰ ਕਰ ਹੀ ਦਿੱਤਾ ਕਿ ਸਾਡੀ ਫੈਮਿਲੀ ਦਾ ਬਿਜ਼ਨਸ ਗਰੋ ਹੋ ਰਿਹਾ ਵਾ। ਹਾਂ, ਮੇਰੀ ਫੈਮਿਲੀ 'ਚ ਅਬੰਡੈਂਸ ਆ ਰਹੀ ਹੈ, ਮੇਰੀ ਫੈਮਿਲੀ 'ਚ ਆਈ ਐਮ ਅਟਰੈਕਟਿੰਗ ਮਨੀ ਫॉर ਮਾਈ ਫੈਮਿਲੀ। ਉਹ ਫਿਰ ਤੁਸੀਂ ਅਟਰੈਕਟ ਕਰ ਰਹੇ ਹੋ, ਫਿਰ ਚਾਹੇ ਤੁਹਾਡੇ ਹਸਬੈਂਡ ਦੇ ਥਰੂ ਆ ਰਹੀ ਹੈ, ਵੀ ਹੈਵ ਟੂ ਪੁੱਟ ਇਨ ਦੈਟ ਵੇ ਕਿ ਅਸੀਂ ਕਿਸੇ ਹੋਰ ਦੀ ਲਾਈਫ 'ਚ ਹਿੰਡਰੈਂਸ ਨਾ ਪਾਈਏ। ਜਿੱਦਾਂ ਆਈ ਡੂ ਨਾਟ ਵਰਕ, ਮੇਰੇ ਹਸਬੈਂਡ ਦਾ ਬਿਜ਼ਨਸ ਹੈ, ਬਟ ਆਈ ਆਲਵੇਜ਼ ਸੇ ਮਾਈ ਫੈਮਿਲੀ ਬਿਜ਼ਨਸ ਇਜ਼ ਫਲਰਿਸ਼ਿੰਗ, ਜੀ ਪ੍ਰੋਫਿਟਸ ਆਰ ਕਮਿੰਗ, ਬਿਕੋਜ਼ ਅਗੇਨ ਉਹ ਪੈਸਾ ਅਸੀਂ ਕਿੱਦਾਂ ਯੂਜ਼ ਕਰਨਾ ਐਂਡ ਆਲ ਦੈਟ, ਬਿਕੋਜ਼ ਦੈਟਸ ਓਵਰਆਲ। ਬਟ ਜੇ ਮੈਂ ਇਹ ਨਹੀਂ ਕਹਿੰਦੀ ਕਿ ਮੇਰੇ ਹਸਬੈਂਡ ਦਾ ਬਿਜ਼ਨਸ ਵੱਧ ਜਾਏ ਔਰ ਮੇਰੇ ਹਸਬੈਂਡ ਨੂੰ ਪੈਸਾ ਮਿਲ ਜਾਏ, ਦੈਟਸ ਉਹ ਉਹਨਾਂ ਦੀ ਲਾਈਫ ਜਰਨੀ ਹੈ। ਓਵਰਆਲ ਤੁਸੀਂ ਯੈਸ ਐਜ਼ ਅ ਫੈਮਿਲੀ ਤੁਸੀਂ ਕਰ ਸਕਦੇ ਹੋ, ਬਿਕੋਜ਼ ਤੁਸੀਂ ਆਪ ਇਨਵੋਲਵ ਹੋ, ਉਹ ਜੇ ਉਹ ਪੈਸੇ ਨਾਲ ਤੁਹਾਨੂੰ ਵੀ ਫਰਕ ਪੈ ਰਿਹਾ, ਸੋ ਦੈਟਸ ਅਗੇਨ yeah it's to impact because I'm not a full time ਮੈਂ ਕਰ ਨਹੀਂ ਰਹੀ ਜੌਬ, ਜਸਟ ਕੈਜੂਅਲੀ ਆ। ਤੇ ਉਸ ਈਅਰ ਇਵਨ ਤਾਂ ਮੈਂ ਪਹਿਲਾਂ ਐਕਸਪੀਰੀਅੰਸ ਸ਼ੇਅਰ ਕੀਤਾ ਸੀਗਾ ਜੱਸੀ ਮੈਮ ਨਾਲ, ਕਿਉਂਕਿ ਮੇਰਾ ਕੁਐਸਚਨ ਸੀਗਾ ਕਿ ਮੈਂ ਉਹਨਾਂ ਲਈ ਕਰਾਂ ਕਿ ਨਾ, ਬਟ ਤੁਸੀਂ ਕਲੈਰੀਫਾਈ ਕਰਤਾ ਐਜ਼ ਅ ਟੂਗੈਦਰ ਵੀ ਕੈਨ ਡੂ ਇਟ, ਬਟ ਇੰਡੀਵਿਜੂਅਲ ਬੇਸ ਤੇ ਮੈਂ ਇਹਨਾਂ ਲਈ ਨਾ ਐਫਰਮੇਸ਼ਨ ਕਰਾਂ। ਵਿਜ਼ੂਅਲੀ ਨਹੀਂ ਅਸੀਂ ਕਹਿ ਸਕਦੇ ਕਿ ਬਾਬਾ ਜੀ ਨੂੰ ਠੀਕ ਕਰ ਦਿਓ, ਉਹਨਾਂ ਨੂੰ ਸਿਖਾ ਦਿਓ, ਦੈਟ ਇਜ਼ ਵੀ ਕੈਨ ਹਾਂਜੀ, ਤੇ ਉਹ ਇਟ ਹੈਪਨਸ ਕਰਾਂਗੇ ਜੀ, ਅਸੀਂ ਉਹਨਾਂ ਦੀ ਪ੍ਰੋਗਰੈਸ ਇੰਟਰਸਟ ਕਰਾਂ, ਬਿਕੋਜ਼ ਇਫ ਹੀ ਇਜ਼ ਨਾਟ ਰੈਡੀ, ਤੁਸੀਂ ਕੁਝ ਵੀ ਕਰ ਲਓ, ਨਥਿੰਗਸ ਗੋਇੰ ਟੂ ਵਰਕ। yeah it happens, so I was so ਉਸ ਟਾਈਮ ਮੈਂ ਸੀਕ੍ਰੇਟ ਮੂਵੀ ਵੀ ਦੇਖੀ ਸੀਗੀ 2-3 ਵਾਰੀ, ਤੇ ਨਾਲ ਮੈਂ ਪਾਠ ਵੀ ਕੀਤੇ, so it's all combined, and ਮੈਂ ਇੱਕ particular figure ਉਹਨਾਂ ਲਈ ਸੋਚੀ ਸੀ, and I couldn't believe ਕਿ 31st of December ਉਹ last figure ਵੀ ਪੂਰੀ ਹੋਈ। It was like oh my god, this is very powerful, ਜੇ ਤੁਸੀਂ believe ਕਰੋ and 100% ਕਰੋ, things they are very 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 powerful। ਹਾਂਜੀ, ਤੇ ਉਹ ਮੇਰੇ ਲਈ ਇੱਕ ਮਤਲਬ ਲਾਈਵ ਐਗਜ਼ਾਮਪਲ ਆ ਮੇਰੇ ਲਈ ਕਿ ਗ੍ਰੈਟੀਟਿਊਡ ਪਰ ਪਾਰਟ ਵੀ ਹੁਣ ਚਲੋ ਜਿਵੇਂ ਵੀ ਤੁਸੀਂ ਲਰਨ ਕਰ ਰਹੇ ਹੋ, ਥੋੜੀ ਅੰਡਰਸਟੈਂਡਿੰਗ ਵੱਧ ਰਹੀ ਆ। ਪਰ ਦੇਖੋ ਤੁਸੀਂ ਮੈਡੀਟੇਸ਼ਨ ਕਰਦੇ ਹੋ, ਤੁਹਾਨੂੰ ਪਾਠ ਦੀ ਸਮਝ ਵੀ ਆਉਂਦੀ, ਬਿਕੋਜ਼ ਮੈਂ ਵੀ ਬਹੁਤ ਪਾਠ ਕਰਦੀ ਹਾਂ, ਹੁਣ ਵੀ ਕਰਦੀ ਹਾਂ, ਬਿਕੋਜ਼ ਡਜ਼ਨਟ ਮੀਨ ਕਿ ਮੈਡੀਟੇਸ਼ਨ ਚ ਆ ਕੇ ਤੁਸੀਂ ਪਾਠ ਬਿਲਕੁਲ ਛੱਡ ਦਿਓ, ਬਿਕੋਜ਼ ਉਹ ਤੁਹਾਡਾ ਬਚਪਨ ਤੋਂ ਹੈ, ਬਟ ਹੁਣ ਅਸੀਂ ਪਾਠ ਨੂੰ ਸਮਝ ਕੇ ਕਰਦੇ ਹਾਂ, ਪਾਠ ਦਾ ਮਤਲਬ ਕੀ ਹੈ। ਪਹਿਲਾਂ ਬਸ ਇਹ ਨਾ ਸੁਖਮਨੀ ਸਾਹਿਬ ਕਰ ਲਏ ਵੀ ਹਾਂ ਉਹਨੇ ਚਲਿਆ ਕਰਨਾ ਤੇ ਪੜੀ ਗਓ, ਕੋਈ ਅਸ਼ਟਪਦੀ ਦਾ ਸਮਝ ਨਹੀਂ ਆ ਰਿਹਾ ਅਸ਼ਟਪਦੀ ਕੀ ਕਹਿ ਰਹੀ ਹੈ। ਪਰ ਤੁਸੀਂ ਪਾਠ ਦੇਖੋ, ਪਾਠ ਵੀ ਉਹੀ ਚੀਜ਼ ਕਹਿ ਰਿਹਾ, ਸ਼ੁਕਰਾਨਾ ਕਰੋ,
हर चीज में ना वंडो ग्रेटिट्यूड च रहो। सो पाठ करो, जरूर करो, पर मेडिटेशन भी करो, दैट्स द ओनली थिंग। दोनों ਨੂੰ ਮਿਕਸ ਕਰੋਗੇ ਲਾਈਫ ਵਿਲ ਬੀ ਡਿਫਰੈਂਟ ਲੈਵਲ। ਬਟ ਪਾਠ ਕਰਕੇ ਰੱਬ ਦੇ ਉੱਪਰ ਨਾ ਛੱਡੋ ਕਿ ਬਾਬਾ ਜੀ ਤੁਸੀਂ ਕਰ ਦਿਓ, ਕਰਨਾ ਅਸੀਂ ਆਪੇ, ਬਿਕੋਜ਼ ਸਾਨੂੰ ਬਾਬਾ ਜੀ ਨੇ ਉਹ ਪਾਵਰ ਦਿੱਤੀ ਹੈ। ਬਾਬਾ ਜੀ ਦਾ ਸ਼ੁਕਰਾਨਾ ਜ਼ਰੂਰ ਕਰੋ ਕਿ ਤੁਸੀਂ ਮੈਨੂੰ ਉਹ ਪਾਵਰ ਦਿੱਤੀ, ਤੁਸੀਂ ਮੈਨੂੰ ਇੰਨਾ ਕ੍ਰੀਏਟਰ ਬਣਾਇਆ, ਉਹਦੇ ਲਈ ਥੈਂਕ ਯੂ। ਬਟ ਹਾਂ ਤੁਸੀਂ ਮੇਰਾ ਸਾਰਾ ਕੁਝ ਕਰ ਦਿਓ, that is wrong। ਓਕੇ, ਥੈਂਕਸ ਫॉर ਟੈਲਿੰਗ ਕਿ ਪਾਠ ਕਰਨਾ ਚਾਹੀਦਾ। ਮੈਂ ਵਿੱਚ ਕੀ ਕੀਤਾ ਸੀਗਾ, ਮੈਨੂੰ ਜਾਪ ਸਾਹਿਬ ਬਹੁਤ ਲੋਕਾਂ ਨੂੰ ਲੱਗਦਾ ਕਿ ਪਾਠ ਨਹੀਂ, ਬਿਕਾਜ਼ ਇਹ ਪਾਠ ਤਾਂ ਕਿਉਂਕਿ ਉਹਦੀ ਪਾਠ ਇੱਕ ਅਲੱਗ ਸਾਇੰਸ, ਉਹਨਾਂ ਦੀ ਅਲੱਗ ਵਾਈਬ੍ਰੇਸ਼ਨ ਸਮਝ ਆ ਰਹੀ ਹੈ। ਵਰਡਸ ਹੈਵ देयर ओन ਵਾਈਬ੍ਰੇਸ਼ਨਸ ਤੇ ਕਿਉਂਕਿ ਵਰਡਸ ਦੀ ਵਾਈਬ੍ਰੇਸ਼ਨ ਹੈ। ਤੇ ਪਾਠ ਨੂੰ ਅਸੀਂ ਉਹ ਐ ਨਹੀਂ ਕਿਸੇ ਕਦੀ ਵੀ ਨਹੀਂ ਪੀਐਸ ਸਮਝ ਗਿਆ ਕਿ ਪਾਠ ਛੱਡ ਦੋ, ਪਰ ਉਹ ਕਹਿੰਦੇ ਕਿ ਅਸੀਂ ਪਾਠ ਨੂੰ ਅਸੀਂ ਸਿਰਫ ਇੱਕ ਉਹ ਬਣਾ ਦਿੰਦੇ ਨੇ ਕਿ ਵੀ ਰੱਬ ਸਾਡਾ ਸਭ ਕੁਝ ਕਰੇਗਾ। ਅਸੀਂ ਰੱਬ ਨੂੰ ਇੱਕ ਅਥਾਰਟੀ ਫਿਗਰ ਬਣਾ ਕੇ ਬਿਠਾਤਾ ਹੈ। ਸਾਡੇ ਤਾਂ ਗੁਰੂਆਂ ਨੇ ਕਿਹਾ ਕਿ ਖਾਲਸੇ ਤੋਂ ਉੱਪਰ ਕੋਈ ਹੈ ਹੀ ਨਹੀਂ। ਸਾਡੇ ਗੁਰੂਆਂ ਨੇ ਆਪ ਸਾਨੂੰ ਖਾਲਸਾ ਕਿਉਂ ਬਣਾਇਆ ਸੀ ਕਿ ਹੈ ਨਾ। ਸੋ ਇਹੀ ਹੈ, ਪਾਠ ਕਰੋ, ਬਿਕਾਜ਼ ਪਾਠ ਮੈਡੀਟੇਸ਼ਨ ਤੋਂ ਬਾਅਦ ਤੁਸੀਂ ਪਾਠ ਕਰਦੇ ਹੋ। ਮੈਂ ਆਪਣੇ ਚ ਦੇਖਿਆ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਕੀਤਾ, ਸਾਰਾ ਕੁਝ ਕੀਤਾ, ਬਟ ਉਹ ਜਿਹੜੀ ਹੁਣ ਸਮਝ ਆਉਂਦੀ ਹੈ ਕਿਉਂਕਿ ਹੁਣ ਤੁਸੀਂ ਉਹਨੂੰ ਧਿਆਨ ਨਾਲ ਪੜ੍ਹੋ, ਅਵੇਅਰਨੈਸ ਨਾਲ ਪੜ੍ਹੋ, ਤੁਹਾਨੂੰ ਵਾਈਬ੍ਰੇਸ਼ਨਸ ਦਾ ਸਮਝ ਆ ਰਿਹਾ। ਸੋ ਪਾਠ ਕਰੋ, ਪਾਠ ਦਾ ਕਿਸੇ ਨੇ ਵੀ ਮਨਾ ਨਹੀਂ ਕੀਤਾ, ਬਟ ਅਗੇਨ ਵਾਈਬ੍ਰੇਸ਼ਨਸ ਨਾਲ ਕਰੋ ਔਰ ਆਪਣੇ ਆਪ ਤੇ ਰਿਸਪੌਂਸਿਬਿਲਿਟੀ ਲੈ ਕੇ ਕਰੋ, ਰੱਬ ਦਾ ਸ਼ੁਕਰਾਨਾ ਕਰੋ। म्यूट हो मैम, नवनीत मैम, you're on mute। alright, ਹਾਂਜੀ ਤੇ ਥੈਂਕ ਯੂ। ਮੈਂ ਪਾਠ ਬਹੁਤ ਕਰਦੀ ਸੀ, ਇਸ ਨਾਲ ਕਿ ਮੈਂ ਪੀਐਸਐਮ ਨਾਲ ਕਨੈਕਟ ਹੋਈ ਤਾਂ ਛੱਡਿਆ, ਕਾਫੀ ਦਿਨ ਤੋਂ ਛੱਡਤਾ ਸੀ ਮੈਂ ਪਹਿਲਾਂ, ਬਟ ਇਨ ਬਿਟਵੀਨ ਮੈਂ ਜਾਪ ਸਾਹਿਬ ਪੜ੍ਹਨਾ ਇੱਕ ਸਡਨਲੀ ਕੀਤਾ, ਜਿਹੜਾ ਮੈਂ ਬਚਪਨ ਤੋਂ ਕਦੇ ਨਹੀਂ ਕੀਤਾ ਸੀ। ਉਹ ਬਹੁਤ ਪਾਵਰਫੁਲ ਲੱਗਿਆ ਮੈਨੂੰ, अपने आप ही लर्न हो गया, but it was so good। बस मेडिटेशन करो, पाठ करो, फिर एफर्मेशंस करो, ग्रेटिट्यूड करो, you are on the right track। ग्रेटिट्यूड लिखना शुरू किया हुणी मॉर्निंग ਦੇ ਵਿੱਚ, ਥੋੜੇ ਦੇਖਿਆ ਸੁਣਦੇ ਸੈਸ਼ਨ ਮੈਂ ਇੱਕ ਪੇਜ ਲਿਖਿਆ। so I'll keep it on for 21 days। 21 days, yes। कोई भी चीज करोगे प्लीज 21 days तो पहला स्पेशली ग्रेटिट्यूड ਨੂੰ ਨਾ ਛੱਡੋ। ਐਂਡ ਐਫਰਮੇਸ਼ਨਸ ਤੁਹਾਡੇ ਕਾਫੀ ਦੇਰ ਤੱਕ ਚੱਲਣਗੇ, ਯਾਨੀ ਕਿ ਮੈਂ 21 ਦਿਨ ਕਰ ਲਿਆ ਔਰ ਮੈਨੂੰ ਫਰਕ ਨਹੀਂ ਪਿਆ। it goes till lot because ਤੁਸੀਂ ਰਿਸਰਚ ਦੇਖੀ, ਰਿਸਰਚ ਉਹਨਾਂ ਨੇ ਪੂਰੀ 1 ਸਾਲ ਇਨਫੋਰਮੇਸ਼ਨਸ ਕਰਾਈਆਂ ਸੀ, because it takes time। ਕਿ ਤੁਸੀਂ ਇੰਨੇ ਸਾਲ ਦਾ ਆਪਣਾ ਟਾਈਮ ਨੂੰ ਆਪਣੇ ਬਿਲੀਫ ਸਿਸਟਮ ਨੂੰ ਕੀਤਾ ਹੋਇਆ, ਉਹਨੂੰ ਟੁੱਟਦੇ ਟਾਈਮ ਲੱਗਦਾ ਹੈ। ਹਾਂਜੀ ਸ਼ੋਰ, ਥੈਂਕ ਯੂ। ਥੈਂਕ ਯੂ। ਹਾਂਜੀ ਦਿਵਿਆ ਜੀ। गुड मॉर्निंग एवरीवन। गुड मॉर्निंग मैम। सत श्री अकाल मैम। सत श्री अकाल। मैं आपके साथ बीएमसी के साथ कुछ टाइम से जुड़ी हूँ और आपका मैंने सेशन अटेंड किया है, ये बहुत अच्छा लगा मुझे। इट्स लाइफ चेंजिंग एंड लाइफ एक्सपीरियंस फॉर मी। मेरे को एक चीज पूछनी थी कि जैसे जो हम एफर्मेशंस करते हैं वो क्या हम कल ही मैंने डायरी स्टार्ट किया, जैसे आपने बताया कि हमको लिखना चाहिए अपने ग्रेटिट्यूड्स, तो आई हैव स्टार्टेड अ डायरी विद मी। और जो हमारी एफर्मेशंस है वो भी हमको डायरी में लिखनी चाहिए या हमको मतलब कैसे करना चाहिए उसका? इट्स ऑल डिपेंड ऑन यू, आपके पास टाइम कितना। बिकॉज अगर मैं सबको बोलूंगी कि आप एफर्मेशन भी लिखो तो लोग बोलेंगे मेरे पास टाइम ही नहीं है। सो आई सेड से इट, बट दे सेड अगेन, याद है बचपन में भी हमें कुछ याद था, हम लिख के करते हैं, हमें बड़ी जल्दी याद होता। सो लिखना इज ऑलवेज ग्रेट। अगर आप लिख पा रहे हो दैट उससे अच्छी तो बात है, बिकॉज आपका सबकॉन्शियस माइंड ऑलरेडी रीप्रोग्राम होता है। क्योंकि बचपन में भी आपने देखा कुछ याद नहीं हो रहा, हम लिख के याद करते थे तो एकदम वो चीज अंदर बैठ जाती थी। सो सेम इफ यू कैन राइट, इससे अच्छी कोई बात नहीं है। नहीं, आई कैन राइट, वो कोई प्रॉब्लम नहीं है। मतलब मेरे को डायरी में लिखना चाहिए या जैसे आपने कहा कि मैं बाथरूम में लिखती हूँ? बना लो अब, जिस ग्रेटिट्यूड की है उसमें उसी में बना लो, बिकॉज देन यू विल हैव अ डायरी। जब कई बार क्या होता है, आप सब कुछ ठीक चल रहा है बट देन यू थिंक अब ना सब कुछ हो गया, मैं कहीं स्टक हो गई, उस टाइम पे यू कैन ओपन दिस ग्रेटिट्यूड डायरी और सब कुछ, देन आपको ना वापस उस वाइब्रेशन पे लेकर आता है। मतलब आज तक जितने मैंने अपने जर्नल्स बनाए वो मैंने सब रखे हुए हैं। सो कई बार आपको सब कुछ ठीक भी हो रहा होता है, फिर भी आपको लगता है ना आप स्टक हो गए, यू आर स्टक समवेयर, क्योंकि समझ नहीं आ रहा क्या है। सो उस टाइम पे व्हेन यू, दैट इज द टाइम व्हेन यू एक्चुअली गो थ्रू एंड देन आप वापस से यू गेट बैक टू इन दैट लेवल। अच्छा, एक चीज मेरे को ये पूछनी थी, जैसे अभी आपने बताया कि भाई हमारे फैमिली बिजनेस के ऊपर एंड ऑल दैट, अगर मेरे को अपनी डॉटर के लिए कुछ मतलब मैं चाहती हूँ कि भी वो पढ़ाई में अच्छी हो या वो बिहेवियर में अच्छी हो, बिकॉज शी इज अ टीनेजर, ऑफ कोर्स यू कैन अंडरस्टैंड, तो उसके लिए मैं क्या मैनिफेस्ट कर सकती हूँ, क्या सोच सकती हूँ? कैन डू इट, बिकॉज मेरे भी 2 बच्चे हैं, आई ट्राइड, बिकॉज नहीं, शी इज नॉट रेडी, बट वो प्रॉब्लम यही हुआ है कि my all family is happy, having a happy time, और जो भी मतलब कुछ फैमिली के हिसाब से बना के बोल दो that you know I'm enjoying with my well mannered kids or whatever,
पर अगर हम बोलेंगे कि वो करेगी अगेन, बिकॉज वो आप लॉ से इंटरेक्ट कर रहे हो, बिकॉज देन अगेन यू अगेंस्ट लॉ। जैसे मेरी बच्ची थी पहले, उसके लिए ठीक है मैं उससे बात करती थी, यू आर ऑलवेज स्ट्रांग, बट आई डोंट पुट एफर्मेशन दैट यू नो लिस्ट इज देन। अब मैंने क्या किया है, अब आपकी तो खैर बढ़िया, वो तो ऐसे करेगी नहीं, मेरे तो छोटे, तो आई बी पुट ऑन एफर्मेशंस, वो बच्चों की होती है, देन वी डांस एंड वी से टुगेदर। बट आई अंडरस्टैंड 13 टीनेजर विल नॉट डू इट, तो मे बी आप उसको ऐसे कुछ करो दैट आई एम हैविंग शी इज वेरी स्वीट एंड शी इज वेरी नहीं, she is very nice and she is very caring, everything is nice with her. वही है कि जैसे मैंने उसको बताया कि मेडिटेशन करना चाहिए एंड यू शुड लर्न समथिंग न्यू, तो शी वाज नॉट रेडी कि मम्मा आप ये नया पता नहीं क्या हम भी नहीं थे लगे ना, हो। हम भी एक टाइम पे वी वर नॉट रेडी। अगर आप मुझे 10 साल पहले बोलते हैं क्या बात कर रहे हो, यू नो आज मैं बैठ के सबसे अपनी विजडम शेयर कर रही हूँ जो मैंने सीखा है, बट 10 साल पहले आई वाज नॉट इन द सेम लाइन। बट आप उसको ऐसे करो ना दैट माय फैमिली, अगर आपको करना, आई एम मेडिटेटिंग विद माय गर्ल, आई एम एंजॉयिंग मेडिटेटिंग विद हर, मतलब ऐसा कुछ है कि इसमें आप उसको इन्वॉल्व कर लो, ताकि जब एफर्मेशंस काम करें, अगर कुछ 100% नहीं कुछ तो काम करेंगी ना। तो अगर आपको मेडिटेशन चाह रहे हो, जो भी आप चाह रहे हो, उसको उसमें इन्वॉल्व करो, दैट मी एंड माय डॉटर इज मेडिटेटिंग, आई एम enjoying meditation with her, we are reading spiritual, whatever, I mean you can just play around. अच्छा, अभी आपने एक वैंड की भी बात की थी कि मेरे हाथ में वैंड है जब आप लेटे हैं या लेटते टाइम, कुछ क्रिस्टल्स के अलावा यू वर सेइंग समथिंग लाइक दैट। I think I was पिरामिड की बात कर रही थी, और पिरामिड के अलावा, हाँ नहीं, अच्छा, दिस इज क्रिस्टल वॉन्ड, it's a crystal wand, it's a clear quartz crystal wand, because मैंने कहा ना I'm working on my crystals thing, so I'm learning, so when I meditate with crystals, but I will not tell anyone. इंडिया में भी अवेलेबल है? इंडिया में क्रिस्टल्स अवेलेबल हैं, बट अगेन मैं फिर वही बोलूंगी, अगर आपको अंटिल यू डोंट हैव द फुल नॉलेज, आपको कोई अच्छा नहीं था, बिकॉज कई बार क्रिस्टल्स गलत रिएक्ट कर जाते हैं, कहते हैं ना अच्छी जगह गलत हो, बिकॉज उनकी फ्रीक्वेंसीज डिफरेंट, अगर वो फ्रीक्वेंसीज आपको मैच नहीं कर रही हैं, और ये ना हो ना कि आप अच्छा करने लगो और आपको कुछ और ही हो जाए। सो क्रिस्टल्स का इज नॉट क्रिस्टल्स, क्योंकि हर एक क्रिस्टल की इतनी परफेक्ट फ्रीक्वेंसी होती है। सो कई बार डिपेंड, मैं आई लेट यू नो अबंडेंस क्रिस्टल्स, बिकॉज ऐसा नहीं, और यहाँ पे आई इवन टेल यू, बिकॉज मेरी मॉम भी क्रिस्टल्स लेती है, उनको इतना नहीं है, बट रखने में कोई प्रॉब्लम। बट अगर हम बोलेंगे हम 100% पे डिपेंडेंट है, इट विल बी अ टूल, एड ऑन टूल टू एम्पलीफाई योर मैनिफेस्टेशन। सो कल मैं उसके में बात करूंगी, आई विल टॉक अबाउट सम क्रिस्टल जो अबंडेंस में यूज होते हैं। सो इफ यू वांट टू यूज दैट, देन यू कैन ऐड ऑन टू दैट। Great. Thank you so much. Thank you so much. Thank you so much, ma'am. टीपी सिंह जी ने मैसेज किया है, सबसे बेस्ट क्रिस्टल है मैनिफेस्टेशन टूल है मेडिटेशन, तो इधर उधर ना भटके, कुछ है ही नहीं, ध्यान करें और सेफली पिरामिड यूज करें, बस दैट्स इट। पिरामिड का कोई वो नहीं है, आप पिरामिड यूज कर सकते हैं किसी भी तरह का, उसका एंगल परफेक्ट होना चाहिए और हर चीज अपने आप एम्पलीफाई होती रहेगी। कल मैं ट्यूसडे और जो मैं ट्यूसडे में सबसे पहले पिरामिड ही होगा, कल वो आई एम गोइंग टू टॉक अबाउट सम टूल्स, बने उसमें सबसे टॉप पे पिरामिड ही है। वो क्रिस्टल ये है कि अब मैंने बात करके क्रिस्टल, बट पिरामिड तो कहते हैं टेस्टेड टूल है, कोई फ्रीक्वेंसी खराब नहीं है, वो अच्छा ही करेगा। सो कल आई टॉक अबाउट दैट। हाँ जी, जीत सिंह जी। हाँ जी, सत श्री अकाल जी। सत श्री अकाल। हाँ, सत श्री अकाल जी, और जिन्ने भी मैंबर साहबान एंड टीपी सर, सारे सत श्री अकाल। मैम मैं हरलीन जी। हाँ जी सर। हाँ, इस तरह सीगा भी जिस तरह ना असी कोई साडे माइंड दे विच थॉट आउंदा कि मैं किसी कोल जाके उत्थे जाके गल करनी है, कोई असी काम करना या असी कोई बिजनेस करना गा एज ए पार्टनर, है ना, ओदी एक पिक्चर बनती है दिमाग दे विच भी मैं रेडी होके घर तो गड्डी च जा रहा उन्होंने कोल, ऑलरेडी मेरे ना हो रही हैं जी वापर रही घटना, मैं उन्होंने कोल जा रहा, उत्थे असीं बैठ रहे हैं, असीं चाह पी रहे हैं, असीं गल कर रहे हैं, पर की है कि मेरे उस तो बाद वो फिर अगेन रिपीट पूरा दिन मैं जा नहीं रहा उत्थे, मेरे रिपीट हो रही है बार बार वो, पर ਉਹਦੇ ਵਿੱਚ ਕੀ ਹੈ कि जब भी ਅਸੀਂ कोई फिर मैं कोशिश करते ਸੀ ਕਰਨ ਦੀ ਕੰਮ ਕਰਨ ਦੀ, ਸਾਡਾ ਕੰਮ नहीं ਹੁੰਦਾ ਗਾ। ਇਹ ਵਾਪਰਦੀ ਹੈ ਮੇਰੇ ਨਾਲ ਵੀ ਪਿਕਚਰ ਫੁੱਲ ਬਣਦੀ ਹੈਗੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਸੀਂ ਆਪਣੇ ਮਾਈਂਡ ਕਿ ਮੈਂ ਜਦੋਂ ਵੀ ਮੈਂ ਜਿੰਨੂੰ ਵੀ ਜਿਹਦੇ ਨਾਲ ਵੀ ਮੈਂ ਕੰਮ ਕਰਨਾ ਉਹਦੇ ਨਾਲ ਮੇਰਾ ਕੰਮ ਹੋ ਰਿਹਾ ਹੈ, ਮੇਰਾ ਆਲਰੇਡੀ ਮੈਂ ਉਹ ਕਲਾਇੰਟਸ ਨੂੰ ਅਟਰੈਕਟ ਕਰ ਰਿਹਾ, ਜਿਹੜਾ ਵੀ ਤੁਹਾਡਾ ਜੋ ਵੀ ਹੈ, ਮੈਨੂੰ ਐਫਰਮੇਸ਼ਨ ਉਹ ਵਾਲੀ ਪਾਓ ਨਾ ਵੀ ਜੇ ਤੁਹਾਡਾ ਹੋ ਨਹੀਂ ਰਿਹਾ, ਦੇ ਸਮਥਿੰਗ ਕਿਤੇ ਹੈ,
ਸੋ ਉਹਨੂੰ ਕਰੋ ਕਿ ਮੈਂ ਰਾਈਟ ਕਲਾਇੰਟਸ ਨੂੰ ਅਟਰੈਕਟ ਕਰ ਰਿਹਾ, ਮਤਲਬ ਜੋ ਵੀ ਤੁਹਾਡਾ ਹੈ ਕਿ ਉਹ ਮੈਂ ਰਾਈਟ ਬੰਦੇ ਨਾਲ ਮੈਂ ਮਿਲ ਰਿਹਾ ਔਰ ਮੈਂ ਰਾਈਟ ਬੰਦੇ ਨੂੰ ਮਿਲ ਕੇ ਰਾਈਟ ਕੰਮ ਸ਼ੁਰੂ ਕਰ ਰਿਹਾ। ਤੇ ਉਹ ਐਫਰਮੇਸ਼ਨ ਪਾਓ। ਅੱਛਾ, ਅਸੀਂ ਤਾਂ ਹੁਣ ਮੇਰਾ ਬਹੁਤ ਸਾਲ ਤੋਂ ਇਹ ਚੱਲ ਰਿਹਾ, ਕਈ ਸਾਲਾਂ ਤੋਂ ਕਈ ਵਾਰ ਚੱਲ ਰਿਹਾ ਹੈਗਾ, ਕੋਈ ਵਾਰੀ ਸਾਡਾ ਕੋਈ ਮਨ ਦੇ ਵਿੱਚ ਥਾਟ ਆਉਂਦਾ ਹੈਗਾ ਵੀ ਅਸੀਂ ਇਹ ਕਰਨਾਗਾ ਜਾਂ ਕੁਝ ਵੀ ਕਰਨਾ ਹੈ, ਪਰ ਉਸ ਦੇ ਵਿੱਚ ਕੀ ਹੈ ਕਿ ਉਹ ਫਿਰ ਪਿਕਚਰ ਬਣਦੀ ਰਹਿੰਦੀ ਹੈ, ਬਾਰ-ਬਾਰ ਰਿਪੀਟ ਹੁੰਦਾ ਸੀ। ਮੈਂ ਕਰ ਨਹੀਂ ਰਿਹਾ, ਆਲਰੇਡੀ ਮੈਂ ਜਾ ਨਹੀਂ ਰਿਹਾ ਉੱਥੇ, ਲੇਕਿਨ ਬਣ ਰਿਹਾ। ਫਿਰ ਮੈਨੂੰ ਇਹ ਪਤਾ ਕਲੀਅਰ ਹੋ ਜਾਂਦਾ ਕਿ ਵੀ ਇਹ ਨਹੀਂ ਹੋਣਾ। ਪੂਰਾ ਦਿਨ ਬਿਲੀਫ ਸਿਸਟਮ ਹੈ ਨਾ, ਕਿਉਂਕਿ ਮੈਨੂੰ ਕਲੀਅਰ ਹੋ ਗਿਆ ਕਿ ਮੈਨੂੰ ਥਾਟ ਆ ਰਿਹਾ ਹੈ ਹੋਣਾ ਹੀ ਨਹੀਂ, ਤੁਸੀਂ ਪਹਿਲਾਂ ਹੀ ਉਹ ਬਿਲੀਫ ਸਿਸਟਮ ਪਾਤਾ ਜੀ, ਕੀ ਪਤਾ ਉਹ ਹੋਣਾ ਹੋਏ। ਹੁਣ ਤੁਸੀਂ ਬਿਲੀਫ ਸਿਸਟਮ ਪਹਿਲਾਂ ਹੀ ਪਾਤਾ ਨਾ ਕਿ ਹੋਣਾ ਹੀ ਨਹੀਂ। ਨਹੀਂ, ਪਹਿਲਾਂ ਨਹੀਂ ਪਾਇਆ ਜੀ, ਪਹਿਲਾਂ ਤਾਂ ਹੋ ਰਿਹਾ ਜੀ। ਮਤਲਬ ਮੈਂ ਪਿਕਚਰ, ਜਿਵੇਂ ਤੁਸੀਂ ਕਿਹਾ ਸਾਡੇ ਮਨ ਦੇ ਵਿੱਚ ਪਿਕਚਰ ਬਣਨੀ ਚਾਹੀਦੀ, ਬਣ ਰਹੀ ਹੈ, ਸਾਡੇ ਆਲਰੇਡੀ ਬਣ ਰਹੀ ਸੀ। ਪਰ ਕੀ ਹੈ ਕਿ ਲਾਸਟ ਦੇ ਵਿੱਚ ਜਦੋਂ ਅਗੇਨ ਮੈਂ ਕੰਮ ਹੋਰ ਕਰ ਰਿਹਾ ਤੇ ਮੇਰੇ ਮਨ ਦੇ ਵਿੱਚ ਉਹੀ ਫਿਰ ਚੱਲ ਰਿਹਾ ਹੈਗਾ, ਉਹੀ ਮਾਈਂਡ ਦੇ ਵਿੱਚ ਘੁੰਮ ਰਹੀ ਹੈ ਗੱਲ, ਰਿਪੀਟ ਹੋ ਰਹੀ ਹੈ ਬਾਰ-ਬਾਰ ਮੇਰੇ ਕਰਨ ਤੋਂ ਬਗੈਰ ਹੀ। ਮੈਂ ਨਹੀਂ ਥੋੜਾ ਲੈ ਰਿਹਾ ਬਾਅਦ, ਫਿਰ ਕੀ ਹੈਗਾ, ਫਿਰ ਉਹ ਬਾਅਦ ਦੇ ਵਿੱਚ ਪੂਰਾ ਦਿਨ ਚੱਲਦੀ ਹੈਗੀ। ਹੋ ਸਕਦਾ ਕਿ ਨਾਈਟ ਵੀ ਸੌਣ ਦੇ ਟਾਈਮ ਵੀ ਚੱਲੇ, ਪਰ ਫਿਰ ਉਹ ਕਿਉਂਕਿ ਮੇਰਾ ਪਿਛਲੇ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ, ਫਿਰ ਮੈਨੂੰ ਉਹੀ ਸ਼ੋ ਕਰਦਾ ਕਿ ਵੀ ਨਹੀਂ, ਇਹ ਇੰਪੋਸੀਬਲ। ਤੁਸੀਂ ਐਫਰਮੇਸ਼ਨਸ ਹੈ ਪਾਓ, ਜੋ ਵੀ ਤੁਸੀਂ ਉਹਨਾਂ ਨਾਲ ਕੰਮ ਕਰਨਾ ਕਿ ਮੇਰੇ ਨਾਲ ਉਹਦਾ ਨਾਲ ਕੰਮ ਹੋ ਰਿਹਾ, ਬਿਕਾਜ਼ ਕਿ ਬੇਸਿਕਲੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸੋਚਦੇ ਹੋ ਪਰ ਉਹ ਕੰਮ ਮਟੀਰੀਅਲਾਈਜ਼ ਨਹੀਂ ਹੁੰਦਾ, ਉਹ ਕੰਮ ਐਂਡ 'ਚ ਹੁੰਦਾ ਨਹੀਂ ਹੁੰਦਾ। ਤੇ ਬਸ ਉਹ ਐਫਰਮੇਸ਼ਨ ਪਾਓ ਕਿ ਮੇਰੇ ਸਾਰੇ ਕੰਮ ਸਿਰੇ ਚੜ ਜਾਂਦੇ ਆ। ਸੋ ਲੈਟਸ, ਕਿਉਂਕਿ ਮੈਨੂੰ ਨਾ ਵਰਡਸ ਕੀ ਪੰਜਾਬੀ ਥੋੜੀ ਪ੍ਰੋਬਲਮ ਹੈ, ਤੇ ਮੇਰੇ ਸਾਰੇ ਕੰਮ ਸਿਰੇ ਚੜ ਜਾਂਦੇ, ਮਤਲਬ ਜਿਹੜਾ ਵੀ ਮੈਂ ਕੰਮ ਕਰਦੀ ਹਾਂ ਮਟੀਰੀਅਲਾਈਜ਼ ਹੋ ਰਿਹਾ, ਜੋ ਵੀ ਤੁਹਾਡੀ ਥਾਟਸ ਹੈ ਉਸ ਮਤਲਬ ਐਂਡ, ਉਹਨਾਂ ਦਾ ਐਂਡ ਗੋਲ ਆ ਰਿਹਾ, ਉਹ ਸਿਰੇ ਚੜ ਰਿਹਾ। ਓਕੇ। ਔਰ ਉਸ ਤੋਂ ਬਾਅਦ ਥੋੜੇ ਦਿਨ ਕਰਕੇ ਦੇਖੋ ਕੀ ਫਰਕ ਪੈਣਾ ਤੁਹਾਡੀ ਲਾਈਫ 'ਚ। ਠੀਕ ਹੈ। ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਮੈਮ। ਮੈਮ ਮੈਂ ਇਹ ਪੁੱਛਣਾ ਸੀਗਾ ਕਿ ਜਿਵੇਂ ਮੈਂ 25 ਐਫਰਮੇਸ਼ਨਸ ਲਿਖੀਆਂ ਸੀਗੀਆਂ, ਇਹ ਮੈਂ ਕੱਲ ਲਿਖੀਆਂ ਸੀਗੀਆਂ, ਤੇ ਕਿਉਂਕਿ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਮੈਂ ਸਹੀ ਵੀ ਲਿਖੀਆਂ ਹੀ ਆ, ਤੇ ਜਿਵੇਂ 25 ਲਿਖੀਆਂ ਤੇ ਤੁਸੀਂ ਕਿਹਾ ਜਿਵੇਂ 5 ਹੀ ਕਰਨੀ ਹੈ, ਜਿਵੇਂ ਤੇ ਜ਼ਿਆਦਾ ਨਹੀਂ ਕਰਨੀਆਂ, ਤੇ ਉਹਦੇ ਵਿੱਚੋਂ ਮੈਂ ਚੂਜ਼ ਕਰਕੇ ਤੇ ਕੁਝ 5 ਕਰਾਂ, ਹਨਾ। ਜਿਵੇਂ ਮੈਂ ਚਾਹਨੀ ਹਾਂ ਕਿ ਬਹੁਤ ਜ਼ਰੂਰੀ ਲੱਗ ਰਿਹਾ। ਦੇਖੋ ਮੈਮ 25 ਏਦਾਂ ਕੁਛ ਨਹੀਂ, ਬਿਕਾਜ਼ 25 ਤੁਸੀਂ ਰੋਜ਼ ਕਰਨ ਲੱਗੋਗੇ, ਫਿਰ ਤੁਸੀਂ ਇੱਕ ਟਾਈਮ ਤੇ ਆ ਕੇ ਤੁਸੀਂ ਛੱਡ ਦੋਗੇ। ਸੋ ਅਸੀਂ ਉਹ ਵਾਲਾ ਕੰਮ ਕਰੀਏ ਨਾ ਜਿਹਨੂੰ ਅਸੀਂ ਬਿਕਾਜ਼ ਇਹ ਲਾਈਫ ਸਟਾਈਲ ਹੈ। ਹੁਣ ਤੁਸੀਂ ਚਲੋ 10 ਦਿਨ ਤੁਸੀਂ ਆਪਣੇ ਆਪ ਨੂੰ ਰੋਜ਼ ਬੈਠ ਕੇ 25 ਐਫਰਮੇਸ਼ਨਸ ਵੀ ਕਰ ਲੋਗੇ, ਤੁਸੀਂ ਰਾਤੀ ਵੀ ਕਰ ਲਿਆ, ਇੱਕ ਤੁਸੀਂ ਇੰਨੇ ਥੱਕੋਗੇ ਕਿ ਅੱਜ ਮੈਂ ਨਹੀਂ ਕਰਨੀ, ਬਿਕਾਜ਼ ਇਹ ਉਹ ਤਾਂ ਨਹੀਂ ਹੈ ਨਾ ਕਿ ਅੱਜ ਮੈਂ ਮੰਡੇ ਟਿਊਜ਼ਡੇ ਕਰਨੀ ਹੈ, ਸੰਡੇ ਮੇਰੀ ਛੁੱਟੀ ਹੈ ਕਿ ਅੱਜ ਮੈਂ ਲੇਟ ਸੋਣਾ ਹੈ, ਦੇਰ ਉੱਠਣਾ ਹੈ। So that does not work। ਤਾਂ ਮੈਂ ਕਹਿੰਦੀ 3 to 5 ਲੈਣਾ ਇਸ ਆਸਾਨ, ਤੁਸੀਂ ਚੱਲਦੇ ਫਿਰਦੇ ਵੀ ਉਹਨਾਂ ਨੂੰ ਕਰ ਸਕਦੇ ਹੋ। ਤੁਸੀਂ ਰਾਤੀ 2 ਮਿੰਟ ਤੋਂ ਪਹਿਲਾਂ ਤੁਹਾਨੂੰ ਬਹੁਤ ਵੀ ਨੀਂਦ ਆਈ, ਤੁਸੀਂ ਕਿਤੋਂ ਬਾਹਰ ਆਇਓ, ਥੱਕੇ ਵੀ ਹੋਇਓ, ਤੁਸੀਂ 5 ਮਿੰਟ 'ਚ ਉਹਨੂੰ ਕਰ ਲਓ। 25 ਕਰੋਗੇ ਫਿਰ ਤੁਸੀਂ ਅਗੇਨ ਉਹਨੂੰ ਟਾਈਮ ਲੱਗੇਗਾ, ਬਿਕਾਜ਼ ਇਹ ਚੀਜ਼ ਨਾਲ ਕਮਿਟਮੈਂਟ ਬੜੀ ਹੈ। ਜਿੱਦਾਂ ਹੁਣ ਮੈਡੀਟੇਸ਼ਨ ਇੱਕ ਕਮਿਟਮੈਂਟ ਹੈ, ਤੁਸੀਂ ਰੋਜ਼ ਬੈਠਣਾ ਹੈ, ਤੁਹਾਨੂੰ ਉਹਦੇ 100% ਰਿਜ਼ਲਟਸ ਆਉਣਗੇ, ਪਰ ਕਮਿਟਮੈਂਟ ਬੈਠਣਾ ਤਾਂ ਪੈਣਾ ਹੈ ਨਾ। ਤੁਸੀਂ ਬੈਠੋਗੇ ਨਹੀਂ ਹੋਗੇ ਨਹੀਂ ਮੈਡੀਟੇਸ਼ਨ ਮੈਨੂੰ ਆਪੇ ਰਿਜ਼ਲਟਸ ਦੇ, ਕਿਉਂਕਿ ਮੈਂ 2 ਦਿਨ ਕੀਤੀ ਹੈ, it doesn't work like that। ਤਾਂ ਮੈਂ 3 to 5 ਕਿਹਾ ਸੀ ਕਿ then it will be easy for you, because ਮੈਂ ਵੀ ਕਦੀ 25 ਨਹੀਂ ਕਰਦੀ, because it's hard, because you know ਘਰ ਦੇ ਕੰਮ ਹੈ, ਬੱਚੇ and all that we, because ਅਸੀਂ ਸਿਰਫ ਇੱਕ ਚੀਜ਼ ਥੋੜੀ ਨਹੀਂ ਕਰ ਰਹੇ, ਅਸੀਂ ਸਭ ਨੂੰ ਲੈ ਕੇ ਚੱਲਣਾ, ਅਸੀਂ ਮੈਡੀਟੇਸ਼ਨ ਵੀ ਕਰਨੀ ਹੈ, ਅਸੀਂ ਘਰ ਦਾ ਖਾਣਾ ਵੀ ਬਣਾਉਣਾ ਹੈ, ਅਸੀਂ ਬਾਹਰ ਦਾ ਕੰਮ ਵੀ ਕਰਨਾ ਹੈ, ਬੱਚੇ ਵੀ ਦੇਖਣੇ, we have to do everything together। ਤੇ ਫਿਰ ਅਸੀਂ, ਕਿਉਂਕਿ ਜੇ ਅਸੀਂ 25 ਕਰਾਂਗੇ ਅਸੀਂ ਆਪਣੇ ਆਪ ਤੇ ਪ੍ਰੈਸ਼ਰ ਲੈਣਾ ਸ਼ੁਰੂ ਕਰ ਦਾਂਗੇ, ਤੇ ਪ੍ਰੈਸ਼ਰ ਆ ਕੇ ਅਗੇਨ ਤੁਹਾਡੀ ਫ੍ਰੀਕੁਐਂਸੀ ਡਾਊਨ ਹੋਣੀ ਹੈ। ਤੁਸੀਂ ਇਹਨੂੰ ਬੜੇ ਆਰਾਮਲੀ, ਬੜੇ ਕੈਜੂਅਲੀ, ਕਿ ਇਹਦਾ ਲਾਈਫ ਸਟਾਈਲ ਹੈ। ਸੋ ਜੋ ਤੁਹਾਨੂੰ 3 ਤੋਂ 5 ਤੁਹਾਨੂੰ ਇਸ ਟਾਈਮ ਬਹੁਤ ਜ਼ਰੂਰਤ ਲੱਗ ਰਹੀ ਹੈ ਕਿ ਤੁਹਾਨੂੰ ਇਹ ਲਾਈਫ, ਤੁਹਾਡੇ ਬਿਲੀਫ ਸਿਸਟਮ ਬਿਲਕੁਲ ਤੋੜਨੇ ਹੈ, ਉਹ ਲੈ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰੋ। ਉਹ ਜਦੋਂ ਹੋ ਜਾਣਗੇ then do it another one, because ਇਹ ਤਾਂ ਹੁਣ ਪੂਰੀ ਜ਼ਿੰਦਗੀ ਦਾ ਕੰਮ ਹੈ। ਇਹ ਤਾਂ ਹੈ ਨਹੀਂ 1 ਦਿਨ ਕਰਕੇ ਤੁਸੀਂ ਖਤਮ ਕਰਕੇ ਚਲੋ ਜੀ ਮੈਂ ਅਗਲਾ ਕੋਈ ਟੌਪਿਕ ਸ਼ੁਰੂ ਕਰਨਾ ਹੈ। so then you can keep doing it। ਮੈਮ ਜਿਵੇਂ ਮੈਂ ਲਿਖਿਆ ਸੀ ਕਿ I am running a huge coaching center, ਮਤਲਬ I am earning, ਫਿਲਹਾਲ ਮੈਂ ਕੁਝ earn ਨਹੀਂ ਕਰ ਰਹੀ ਹਾਂ, ਪਰ ਮੈਂ ਚਾਹਨੀ ਹਾਂ ਕਿ ਮਤਲਬ ਹੋਏ, ਤਾਂ ਇਹ ਮੈਂ ਠੀਕ ਲਿਖਿਆ ਕਿ I am running I am sitting in my coaching center, I am enjoying teaching the kids in my coaching center। उससे वो भी पाओ ना, जूस ही पाओ कि मैं उससे enjoy भी कर रही हूँ कि मैं उससे जो भी तुझे coaching बच्चा ने पढ़ाया, I am enjoying teaching kids in my coaching center, because then again यूनिवर्स करेगा कि because वो तुसी again वो vibrations भी तो उन्हीं अच्छे पा रहे हो ना। रनिंग तो ठीक है, रन कर रहे हैं, that was said add emotions। I am enjoying teaching kids in my coaching center, I am attracting right students, because you want students जेरे आके पैसे डायरेक्टली देना है, नहीं कि मैडम आज पढ़ा दो कल, because this is we are going to run a business। like मैं उस दिन मैं किसी ने गाल कर रही थी, they said that I उन्हें affirmation पाई I attract clients।
क्लाइंट्स ਤਾਂ ਆ ਗਏ ਬਟ ਉਹ ਕਲਾइंट्स ਉਹ ਵਾਲੇ ਜਿਹੜੇ ਪੈਸੇ ਨਹੀਂ ਦਿੰਦੇ ਸੀ। So I am attracting clients who are paying me on the first day, no? So I can बैठ के सोच के ध्यान नाल करो, because you can work on, you can keep changing it, but हर चीज ਨੂੰ बड़े specific होके की चाहिए। कोचिंग सेंटर चलाना है बट ਤੁਹਾਨੂੰ पैसे भी चाहिए, राइट? सारा कुछ। So बड़ा स्पेसिफिक होके सोच के एंड गोल की है, फिर उससे अपनी अबंडेंस दी एनर्जी पाके देन ਉਹਨੂੰ ਲਿਖ ਕੇ ਉਹਨੂੰ ਆਪਣੇ ਰਾਤੀ ਆਪਣੇ ਅਫਰਮੇਸ਼ਨਸ ਕਹਿਣੇ ਸ਼ੁਰੂ ਕਰ। ਮੈਮ ਇੱਕ ਮੈਂ ਲਿਖਿਆ ਸੀ ਜਿੱਦਾਂ ਮਾਈ ਚਿਲਡਰਨ ਓਬੇਜ਼ ਮੀ ਐਂਡ ਲਵਸ ਮੀ ਅ ਲੋਟ, ਤੇ ਜਿਵੇਂ ਮੈਂ ਲਿਖਿਆ ਸੀਗਾ ਕਿ ਮੈਂ ਤੇ ਇਹ ਵੀ ਗਲਤ ਹੋ ਗਿਆ ਕਿਉਂਕਿ ਇਹ ਮੇਰੇ ਤੇ ਨਹੀਂ ਹੈ, ਮੇਰੇ ਬੱਚਿਆਂ ਤੇ ਆ ਗਿਆ ਹੈ ਨਾ। I know and I completely feel you। मैं आप कहती है कि मैं अपने बच्चे लिए सारा कुछ करदा, but this is again we cannot go against the law। मैं हर एक मॉम ਨੂੰ ਇੱਥੇ ਜੋ ਮॉम ਸੋਚ ਰਹੀ ਹੈ ਮੈਂ 110% ਨੂੰ ਫੀਲ ਕਰਦੀ, ਬਿਕਾਜ਼ ਮੈਂ ਹਜੇ ਵੀ ਫੀਲ ਕਰਦੀ ਹਾਂ ਕਿ ਮੈਂ ਆਪਣੀ ਬੇਟੀਆਂ ਦਾ ਆਪੇ ਵੀ ਨਾ ਜਿਹਨਾਂ ਨੂੰ ਨਹੀਂ ਆਉਂਦਾ ਛੋਟੀਆਂ, ਮੈਂ ਉਹਨਾਂ ਦਾ ਰੀਪ੍ਰੋਗਰਾਮ ਕਰਨਾ, ਬਟ ਇਟ ਡਸ ਨਾਟ ਵਰਕ ਲਾਈਕ ਦੈਟ। ਤੁਸੀਂ ਉਹਨਾਂ ਦੀ ਇਹਨਾਂ ਸਾਨੂੰ ਸਮਝਣਾ ਪਏਗਾ, ਅਸੀਂ ਕਿਸੇ ਦੀ ਲਾਈਫ ਚ ਇੰਟਰ, ਚਾਹੇ ਸਾਡੇ ਆਪਣੇ ਬੱਚੇ ਹੀ ਆ, ਵੀ ਕੈਨ ਨਾਟ ਇੰਟਰਫੇਅਰ ਇਨ देयर ਲਾਈਫ। ਮਤਲਬ ਕਿ ਉਹ ਮੈਨੂੰ ਓਬੇ ਕਰ ਰਹੇ ਨੇ, ਪਰ ਓਬੇ ਕਹਿਣਾ ਤਾਂ ਮਨ मैं समझ सकती से कितने कह रहे, but no, I am having fun with my kids, I am enjoying my kids, that is different। I am my kids are obeying me, that's not again ਤੁਸੀਂ ਕੀ ਕਹਿ ਰਹੇ ਹੋ ਕਿ ਉਹ ਉਹਨਾਂ ਨੂੰ ਤੁਸੀਂ ਬੇਸਿਕਲੀ ਆਪਣਾ ਪ੍ਰੋਗਰਾਮ ਨਹੀਂ ਕਰ ਰਹੇ ਹੋ, ਰੀਪ੍ਰੋਗਰਾਮ ਤੁਸੀਂ ਉਹਨਾਂ ਦਾ ਰੀਪ੍ਰੋਗਰਾਮ ਹੋ ਰਿਹਾ ਕਿ ਉਹ ਮੈਨੂੰ ਓਬੇ ਕਰ। this is what we are saying, this is not I am enjoying with my kids, that is different। ਤੁਸੀਂ ਉਹਨੂੰ enjoy ਕਰ ਰਹੇ ਹੋ, but ਜੇ ਉਹ ਮੈਨੂੰ obey ਕਰਨ, that is not an affirmation for you। ਫਿਰ ਤੁਸੀਂ ਉਹਨਾਂ ਲਈ affirmation ਪਾ ਰਹੇ ਹੋ, and ਅਗਰ ਉਹ ਬੱਚੇ ready ਨਹੀਂ ਆ, ਜੇ ਬੱਚਿਆਂ ਦਾ ਉਹ purpose ਜਾਂ ਜੋ ਵੀ ਉਹਨਾਂ ਦਾ ਹੈ, then ਕੁਝ ਨਹੀਂ manifest ਹੋਣਾ। ਤੁਸੀਂ ਕਹਿੰਦੇ ਹਰਲੀਨ ਮੈਡਮ ਨੇ ਨਾ 5 ਦਿਨ ਸਿਰਫ ਟਾਈਮ ਵੇਸਟ ਕੀਤਾ, ਇਹ ਤਾਂ ਕੁਝ ਹੋਇਆ ਹੀ ਨਹੀਂ ਫਿਰ। so this is ਨਹੀਂ ਮੈਮ ਮੈਂ ਤਾਂ ਹੀ ਪੁੱਛ ਰਹੀ ਹਾਂ ਕਿ ਮਤਲਬ ਮੈਂ ਲਿਖੇ ਹੈ ਕੱਲ ਤੇ ਉਹ ਸਹੀ ਵੀ ਹੈ ਕਿ ਨਹੀਂ, ਮਤਲਬ ਕਿ ਮੈਂ ਪੈਸੇ ਨੂੰ ਕਿਹਾ ਕਿ ਫੈਮਿਲੀ ਚ ਇਨਵੋਲਵ ਕਰ ਲਓ, ਉਸ ਚ ਅਸੀਂ ਵੀ ਇਨਵੋਲਵ ਹੋ ਰਹੇ ਹਾਂ। ਅਸੀਂ ਇਹ ਨਹੀਂ ਕਹਿ ਰਹੇ that my husband started loving me, no, I have a loving husband, ਉਹ different ਹੈ, but my husband loves me, that is wrong, because basically ਤੁਸੀਂ ਉਹਨੂੰ ਕਹਿ ਰਹੇ ਹੋ ਕਿ ਉਹ ਮੈਨੂੰ ਪਿਆਰ ਕਰੇ। so ਜਦੋਂ ਅਸੀਂ ਕਹਿ ਰਹੇ ਕਿ ਮੈਂ ਕਹਿ ਰਹੀ ਮੇਰਾ ਫੈਮਿਲੀ ਬਿਜ਼ਨਸ ਫਲਰਿਸ਼ ਹੋ ਰਿਹਾ, ਉਸ ਚ I am involved too, because ਉਹ ਮੇਰੀ ਫੈਮਿਲੀ ਹੈ। so whole business is flourishing, but my kids are obeying me, that is completely wrong। ਉਹ ਬਿਲਕੁਲ ਕੰਮ ਨਹੀਂ ਕਰੇਗਾ, ਤੁਹਾਡੀਆਂ ਬਾਕੀ ਪਰਮਿਸ਼ਨਸ ਵੀ ਕੰਮ ਨਹੀਂ ਕਰਨਗੇ, and everything will go back to zero। I'm sorry but this is the fact। ਮੈਨੂੰ ਵੀ ਬੜਾ ਟਾਈਮ ਲੱਗਿਆ ਸੀ ਚੀਜ਼ ਨੂੰ ਸਮਝਣ ਲਈ ਕਿ ਬੱਚਾ ਲਈ ਕਿਉਂ ਨਹੀਂ, ਕਿ ਮੈਨੂੰ ਸੀ ਬੱਚੇ ਛੋਟੇ ਨੂੰ ਤਾਂ ਅਸੀਂ ਕਰਾਂਗੇ ਨਾ, ਬਟ ਇਦਾਂ ਨਹੀਂ ਹੁੰਦਾ। they have their own life, they have their own identity। ਅਸੀਂ ਉਹਨਾਂ ਨੂੰ ਆਪਣਾ ਨਾਮ ਦਿੱਤਾ ਹੈ, ਬਟ ਉਹ ਆਪਣੀ ਇੱਕ ਆਇਡੈਂਟੀਟੀ, ਆਪਣਾ ਇੱਕ ਪਲਾਨ, ਆਪਣਾ ਇੱਕ ਸੋਲ ਪਲਾਨ ਲੈ ਕੇ ਆਇਆ, ਅਸੀਂ ਉਹਨਾਂ ਚ ਇੰਟਰਫੇਅਰ ਨਹੀਂ ਕਰ ਸਕਦੇ। ਥੈਂਕ ਯੂ ਅਮਨ ਜੀ ਕਿ ਹੋਰ ਵੀ ਹੈਂਡ ਰੇਜ਼ ਨੇ, ਟਾਈਮ ਵੀ ਹੋ ਰਿਹਾ, ਸੋ let the others also take opportunity। okay ma'am, thank you। ਸੁੰਦਰਾ ਜੀ ਹਾਂਜੀ ਬੋਲੋ। ਸਾਇੰਸ ਤੁਹਾਨੂੰ ਸਮਝ ਆ ਗਈ ਨਾ, ਸਾਇੰਸ ਸਮਝ ਆ ਗਈ ਤੇ ਤੁਸੀਂ ਸਭ ਕੁਝ ਕਰ ਸਕਦੇ ਹੋ। ਅਗਰ ਸਾਇੰਸ ਨਹੀਂ ਸਮਝ ਆਈ ਤੇ ਗੜਬੜ ਹੈ। ਤੁਹਾਨੂੰ ਐਫਰਮੇਸ਼ਨ ਕਿਉਂ ਕਰਨੀ, ਕਿਤੇ ਲਈ ਕਰਨੀ ਹੈ, ਐਂਡ ਰਿਜ਼ਲਟ ਕੀ ਹੈ, ਬਣਾਣੀ ਕਿਸ ਤਰ੍ਹਾਂ ਹੈ, ਕਿਹੜੇ ਵਰਡ ਯੂਜ਼ ਕਰਨੇ ਨੇ, ਉਹ ਸਮਝ ਆ ਗਿਆ, ਤੁਸੀਂ ਕੁਝ ਵੀ ਕਰ ਸਕਦੇ ਹੋ। ਲੇਕਿਨ ਅਗਰ ਸਾਇੰਸ ਨਹੀਂ ਸਮਝ ਆਈ ਫਿਰ ਗੜਬੜ ਹੈ। तो साइंस समझो उस चीज ਨੂੰ, ਇਹਨੂੰ ਦੁਬਾਰਾ ਸੈਸ਼ਨ ਨੂੰ ਦੇਖਣਾ, ਜਿਸ ਵੇਲੇ ਅਪਲੋਡ ਹੋ ਜਾਏਗਾ ਦੁਬਾਰਾ ਦੇਖਣਾ, ਔਰ ਐਫਰਮੇਸ਼ਨ ਦਾ ਜਿਹੜਾ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਣਾਉਣੀਆਂ ਨੇ ਔਰ ਕੀ ਚੀਜ਼ਾਂ ਵਰਕ ਕਰਦੀਆਂ ਨੇ, ਦੁਬਾਰਾ ਦੇਖਣਾ ਸਮਝ ਆਏਗਾ। ਔਰ ਫਿਰ ਵੀ ਅਗਰ ਤੁਹਾਨੂੰ ਕਨਫਿਊਜ਼ਨ ਲੱਗੇ ਫੋਨ ਕਰਕੇ ਪੁੱਛ ਲੈਣਾ। ਹਾਂਜੀ ਠੀਕ ਹੈ ਜੀ, ਥੈਂਕ ਯੂ। ਤੁਸੀਂ ਮੈਨੂੰ ਮੈਸੇਜ ਪਾ ਦੇਣਾ, ਬਿਕਾਜ਼ ਕਈ ਵਾਰ ਕਿਉਂਕਿ ਟਾਈਮ ਦਾ ਆਈ ਡੋਨਟ ਨੋ ਤੁਸੀਂ ਕਰੋਗੇ ਪਤਾ ਨਾ, ਡਿਫਰੈਂਟ ਟਾਈਮ ਮੈਸੇਜ ਪਾ ਦਿਓ ਐਂਡ ਆਈ ਵਿਲ ਗੈਟ ਬੈਕ ਟੂ ਯੂ। ਠੀਕ ਹੈ ਜੀ, ਮੈਨੂੰ ਵੀ ਕੋਈ ਪ੍ਰੋਬਲਮ ਹੈ, ਮੇਰਾ ਨੰਬਰ ਹੈਗਾ ਗਰੁੱਪ ਚ, ਮੈਨੂੰ ਮੈਸੇਜ ਕਰ ਦੇਣ and मैं I'll get back to them। yes and Hardeep ji, yes। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਹਰਲੀਨ ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਜੱਸੀ ਮੈਮ ਸਤਿ ਸ਼੍ਰੀ ਅਕਾਲ, ਐਂਡ ਕਮਲਦੀਪ ਸਰ ਐਂਡ ਹੋਲ ਟੀਮ, ਮੇਰੀ ਪਿਆਰੀ ਟੀਮ, ਥੈਂਕ ਯੂ। ਸੋ ਮੈਮ ਮੈਂ ਤੇ ਤੁਹਾਡਾ ਡੀਪ ਗ੍ਰੈਟੀਟਿਊਡ ਦਿੰਦੀ ਹਾਂ ਤੁਹਾਨੂੰ, ਡੀਪ ਕਿ ਤੁਸੀਂ ਇਹਨੇ ਵੰਡਰਫੁਲ ਸਬਜੈਕਟ ਲੈ ਕੇ ਆਇਓ, ਮਜ਼ਾ ਆ ਗਿਆ ਸੁਣ ਕੇ। ਮੈਨੂੰ ਜੱਸੀ ਮੈਮ ਨੇ ਕਿਹਾ ਸੀ ਕਰਨ ਦੀ, ਤਾਂ ਗ੍ਰੈਜੂਏਟ ਸਭ ਤੋਂ ਪਹਿਲਾਂ ਜੱਸੀ ਮੈਮ ਦਾ ਬਣਦਾ ਹੈ, because she asked me ਕਿਹੜਾ ਸਬਜੈਕਟ ਲੈਣਾ ਹੈ, ਸਿਰ ਅਬੰਡੈਂਸ ਕਰ ਲੈ। ਸੋ ਫਰਸਟ ਗ੍ਰੈਟੀਟਿਊਡ ਇਜ਼ ਟੂ ਜੱਸੀ ਮੈਮ। ਯੈਸ ਉਹ ਤੇ ਹੈ ਹੀ ਹੈ ਮੈਮ, ਉਹ ਤੇ ਹੈ ਹੀ ਹੈ, ਉਹ ਤੇ ਨੈਚੁਰਲੀ ਹੈ। ਥੈਂਕ ਯੂ ਮੈਮ, ਥੈਂਕ ਯੂ ਸੋ ਵੈਰੀ ਮਚ, ਬਹੁਤ ਮਜ਼ਾ ਆ ਰਿਹਾ ਹੈ, ਬਹੁਤ ਬਹੁਤ।
ਈਵਨ ਮੈਂ ਹੁਣੇ ਤੁਹਾਡੇ ਜਦ ਤੁਸੀਂ ਬੋਲਿਆ ਦੇਖੋ ਮੈਂ ਲਿਖ ਕੇ ਬੈਠੀ ਹੋਈ ਹਾਂ, ਹੁਣੇ ਤੁਸੀਂ ਬੋਲ ਰਹੇ ਸੀ ਨਾ ਕੁਝ ਪੁੱਠਾ, ਆਈ ਥਿੰਕ ਪੁੱਠਾ ਨਾ ਦਿਸਦਾ ਹੋਏ ਉਲਟਾ ਨਾ ਦਿਸਦਾ ਹੋਏ, ਬਟ ਮੈਂ ਲਿਖ ਨਾਲ ਦੀ ਨਾਲ ਪੈਨ ਤੇ ਡਾਇਰੀ ਲੈ ਕੇ ਬੈਠੀ ਸੀ। ਇਹ ਨਾ ਸੋਚੋ ਕਿ ਮੈਂ ਗਲਤ ਲਿਖ ਰਹੀ ਹਾਂ, ਕੋਈ ਗੱਲ ਨਹੀਂ, ਇਹ ਸਾਰਾ ਅੱਜ ਗਲਤ ਹੋਇਆ ਕੱਲ ਹੈ, ਧੀਰੇ ਧੀਰੇ ਜਿੰਨਾ ਅਸੀਂ ਕਰਾਂਗੇ ਚੀਜ਼ਾਂ, ਬਿਕੋਜ਼ ਦੇਖੋ ਹਰ ਕੋਈ ਨਵਾਂ ਕੋਈ ਵੀ ਤੁਸੀਂ ਨਵੀਂ ਚੀਜ਼ ਸ਼ੁਰੂ ਕਰਨ ਨੂੰ ਟਾਈਮ ਲੱਗਦਾ। ਸੋ ਜੇ ਇੱਕ ਵਾਰ ਕੋਈ ਗਲਤ ਇਨਫੋਰਮੇਸ਼ਨ ਬਣ ਗਈ ਕੋਈ ਗੱਲ ਨਹੀਂ, ਦੁਬਾਰਾ ਇਹ ਕਿਹੜਾ ਵੀ ਜਿਹੜੀ ਸੀ 5 ਦਿਨ ਬਾਅਦ ਖਤਮ ਕਰਕੇ ਅਸੀਂ ਟੈਸਟ ਦੇਣਾ, ਪੂਰੀ ਜ਼ਿੰਦਗੀ ਸਾਡੇ ਕੋਲ ਹੈ, ਅਸੀਂ ਪੂਰੀ ਜ਼ਿੰਦਗੀ ਅਸੀਂ ਇਹੀ ਚੀਜ਼ਾਂ ਕਰਨੀਆਂ, ਲਾਈਫ ਸਟਾਈਲ ਹੈ। ਸੋ ਕਹਿੰਦੇ ਨਾ ਬੈਕ ਐਂਡ ਫੋਰਥ ਤਾਂ ਹੋਏਗਾ, ਇਟਸ ਓਕੇ, ਬਸ ਅਸੀਂ ਇਸ ਨੂੰ ਛੱਡਣਾ ਨਹੀਂ ਹੈ, ਇਸ ਪਤਰੀ ਤੋਂ ਉਤਰਨਾ ਨਹੀਂ, ਇਸ ਤੇ ਰਹਿਣਾ। ਹੁਣ ਸਾਨੂੰ ਸਾਰੇ ਸਾਇੰਸ ਪਤਾ ਲੱਗ ਗਈ ਹੈ, ਸਾਡੇ ਕੋਲ ਟੂਲਸ ਪਤਾ ਲੱਗ ਗਏ, ਬਸ ਹੁਣ ਇਸ ਤੇ ਚੱਲਣਾ। ਯੈਸ ਮੈਮ, ऑफ कोर्स, थैंक यू। हाँ जी शकुंतला जी। हाँ जी, सभी को मेरी नमस्ते। मैंने ये पूछा, मैं आर्थराइटिस पेशेंट हूँ और मैंने 15 मिनट की अफर्मेशन बनाई, यानी पहले उसको लिखा, फिर रिकॉर्ड किया, फिर मैं सुनती रही। आज आपकी बात बिल्कुल ठीक लगी कि वो बहुत छोटी होनी चाहिए, क्योंकि मेरी नींद में 5 मिनट का मैं सुनती हूँ और फिर मेरे को नींद आ जाती है, और सुबह भी कई बार ऐसे होता है, कई बार रह भी जाता है। तो मेन तो मेरी प्रॉब्लम है इस टाइम, मेरे दोनों घुटनों में स्वेलिंग चल रही है। मैं उसको सबसे पहले ठीक करना चाहती हूँ, तो मैंने सिर से लेकर पैर तक पूरी एफर्मेशन ये बनाई है जो 15 मिनट की। तो उसको छोटा करने के लिए मैं उसी में से 5 सेंटेंस चुन लूं, या फिर मैं ये कह दूं कि आई एम हेल्दी, माय इम्यून सिस्टम इज बेस्ट। फोकस अगर नीज है तो पहले नीज पे फोकस करो। नहीं, उसके लिए क्या बोलूं, क्या लिखूं? माय नीज आर परफेक्टली हेल्दी, माय नीज आर परफेक्टली हेल्दी, बिकॉज अगर वो तो ओवरऑल तो अफर्मेशंस है ही है, बट अगर आपका फोकस अभी नीज पे है तो पहले आप नीज पे फोकस करो, उसको करके देन धीरे धीरे आप जो आपको चीज सबसे ज्यादा चाहिए इस टाइम पे उस पे फोकस करो, उस पे सारी एनर्जी डालो। तो माय नीज आर हेल्दी, आई कैन रन, ऐसे कुछ और। आई एम रनिंग विद माय हेल्दी नीज, आई एम जंपिंग और आई एम डांसिंग, व्हाटएवर, मतलब जो भी, आई एम सो हैप्पी, आई एम सो रनिंग, लाइक इमोशंस डाल के अच्छी तरह से, ताकि आपके सबकॉन्शियस माइंड को लगे कि ऑलरेडी रियलिटी हो चुकी है। आई एम रनिंग विद माय नीज, आई एम डूइंग ऑल माय वर्क विद माय, आई एम डूइंग एवरीथिंग इजीली नाउ, व्हाटएवर, जो भी आपको बनाना है, जो भी है उससे, और उस पे करो। अगर हम बहुत बड़ा बना देंगे और उसको खुद से बोलो, आई मीन आई नो रिकॉर्ड करके कानों में लगा उसमें फिर हम सो जाते हैं, हमें लगता है कि ठीक है, तो ये 4-5 सेंटेंस करूं रिपीट बार बार। ग्रेटिट्यूड, शुक्राना, मतलब उसमें रह के अपने आप को शुक्रिया जो भी आपने करके उसके बाद में इन्फॉर्मेशंस बोलो, इन 3 टाइम पे बोलो। और जब भी आपको अगर आपके उसमें नीज में दर्द जब होता है, माय नीज आर हीलिंग, कि मेरे वो नीज बिल्कुल ठीक है, क्योंकि दर्द होता है उससे लगता है कि कहाँ से आ गया, आपको एकदम आपका जो सबकॉन्शियस माइंड बोलेगा देखा दर्द हो रही है, उसी टाइम पे इन्फॉर्मेशन देनी शुरू कर दो, मेरे नीज बिल्कुल ठीक हो रहे हैं, मेरी मुझे दर्द हो रही है ये नहीं, मेरे नीज ठीक हो गए, मैं हील हो रही हूँ। वही हमने वही मैंने वर्ड्स की बात करी थी, उसको वर्ड्स को डिफरेंट उस पे ले जाओ। ठीक है, थैंक यू सो मच। थैंक यू मैम। हरविंदर मैडम अनम्यूट करो। हेलो, सत श्री अकाल मैम। सत श्री अकाल जी, सत श्री अकाल सारिਆਂ ਨੂੰ। हरलीन मैडम बहुत अच्छा टॉपिक, बहुत अच्छा ਹੁੰਦਾ डेली, और जब टॉपिक ਦੇ ਵਿੱਚ ਵੀ ਜੇ ਅੱਖਾਂ ਦਿਲ ਕਰਦਾ ਅੱਖਾਂ ਬੰਦ ਕਰਕੇ ਵੀ ਸੁਣੋ, ਇੰਨੀ એનર્ਜੀ ਹੁੰਦੀ ਹੈ ਨਾ, ਬਹੁਤ ਜ਼ਿਆਦਾ। थैंक यू मैम, थैंक यू सो मच। और मैं क्वेश्चन मेरा ये ਸੀ कि जिस तरह आप थैंक्स 5 उस ते कर दो, है ना, 5 ते कर दो या 10 ते कर दो, ਤੇ ਵੀ ਮਤਲਬ ਕਿ ਰਿਪੀਟ ਨਹੀਂ ਹੋਣਾ ਚਾਹੀਦਾ। ਨਹੀਂ, ਰਿਪੀਟ ਨਹੀਂ ਹੋਣਾ ਚਾਹੀਦਾ। ਹਰ ਰੋਜ਼ ਇਦਾਂ ਹੈ ਨਾ, ਜਦੋਂ ਅਸੀਂ ਰੋਜ਼ ਨਵਾਂ ਸੋਚਾਂਗੇ ਤੁਹਾਨੂੰ ਰਿਅਲਾਈਜ਼ ਹੋਗਾ ਤੁਸੀਂ ਕਿੰਨੇ ਕੁ ਜ਼ਿਆਦਾ ਤੁਹਾਡੀ ਲਾਈਫ 'ਚ ਬਲੇਸਿੰਗਸ ਹੈ। ਜੇ ਅਸੀਂ ਸੇਮ ਹੀ ਕਰ ਜਾਵਾਂਗੇ ਕਿ ਮੈਂ ਆਪਣੀ ਹੈਲਥ ਲਈ ਹਾਂ, ਤੇ ਫਿਰ ਤਾਂ ਅਸੀਂ ਉਹੀ ਚੀਜ਼ ਤੇ ਪੈਟਰਨ ਨਾ। ਔਰ ਜਦੋਂ ਸੋਚੋਗੇ, ਜਦੋਂ ਕਿਸ ਤੇ ਜਿੱਦਾਂ ਹੁਣ ਤੁਸੀਂ ਜ਼ੂਮ ਤੇ ਗੱਲ ਕਰਿਓ, ਜ਼ੂਮ ਲਈ ਥੈਂਕ ਯੂ, ਤੁਹਾਡੇ ਕੋਲ ਜ਼ੂਮ ਹੈਗਾ, ਇੰਟਰਨੈਟ ਲਈ ਥੈਂਕ ਯੂ, ਹੈ ਨਾ, ਫੋਨ ਲਈ ਥੈਂਕ ਯੂ, ਤੁਸੀਂ ਚੱਲ ਰਹੇ ਹੋ ਬਾਹਰ ਜਾ ਕੇ ਹਵਾ ਲਈ ਥੈਂਕ ਯੂ। ਅਸੀਂ ਕਿੰਨੀ ਵਾਰ ਜਾ ਕੇ ਅਸੀਂ ਆਪਣੇ ਪੇੜ ਪੌਦਿਆਂ ਦੀ ਨੇਚਰ ਦੇ ਥੈਂਕ ਯੂ ਬੋਲੇ, ਉਦੋਂ ਅਸੀਂ ਕਹਿੰਦੇ ਵੀ ਹਾਂ ਉਹ ਤਾਂ ਹੈ, ਨੋਰਮਲ ਹੈ। ਸੋ ਇਹੀ ਜਦੋਂ 21 ਡੇਜ਼ ਦਾ ਸੀ, ਇਹਦਾ ਇਹੀ ਮਤਲਬ ਸੀ ਕਿ ਅਸੀਂ ਆਪਣੇ ਜਿਹੜੀ ਸਾਨੂੰ ਰੱਬ ਨੇ ਬਲੇਸਿੰਗਸ ਦਿੱਤੀਆਂ ਅਸੀਂ ਉਹਨਾਂ ਨੂੰ ਮਹਿਸੂਸ ਕਰੀਏ, ਕਿਉਂਕਿ ਅਸੀਂ ਤਾਂ ਜਿਹੜੀ ਚੀਜ਼ ਨਹੀਂ ਕਰਦੇ ਭੱਜੀ ਜਾ ਰਹੇ ਹਾਂ। ਸੋ ਹਰ ਚੀਜ਼ मतलब कि 5 ਤੇ ਹੀ ਕਰ ਲਈਏ, 5 ਤੇ ਹੀ ਕਰੀਏ, ਉਹੀ ਬੈਟਰ ਜੋ ਜਿੰਨਾ ਤੁਹਾਨੂੰ ਠੀਕ ਲੱਗਦਾ ਹੈ। ਜੇ ਤੁਹਾਨੂੰ ਲੱਗਦਾ 5 ਬੈਟਰ ਹੈ ਤਾਂ 5 ਕਿਉਂਕਿ ਉੱਠਦੇ ਹੀ 5 ਤਾਂ ਫਟਾਫਟ
आ जाती है ना दिमाग भी अज मैनू आ चीज हुई है बड़ी अच्छी, आ चीज हुई अच्छी, क्योंकि ये चीज मैं अज तो शुरू की है। हाँ ठीक है, आज तो लेके एक दिन तक रोज 5 लिखनी है। हाँ नागा नहीं पाना मेरे दिमाग च है भी रिपीट ना होवे। नहीं ਤੁਹਾਨੂੰ ਪਹਿਲੇ ਦੋ ਦਿਨ ਔਖਾ ਲੱਗੇਗਾ, ਜਦੋਂ ਤੁਹਾਨੂੰ ਅੱਜ ਤੁਹਾਨੂੰ ਦੇਖੋਗੇ ਤੁਹਾਨੂੰ ਇਵਨ ਆਪਣੇ ਜਿਹੜਾ ਤੁਹਾਡਾ ਫਲੋਰ ਹੈ ਆਪਣੇ ਘਰ ਦੇ ਫਲੋਰ ਨੂੰ ਜੋਗੇ ਥੈਂਕ ਯੂ ਕਿ ਤੂੰ ਮੇਰਾ ਭਾਰ ਸਹਿ ਰਿਹਾ, ਦੀਵਾਰਾਂ ਦਾ ਵੀ ਥੈਂਕ ਯੂ, ਠੀਕ ਘਰ ਦਾ ਥੈਂਕ ਯੂ। ਜਦੋਂ ਥੈਂਕਸ ਤੇ ਆਏ ਤਾਂ ਬੜਾ ਕੁਝ ਆਇਆ, ਮੈਂ ਕਿਹਾ ਨਹੀਂ ਅੱਜ ਸਾਰਾ ਨਹੀਂ ਇਹੀ ਤਾਂ ਆਪਣੇ ਆਪ ਨੂੰ ਦੱਸਣਾ ਹੈ ਕਿ ਅਸੀਂ ਕਿੰਨੇ ਬlesed ਆ, ਅਸੀਂ ਐਵੇਂ ਰੋ ਰਹੇ ਹਾਂ। ਦਿਸ ਇਜ਼ ਦਾ ਐਕਸਰਸਾਈਜ਼ ਦਾ ਮਤਲਬ ਹੀ ਇਹੀ ਸੀਗਾ। ਹਾਂਜੀ ਹਾਂਜੀ ਓਕੇ थैंक यू, बहुत अच्छे टॉपिक, बहुत डेली बहुत अच्छा हुंदा टॉपिक। थैंक यू सो मच जस्सी मैडम दा भी थैंक यू जी। और की ओके जी। कैलाश आंटी जी करो अनम्यूट। सत श्री अकाल आंटी। आंटी आप आंटी तुसी अनम्यूट नहीं हैगे, अनम्यूट करो। हो गया? हाँ जी हो गया। आंटी फिर म्यूट हो गए, दोबारा अनम्यूट करो। हाँ जी अब ठीक है, नहीं फिर म्यूट हो गया। फिर म्यूट हो गए, एक बार दोबारा करो, एक बार करो बस हाथ मिलाओ। अच्छा जी हाँ जी बोलो तो नहीं हो जी, एक बार दोबारा। हाँ जी हो गया। हाँ जी सत श्री अकाल आंटी। सबको सत श्री अकाल। मेरा मैं तो आपका शुक्रिया करती हूँ जो इतनी सुबह उठ के उठती हो 2 बजे 3 बजे 1 बजे। यहाँ तो उठने से भी लोगों को लगता है कैसे उठे। मैं तो आपका शुक्रिया करती हूँ। आपका शुक्रिया आंटी, आप हमारा ये सेशन अटेंड करते हो, ऊपर से मेरी आपसे बड़ी वो कुछ नहीं है ब्लेसिंग हमारे लिए। मैं तो हर चीज का, दीवारों का, बिस्तर का, पानी का, सब चीज का शुक्रिया करती हूँ और कुछ नहीं बोलती, लिखती नहीं हूँ बेटा। हाँ, मैं लिख नहीं सकती। आपने बोल दिया, आपके बोलने में अपनी ये ऑक्सीजन लगाई हुई है, इसका भी शुक्रिया करती हूँ। पूरे घर का, बच्चों का, आप सबका नाम लेके, टीपी सिंह, जस्सी मैम, सबका, मास्टर लोग का शुक्रिया शुक्रिया, थैंक यू बोलती है। थैंक यू बेटा, थैंक यू। यही कहना था, मैं लिखती नहीं बेटा। कोई बात नहीं, आपको लिखने की जरूरत भी नहीं है, आप बहुत ऊपरी अवस्था पे हो, आपको लिखने की जरूरत नहीं है, आप बस ठीक हो। जस्सी मैम को भी मेरे सत श्री अकाल, टीपी सिंह को भी सत श्री अकाल। जस्सी मैम कहाँ गई? बोलो। नजर नहीं आ रही जी। थैंक यू जी, थैंक यू सत श्री अकाल। तुझे नजर नहीं आए सी इस वास्ते। नहीं थैंक यू जी, थैंक यू बेटा, थैंक यू। आप लोगों ने रास्ते लगाया है, टूटे फूटे रास्ते। थैंक यू मैडम। वैसे तो टाइम हो गया, एक अनुपमा जी का है, अनुपमा जी वीडियो ऑन करो। हाँ जी ले लो। हेलो जस्सी मैम, हेलो हरलीन। आपके टॉपिक आर एक्सीलेंट एंड द वे यू से आप जैसे बोलते हो ना, मतलब एकदम सब समझ में आ जाता है, बिल्कुल दिल में उतर जाता है। और मेरे को ये पूछना था, कैन आई से दिस आल्सो, लाइक my daughter is studying well and she is really interesting in her studies and getting good score. ऐसे बोल सकते हैं? No, na? You can only do affirmation for your own self. For your own self. You can include with her that I'm having fun with my daughter and I'm playing with her. But again, if she's studying, that's her other things. That's her journey. Yeah, that's her journey. You cannot interfere in her journey. It's a really, really wonderful topic. अपने मेडिटेशन से करने से पहले इंटेंशन डाल दो that your daughter is sitting with you with meditating, because once she's in meditation everything's gonna go, फिर तो कोई टेंशन की बात नहीं है, सब कुछ अपने आप ही ठीक हो जाना है। So put that intention that you and your daughter, that I am meditating with my daughter.
Okay. Put that intention, because if meditation comes in your life, you don't need to worry about anything in your kids' life. So मेरी intention ये होती है कि मेरे बच्चे meditation में आ जाएं. So if they are in meditation, I know their life is set. Everyone's life is set. Thank you जी, thank you. एक बारी thank you जैसी मैम. हरपाल जी ਤੁਸੀਂ अपने आप ਨੂੰ unmute करो. Last हरपाल जी. बहुत सोहनी पंजाबी बोलते ਤੁਸੀਂ, मैं क्या ਤੁਹਾਨੂੰ भी सुन रही है. ਸਤਿ ਸ਼੍ਰੀ ਅਕਾਲ ਜੱਸੀ ਮੈਮ. ਸਤਿ ਸ਼੍ਰੀ ਅਕਾਲ ਹਰਲੀਨ. ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ. ਮੈਂ ਤਾਂ ਬੈਠੀ ਸੁਣੀ ਜਾਂਦੀ ਹਾਂ, ਮੈਨੂੰ ਤਾਂ ਇੰਨੀ ਨੌਲੇਜ ਮਿਲੀ ਜਾਂਦੀ ਹੈ, ਬਹੁਤ ਜ਼ਿਆਦਾ, ਸਾਰੀ ਲਾਈਫ 'ਚ ਨਹੀਂ ਮਿਲਿਆ. ਥੈਂਕ ਯੂ ਸੋ ਮਚ. ਹਾਂ, ਮੈਂ ਤਾਂ ਆਪਦੇ ਬੱਚਿਆਂ ਨੂੰ ਕਹਿੰਦੀ, ਪਹਿਲਾਂ ਸਕੂਲ ਜਾਂਦੇ ਸੀ, ਫਿਰ ਇੱਥੇ ਆ ਗਏ, ਤੇ ਵੀ ਇੰਨੀ ਨੌਲੇਜ ਤਾਂ ਮੈਨੂੰ ਸਾਰੀ ਲਾਈਫ 'ਚ ਨਹੀਂ ਮਿਲੀ ਜਿੰਨੀ ਹੁਣ ਮਿਲ ਰਹੀ ਆ. ਬਸ ਕਹਿੰਦੇ ਨੇ ਮਾਂ ਤੂੰ ਸੁਣੀ ਚੱਲ. ਸੱਚੀ ਕਹਿੰਦੀ ਆ ਮੈਂ, ਮੈਨੂੰ ਕਦੇ ਨਹੀਂ ਮਿਲਿਆ ਬਈ ਪਹਿਲਾਂ ਪੜ੍ਹਦੇ ਸੀ ਉਦੋਂ ਵੀ ਨਹੀਂ ਇਹੋ ਜਿਹਾ ਕੁਛ ਹੁੰਦਾ, ਫਿਰ ਇੱਥੇ ਆ ਕੇ ਵੀ ਨਹੀਂ ਕੁਛ ਮਿਲਿਆ. ਪਹਿਲਾਂ ਤਾਂ ਆ ਕੇ ਇੱਥੇ ਟੀਵੀ ਵੀ ਨਹੀਂ ਸੀ, ਦੀਪ ਇੰਡੀਆ ਦੇ ਪ੍ਰੋਗਰਾਮਾਂ ਦਾ ਵੀ ਨਹੀਂ ਸੀ ਪਤਾ ਲੱਗਦਾ, ਤੇ ਵੀ ਹੁਣ ਮੈਂ ਇਹਦੇ ਆਪਦੇ ਨੂੰ ਲੱਕੀ ਸਮਝਿਆ. ਮੈਂ ਬਹੁਤ ਸਮਝਦੀ ਵੀ ਮੇਰੀ ਵੀ ਚੱਲ ਪਹਿਲਾਂ ਨਹੀਂ ਪਤਾ ਲੱਗਿਆ ਤਾਂ ਹੁਣ ਤਾਂ ਲੱਗ ਗਿਆ, ਤੇ ਵੀ ਮੈਂ ਆਪਦੇ ਨੂੰ ਲੱਕੀ ਸਮਝਦੀ. ਪੜ੍ਹਾਈਆਂ ਹੀ ਨਹੀਂ ਗਈਆਂ ਨਾ, ਅਸੀਂ ਸਕੂਲ 'ਚ ਹੋਰ ਹੀ ਪੜ੍ਹਾਈ ਕਰਦੇ ਰਹੇ. ਸੋ ਐਕਚੁਅਲ ਪੜ੍ਹਾਈ ਕਰਦੇ ਰਹੇ. ਅਸੀਂ ਵੀ ਹੁਣ ਇੱਥੇ ਆ ਕੇ ਹੁਣੇ ਸ਼ੁਰੂ ਕੀਤੀ ਪੜ੍ਹਾਈ. ਸੱਚੀ ਮੈਂ ਕਿਹਾ ਵੀ ਮੈਨੂੰ ਪਤਾ, ਹਾਂ ਇਕੱਠੇ ਪੜ੍ਹ ਰਹੇ ਹਾਂ. ਮੈਂ ਤਾਂ ਬਹੁਤ ਸ਼ੁਕਰਾਨਾ ਕਰਦੀ ਹਾਂ ਪ੍ਰਮਾਤਮਾ ਦਾ ਵੀ ਮੈਨੂੰ ਹੁਣ ਵੀ ਪਤਾ ਲੱਗ ਗਿਆ, ਵੀ ਹੋਰ ਨਹੀਂ ਸੀ ਪਹਿਲਾਂ ਹੀ ਕਿਤੇ ਵੀ ਹੈ ਨਾ. ਟਾਈਮ ਸੇ ਅੱਖਾਂ ਖੁੱਲ ਗਈਆਂ ਸਾਡੇ ਸਾਰਿਆਂ ਦੀਆਂ. ਥੈਂਕ ਯੂ ਜੱਸੀ ਮੈਮ ਜਿਨ੍ਹਾਂ ਨੇ ਐਕਚੁਅਲੀ ਇਹ ਪ੍ਰੋਗਰਾਮ ਸ਼ੁਰੂ ਕੀਤਾ, ਸਾਡੇ ਸਾਰਿਆਂ ਨੂੰ ਜੋੜਿਆ. ਜੱਸੀ ਮੈਮ, ਹਾਂਜੀ ਜੱਸੀ ਮੈਮ ਨੂੰ ਸੁਣ ਕੇ ਪਹਿਲਾਂ ਲੱਗੀ ਸੀ, ਮੈਂ ਕਿਹਾ ਵੀ ਪਹਿਲਾਂ ਮੈਂ ਵੀ ਜੱਸੀ ਮੈਮ ਨੂੰ ਸੁਣ ਕੇ ਹੀ ਲੱਗੀ ਸੀ, ਬਿਕਾਜ਼ ਮੈਨੂੰ ਸੀਗਾ ਕਿ ਮੈਂ ਸਰਦਾਰਨੀ ਹਾਂ, ਮੈਂ ਕਿੱਥੇ ਕਰ ਰਹੀ ਹਾਂ. ਜਦੋਂ ਮੈਂ ਜੱਸੀ ਮੈਮ ਨੇ ਲੱਗਾ ਕਿ ਨਹੀਂ, ਜੇ ਜੱਸੀ ਮੈਮ ਕਰ ਰਹੇ ਤੇ ਸਭ ਕੁਝ ਠੀਕ ਹੋਏਗਾ. तो हर कोई जस्सी मैम तो ही इंस्पायर होकर ਜੱਸੀ ਮੈਮ ਕਹਿੰਦੇ ਸੀਗੇ ਵੀ, ਮੈਂ ਕਿਹਾ ਵੀ ਜੇ ਮੈਂ ਕਿਸੇ ਦੇ ਮਗਰ ਲੱਗੀ, ਕਹਿੰਦੇ ਕਿਹਦੇ ਮਗਰ ਲੱਗੀ ਫਿਰਦੀ ਆ. ਮੈਂ ਕਿਹਾ ਆਈ ਅਸੀਂ ਡਰਦੇ ਹੁੰਦੇ ਸੀ ਘਰਦਿਆਂ ਤੋਂ, ਸਾਡੇ ਤੋਂ, ਮੇਰੇ ਪੇਰੈਂਟਸ ਤੋਂ, ਵੀ ਕਹਿੰਦੇ ਹੁੰਦੇ ਸੀ ਬੁੜੀਆਂ ਬਾਬਿਆਂ ਮਗਰ ਲੱਗੀਆਂ ਫਿਰਦੀਆਂ ਨੇ. ਉਹ ਐਡਾ ਦਿਲ 'ਚ ਬੈਠਿਆ ਹੋਇਆ ਸੀ, ਗੱਲ ਨਿਕਲਦੀ ਨਹੀਂ ਸੀ. ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਔਰ ਸਾਰੇ ਪਾਰਟਿਸਿਪੈਂਟਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬੀ ਦੀਆਂ ਬੁੱਕਸ ਵਾਸਤੇ ਤੁਸੀਂ ਡੋਨੇਸ਼ਨ ਭੇਜ ਰਹੇ ਹੋ, ਤੇ ਉਹਦੇ ਨਾਲ ਬਹੁਤ ਜਲਦੀ ਤੁਹਾਨੂੰ ਸਾਰੀਆਂ ਬੁੱਕਸ ਪ੍ਰਿੰਟ ਹੋ ਕੇ ਤੁਹਾਨੂੰ ਮਿਲਣਗੀਆਂ. ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਔਰ ਲਿਸਟ ਬਣਾ ਲਈ ਹੈ ਮੈਂ, ਔਰ ਤੁਹਾਨੂੰ ਲਿਸਟ ਕੱਲ ਰਿਲੀਜ਼ ਕਰਾਂਗੇ ਕਿ ਕਿੰਨੇ ਧਿਆਨ ਕਰਾਣਾ ਹੈ. ਹਰ ਹਫਤੇ ਦੀ ਇੱਕ ਹਫਤੇ ਦੀ ਲਿਸਟ ਰਿਲੀਜ਼ ਹੋਏਗੀ, ਔਰ ਉਹਦੇ 'ਚ ਕੋਈ ਆਪਸ਼ਨ ਨਹੀਂ ਹੈ ਕਿ ਕੋਈ ਇਹ ਕਹੇ ਕਿ ਜੀ ਮੇਰਾ ਨਾਮ ਕਿਉਂ ਲਿਖਿਆ. ਹੁਣ ਤੁਸੀਂ ਸਾਰਿਆਂ ਨੇ ਅਟੈਂਡ ਕੀਤਾ ਤੇ ਸਾਰੇ ਮਾਸਟਰ ਬਣ ਗਏ ਹੋ, ਇਸ ਵਾਸਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰਾ ਨਾਮ ਕਿਉਂ ਲਿਖਿਆ. ਤੇ ਸਾਰਿਆਂ ਨੇ ਧਿਆਨ ਕਰਾਣਾ 2-2 ਦਿਨ। ਔਰ ਸੰਡੇ ਦੇ ਸੰਡੇ ਅਸੀਂ ਜਿਸ ਤਰ੍ਹਾਂ ਪਹਿਲੇ ਸ਼ੁਰੂ ਕੀਤਾ ਸੀ ਸਵਾਧਿਆਏ, ਮਤਲਬ ਕਿ ਕਿਸੇ ਕਿਤਾਬ ਨੂੰ ਲੈ ਕੇ ਉਹਦਾ ਅਸੀਂ ਡਿਟੇਲ ਉਹਦਾ ਸ਼ੇਅਰ ਕਰਾਂਗੇ, ਇੱਕ ਕਿਤਾਬ ਨੂੰ ਲੈ ਕੇ। ਔਰ ਪਹਿਲੇ ਅਸੀਂ ਸੈਸ਼ਨ ਕੀਤੇ ਵੀ ਨੇ, ਅਗਰ ਜਿਹੜੇ ਪਹਿਲੇ ਦੇ ਜੁੜੇ ਨੇ ਉਹ ਸਭ ਜਾਣਦੇ ਨੇ। ਗ੍ਰੈਟੀਟਿਊਡ ਤੇ ਅਸੀਂ ਕੀਤਾ, ਸੀਕ੍ਰੇਟ ਬੁੱਕ ਤੇ ਕੀਤਾ, 4 ਐਗਰੀਮੈਂਟ ਤੇ ਕੀਤਾ। ਇਸ ਤਰ੍ਹਾਂ ਹੀ ਅਸੀਂ ਹੁਣ ਉਹ ਸੰਡੇ ਦੇ ਸੰਡੇ ਉਹ ਸੈਸ਼ਨ ਰਿਹਾ ਕਰੇਗਾ, ਕਿਸੇ ਕਿਤਾਬ ਨੂੰ ਲੈ ਕੇ ਉਹਦੇ ਬਾਰੇ 'ਚ ਉਹਦੇ 'ਚ ਕੀ ਲਿਖਿਆ ਔਰ ਕਿਸ ਤਰ੍ਹਾਂ ਉਹਨੂੰ ਲਾਈਫ ਵਿੱਚ ਉਤਾਰਨਾ। ਤੇ ਇਸ ਵਾਸਤੇ ਜਿਹੜੇ ਵੀ ਪਾਰਟਿਸਿਪੈਂਟਸ ਨੇ, ਸਪੈਸ਼ਲੀ ਰੁਪਿੰਦਰ ਕੌਰ ਜੀ, ਹਰਦੀਪ ਜੀ, ਹਰਪ੍ਰੀਤ ਜੀ, ਜਿਹੜੇ ਰੈਗੂਲਰ ਅਟੈਂਡ ਕਰ ਰਹੇ ਨੇ, ਤਾਂ ਤੁਸੀਂ ਆਪਣੀ ਕਿਤਾਬ ਚੂਜ਼ ਕਰ ਲਓ, ਕਿਉਂਕਿ ਤੁਹਾਡਾ ਨੰਬਰ ਆਉਣ ਵਾਲਾ ਹੈ। ਤੇ ਹੁਣੇ ਤੋਂ ਸ਼ੁਰੂ ਕਰ ਦਿਓ ਕਿਤਾਬ ਪੜ੍ਹਨੀ। ਔਰ ਅਗਰ ਕਿਸੇ ਨੂੰ ਇਹ ਲੱਗਦਾ ਕਿ ਨਹੀਂ ਮੈਂ ਕਿਤਾਬ ਨਹੀਂ ਪੜ੍ਹ ਸਕਦਾ ਔਰ ਤੁਹਾਨੂੰ ਸ਼ੌਂਕ ਹੈ ਸ਼ੇਅਰ ਕਰਨ ਦਾ, ਅਸੀਂ ਮੈਗਜ਼ੀਨ ਸ਼ੇਅਰ ਕੀਤੀ ਹੈ, ਅੱਜ ਨਵੀਂ ਮੈਗਜ਼ੀਨ ਵੀ ਸ਼ੇਅਰ ਕਰਾਂਗੇ। ਮੈਗਜ਼ੀਨ ਤੋਂ ਕੋਈ ਆਰਟੀਕਲ ਲੈ ਲਓ, ਔਰ ਉਹਨੂੰ ਜੋ ਆਰਟੀਕਲ ਤੁਹਾਨੂੰ ਸਮਝ ਆ ਰਿਹਾ ਉਹਨੂੰ 15 ਦਿਨ ਤੁਸੀਂ ਪ੍ਰੈਕਟਿਸ ਕਰੋ, ਔਰ ਫਿਰ ਤੁਸੀਂ ਉਹਨੂੰ ਸ਼ੇਅਰ ਕਰੋ। ਜ਼ਰੂਰੀ ਨਹੀਂ ਹੈ ਕਿ ਅੱਧਾ ਘੰਟਾ ਹੀ ਬੋਲਣਾ, ਚਾਹੇ ਤੁਸੀਂ 5 ਮਿੰਟ ਬੋਲੋ, ਚਾਹੇ 10 ਮਿੰਟ ਬੋਲੋ, ਲੇਕਿਨ ਸਾਰਿਆਂ ਨੇ ਆਪਣੇ ਵਿਚਾਰ ਰੱਖਣੇ ਨੇ ਕਿ ਕਿਸ ਤਰ੍ਹਾਂ ਸਾਡੀ ਲਾਈਫ ਵਿੱਚ ਬਦਲਾਵ ਆ ਰਿਹਾ, ਕਿਉਂਕਿ ਜੋ ਅਸੀਂ ਦਿੰਦੇ ਹਾਂ ਉਹ ਕਈ ਗੁਣਾ ਵਾਪਸ ਹੋ ਕੇ ਆਉਂਦਾ ਸਾਡੇ ਕੋਲ। ਅਸੀਂ ਖੁਸ਼ੀਆਂ ਵੰਡੀਏ, ਗਿਆਨ ਵੰਡੀਏ, ਧਿਆਨ ਵੰਡੀਏ, ਤੇ ਆਪਣੀ ਜ਼ਿੰਦਗੀ ਨੂੰ ਵੀ ਅਸੀਂ ਵਧੀਆ ਕਰੀਏ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਚਾਨਣ ਲੈ ਕੇ ਆਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਲਵਲੀ ਜੀ, ਮੈਂ ਤੁਹਾਨੂੰ ਮੈਸੇਜ ਕੀਤਾ, ਤੁਸੀਂ ਕਿਹੜੀ ਜਗ੍ਹਾ ਤੋਂ ਮੈਨੂੰ ਮੈਸੇਜ ਕਰ ਦੇਣਾ। ਥੈਂਕ ਯੂ ਜੀ, ਥੈਂਕ ਯੂ। ਲਿਸਟ ਬਣ ਰਹੀ ਹੈ, ਸਾਰੇ ਤਿਆਰ ਰਹੋ, ਸਰਪ੍ਰਾਈਜ਼ ਗਿਫਟ ਮਿਲਣ ਵਾਲਾ ਸਾਰਿਆਂ ਨੂੰ, ਦੀਵਾਲੀ ਧਮਾਕਾ। थैंक यू जी, थैंक यू टिप्पी सिंह जी। चलिए सेशन क्लोज करिए।